ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਵਹਿ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਈਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਵੈ ਸੁੰਦਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਮ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀ, ਸੁਰ ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣਿਆ ਮਨ ਮੋਹਨ, ਸੁਰਗ ਮਚ ਪਿਆਲੇ। ਗਾਵਨ ਤੁਧਨੋ ਰਤਨ ਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਤ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਜਿਤਨਾ ਆਵਨ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ, ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨੂ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਹਾਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ, ਗੁਣੀ ਗਹੀਰਾ ਕੋਇ ਨਾ ਜਾਣੈ। ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੇ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਦੀਕ ਨਾ ਪਾਈਆ, ਕਰਮ ਮਿਲਾਏ ਨਾਹੀ ਠਾਕਰਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੌਕਾ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ।
ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਿ ਜਨ ਸਤਿਗੁਰ ਸੰਗਤ ਪਾਈ। ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰਿ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਹੈ ਉਦਮ, ਜਾਂ ਆਹਰ ਹਰ ਜੀਉ ਭਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾਰਜ ਜਿਪਕਾ ਕੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਬ੍ਰਹਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ। ਜਨਨ ਪਿਤਾ ਲੋਕ ਸੁਤਵੰਤਾ, ਕੋਇ ਨਾ ਕਿਸ ਕੀ ਧਰਿਆ। ਸਿਰ ਸਿਰ ਜਿਤ ਸੰਭਾਹੇ, ਠਾਕੁਰ ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾਵਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾਗਮ ਅਪਾਰਾ। ਸਭ ਤੇ ਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀਏ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਣਹਾਰਾ। ਹਰਿ ਆਪੇ ਠਾਕੁਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨਾ ਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਝ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਹੈ ਸੁਖ ਵਾਸੀ। ਸੇ ਮੁਕਤ ਪਏ ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰ ਹਰ ਜੀ, ਤੇ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਪੰਡਾਲ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹੰਤ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ। ਤਪ ਹੈ ਜਪੈ ਬੇਅੰਤਾ, ਤੇਰੇ ਅਨੇਕ ਪੜ੍ਹੈ ਵੋ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਝੇ ਉਡ ਔਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਹੀਂ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸ੍ਰਿਜ ਸਭ ਕੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਤੀਸਰੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨਾ ਅੰਮ੍ਰਿਤ ਪਾਇਆ। ਗੁਰਮੁਖ ਲਾਥਾ ਮਨਮੁਖ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣਾ। ਹਰ ਗੁਣ ਸਦੀ ਆਖ ਵਖਾਣਾ।
जिन हर सेवया तिन सुख पाया, सहजे ही हर नाम समाया। तू आपे करता तेरा किया सब होए, तुध बिन दूजा अवर ना कोय। तू कर कर वेखै जानै सोय, जन नानक गुरमुख प्रगट होए। आसा महला पहला। तित सरवरणै पहले निवासा, पानी पावक तिन्है किया। पंख जो मोह पग नहीं चालै, हम देखा तह डूबी अले। मन एक न चेतस मोड़ बना, हर बिसरत तेरे गुण गलिया रहा। नाहु जति सती नहीं पढ़या, मूर्ख मुगदा जन्म पया। प्रणुत नानक तिनकी सरणा, जिंतु नाहि विसरया। आसा महला पंजवा। पई प्राप्त मानुख दे हुरिया, गोबिंद मिलन की है तेरी बरिया। अवर काज तिरकतै ना काम, मिल साध संगत भज केवल नाम। सरंजाम लाग भाव जल तरण कै, जन्म बिरथा जात रंग माया कह रहा। जप तप संजम धर्म ना कमाया, सेवा साधना जानिया हर राय। कहो नानक हम नीच कर्मा, शरण परे की राखो शर्मा। जप तप संजम धर्म ना कमाया, सेवा साधना जानिया हर राय। कहो नानक हम नीच कर्मा, शरण परे की राखो शर्मा। एक ओंकार। श्री वाहिगुरु जी की फतेह। पातशाही दसवीं कबियो वाच बेनती चाओ पई। हमरी करो हाथ दे रक्षा, पूर्ण होए चित की इच्छा। तब चरणन मन रहे हमारा, अपना जान करो प्रतिपारा। हमरे दोस्त सब तुम कहो, आप हाथ मोहि बचावो। सुखी विषय मोरो परवारा, सेवक सिख सब करतारा। मोर अच्छा निज करदै करया, सब बैरन को आसंग्रह। पूर्ण होए हमारी आशा, तोर भजन की रह प्यासा। तुम है छाड़ कोई अवर न त्याऊं, जो वर चाहूं सो तुम ते पाऊं। सेवक सिख हमारे तारी है, सत्र हमारे मारी है। आप हाथ है मुझे उबरया, मरण काल का त्रास निवरया। हो जो सदा हमारे पच्छा, श्री अस्तु जो करियो रक्षा। राख ले हो मोहि राखन हारे, साहिब संत सहाय प्यारे। दीन बंधु दुष्टन के हंता, तुम हो पुरी चतुर्दश कंता। काल पाए ब्रह्मा अवतारा, काल पाए शिव जी अवतारा। काल पाए कर विष्णु प्रकाशा, सकल काल का किया तमाशा। जवन काल जोगी शिव कियो, वेदराज ब्रह्मा जू थियो। जवन काल सब लोक सवारा, नमस्कार है ताय हमारा। जवन काल सब जगत बनायो, देव दैत जच्छन उपजायो। आदंते कै अवतारा, सोई गुरु समझियो हमारा। नमस्कार तुझी को हमारी, सकल प्रजा जिन्हें आप सवारी। शिवकन को सब गुण सुख दियो, सतन को पल मोहबद कियो। काट काट के अंतर की जानत, भले बुरे की पीर पछानत। चींटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाना है, काट काट के पट पट की जाना। जब कर करा करतारा, प्रजा तब दे अपारा। जब आक्रक कर तो कब हूँ, तुम मैं मिलत दे तर सब हूँ। जेते बदन सृष्ट सब तारा, आप अपनी बुझ उचारा। तुम सभी ते रहत निरालम, जानत वेद भेद हरियाल। निरंकार निर्विकार निर्लंब, आद नील अनाद संभ। ताका मूढ़ उचारत भेदा, जाको भेव न पावत वेदा। ताको कर पाहन अनुमानत, महामूढ़ कछ भेद न जानत। महादेव को कह सदा शिव, निरंकार का चीनत न पेव। आप अपनी बुध है जेती, वर्णत भिन्न भिन्न तो तेती। तुमरा लखा न जाय पसारा, कह विद सजा प्रथम संसारा।
ਏਕੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕਈ ਭੂਪਾ ਅੰਡਜ ਜੇ ਰਚੇ ਤਜ ਕੀਨੇ ਉਤਵਜ ਖਾਨ ਬਹੁ ਰਚ ਦੀਨੇ कहूँ फूल राजा हो बैठा कहूँ शंकर कैठा संगी सृष्टि दिखाए चंपाव आद जुगा स्वरूप स्वयं पाव अब रक्षा मेरी तुम करो सिखो बार सिख संगारो दुष्ट जिते उठवत उत्पाता सकल मलेच करो रण खाता जे अस्तुता सरणी परे तिनके दुष्ट दुख मरे पुरख जौन पग परे तिहारे तिनके तुम संकट सब टारे जो कल को एक बार त्याय हैं ताके काल निपटने आए हैं रक्षा होए ताहि सब काला दुष्ट अरिष्ट तत्काला कृपा दृष्टन जाय हर हो ताके ताप तनक में हर हो रिद्ध सिद्ध कर्मों सब होई दुष्ट शासन सके न कोई एक बार जिन तुम संपारा काल फास्ते ताहि उबारा जिन नर नाम तिहारो का दारद दुष्ट दोख तेरा खड़ग के तुम शरण तिहारी आप हाथ दे ले हो बारी सर्व ठावर मोह सहाय दुष्ट दोख ते ले हो बचाई खड़ग के तुम शरण तिहारी आप हाथ दे ले हो बारी सर्व ठावर मोह सहाय दुष्ट दोख ते लेहो बचाई सवैया पाए गए जब ते तुम रे तब ते को आँख तरे नहीं आने राम रहीम पुराण पुराण अनेक कहें मत एक न माने सिमृत शास्त्र वेद सब बहु भेद कहें हम एक न जाने श्री असपान कृपा तुमरी कर मैं ना कहो सब तो हे बखान्यो दोहरा सगल द्वार को छाड़ कर गयो तुहारो द्वार बाहें गहे की लाज अस गोविंद दास तुहार सगल द्वार को छाड़ कर गयो तुहारो द्वार बाहें गहे की लाज अस गोविंद दास तुहार राम कली महला तीजा आनंद इक ओंकार सतगुर प्रसाद आनंद पाया मेरी माए सतगुरु मैं पाया सतगुरु ता पाया सहज सेती मन वजिया वाधाई राग रतन परिवार परिया शब्द गावन आइया शब्दोता गाओ हरि केरा मन जिनी बसाया कह नानक आनंद हुआ सतगुरु मैं पाया ए मन मेरेया तू सदा रहो हर नाल रहो तू मन मेरे दुख सब विसारणा अंगीकारो करे तेरा कारज सब सवारणा सबना गल्ला सुमृत स्वामी सो क्यों मनो विसारे कह नानक मन मेरे सदा रहो हर नाले साचे साहिबा क्या नहीं कार तेरा कार ता तेरा सब किछ है जिसते सो पावे सदा सिफ्त सलाह तेरी नाम मन वसावे नाम जिन कै मन वसया वाजे सौद कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाइया कर शांत सुख मनाए वसैया जिन इच्छा सब पुजाइया सदा कुर्बान कीता गुरु इटाह जिस दिया ए वडियाइया कह नानक सुनो संतो सब तरो प्यारो साचा नाम मेरा आधारो वाजे पंच सौदित घाट सुपागै सौद वाजे कला जित कर तारिया पंच दूत तुद वस कीते काल कंटक मारिया तुर कर्म पाया तुझन काओ से नाम हर कह लागे कह नानक तह सुख होआ तित कर अनहद वाजे अनद सुनो वड भागियो
ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਠ ਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾकुर ਕਾ ਪਇਓ ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਪੌੜੀ। ਜਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਹੈ। ਸੁਣ ਕੈ ਜਮ ਕੇ ਦੂਤ ਨਾ ਇੰਤਰੈ ਛੱਡ ਜਾਹੇ। ਭਾਉ ਜਲ ਵਿਖਮ ਸਗਾ ਗੁਰ ਸਬਦੀ ਪਾਰ ਪਾਹੇ। ਜਿਨ ਕਾਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ ਸਮਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਏ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ ਸੁਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ। ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰਖੇ ਰਖਣ ਹਾਰ ਆਪੂ ਬਾਰੇ ਗੁਰ ਕੀ ਪੈਰੀ ਪਾਏ। ਕਾਜ ਸਵਾਰੇ ਹੋਆ ਆਪ ਦਇਆਲ ਮਨਹੁ ਨਾ ਵਿਸਾਰੇ। ਸਾਧ ਜਨਾ ਕੈ ਸੰਗ ਭਾਉ ਜਲ ਤਾਰੇ। ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਜਿਉ ਪਿਤ ਸਭ ਤੇਰੀ ਰਾਸ। ਮਾਤ ਪਿਤਾ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੇ ਤੁਮਰਾ ऊंचे ते ऊंचा। सगल समगरी तुम रे सुतर तारी तुम ते होए सो।
ਤੁਮਰੇ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ। ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਂ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਬਦ ਬੁਝਾਏ ਤੇਗ ਬਹਾਦਰ ਸਿਮਰਿਐ ਕਰਨਉ ਨਿਧ ਆਵੇ ਧਾਏ ਸਭ ਥਾਏ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਜਗਦੀ ਜੋਤ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾੜਿਆਂ ਮੁਕਤਿਆਂ ਹੱਠਿਆਂ ਜੱਪਿਆਂ ਤੱਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡਣ ਕੀਤਾ ਤਿਨਾਂ ਪਿਆਰਿਆਂ ਸਕਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਘੁਮਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇ। ਦੇਗ ਦੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਮੁਕੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਮਤ ਦਾ ਰਾਖਾ ਆਪ। ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਲ ਨਿਤਾਣਿਆਂ ਦੇ ਤਾਣ ਨਿਯੋਤੀਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸੰਧਿਆ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਪਾਠ ਕਰਦਿਆਂ ਹੋਇਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ ਅੱਗੋਂ ਲਈ ਸੁਮਤ ਬਖਸ਼ਿਸ਼ ਕਰਨੀ ਆਈ ਸਾਧ ਸੰਗਤ ਦੀ ਹਾਜ਼ਰੀ ਲੇਖੇ ਲਾਵਣੀ ਤੇ ਫੁੱਲ ਭੇਟਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਖੁਸ਼ੀਆਂ ਖੇੜੀ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਵਣੀ ਕਾਰੋਬਾਰਾਂ ਵਿੱਚ ਤਰੱਕੀ ਬਖਸ਼ਿਸ਼ ਕਰਨੀਆਂ ਤੇ ਅਰੋਗਤਾਵਾਂ ਮਨੋਕਾਮਨਾਵਾਂ ਪੂਰਨ ਕਰਨੀਆਂ ਜੀ। ਪੰਚਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਮਾਨ ਹੋਵੇ ਪ੍ਰਮਾਨ ਹੋਇਆ ਪ੍ਰਸ਼ਾਦ ਸਰਬ ਸੰਗਤਾਂ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਐਸ ਵੇਲੇ ਆਪ ਜੀ ਆਪਣਾ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਉਪਰੰਤ ਦੀਵਾਨ ਸਜਾਣ ਦੀ ਆਗਿਆ ਬਖਸ਼ੋ ਜੀ। ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਬੜਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਇਰਾ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਸਭ ਸੇ ਤਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ। ਰਾਜ ਕਰੇਗਾ ਖਾਲਿਸਾ ਵਾਰ में सब मिलेंगे। वाहिगुरु नाम जहाज है जो शरदा कर सिंह दे। डा जाके हाथ में सो हमारी रखिया करे। बोले सो निहाल वाहिगुरु जी का खालसा वाहिगुरु जी की फतेह। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੈਂਡੀ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਹਾਣਾ। ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਪਾਵ ਸੁਹਾਵੇ ਜਾਂ ਤਾ ਧਿਰ ਜੁਲਦੇ ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਂ ਤਾ ਜਸ ਗਾਵੇ ਜਿਉ ਪਿਆ ਤਾ ਸਰਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ। ਨਾਨਕ ਹਉ ਬਲਿਹਾਰੀ ਤਿਨ ਕਾ ਜੋ ਚੱਲਨ ਸਤਿਗੁਰ ਪਾਏ। ਮਹਲਾ ਤੀਜਾ। ਬਿਨ ਸਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸਿੰਗਾਰ। ਫਿਰ ਕੀ ਸਾਰ ਨਾ ਜਾਣਈ ਦੂਜੈ ਭਾਏ ਪਿਆਰ। ਸਾਖ ਸੁਧ ਸਾਖ ਲਖਣੇ ਨਾਨਕ ਨਾਰੀ ਵਿੱਚ ਕੁਨਾਰ। ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ। ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨਸ ਰਾਤ ਤਿਨ ਹਾਉ ਕੁਰਬੈਣੀ। ਜਿਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ। ਹਉ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਜਿਨਾ ਸਤਿਗੁਰ ਮੇਰਾ
ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। What? 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 ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹਲਾ ਪਹਿਲਾ। ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ। ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਮੋਹਿਤ ਮਨੋ
ਅਨ ਦਿਨ ਮੋਹਿ ਆਈ ਪਿਆਸਾ ਕਿਰਪਾ ਦੇ ਨਾਨਕ ਸਾਰੰਗ ਹੋਏ ਜਾਂ ਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰੋ ਲੈ ਚਿਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝ ਹੈ ਗੁਜ਼ਾਰੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਆਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਭਵਨ ਸਗਲਾਰੇ ਕਾ ਨਾਮ ਫੂਲ ਮਾਲਾ ਭਾਰ 18 ਸਗਲ ਝੂਠਾਰੇ ਤੇਰੋ ਕੀਆ ਤੁਝੈ ਕਿਆਰ ਪੋ ਨਾਮ ਤੇਰਾ ਤੂੰ ਹੀ ਚਵਰ ਡੋਲਾਰੇ 10 8 68 ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਊਤਮ ਦੀਅਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾਪਤੀ ਰਾਮਾ ਭਗਤ ਰਮਾਨੰਦ ਆਨੰਦ ਜਾਮੈ ਪੂਰਨ ਕਰਨਾ ਨੰਦ ਬਖਾਨੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਬਣੈ ਭਜ ਸੁਨ ਸੰਧਿਆ ਤੇਰੀ ਦੇਵ ਦਿਵਾ ਕਰ ਅਦਪਤਿਆਦ ਸਮਾਈ ਸੇਦ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸ਼ਰਨਾਈ ਲੇਹੁ ਆਰਤੀ ਹੋਂ ਪੁਰਖ ਨਿਰੰਜਨ ਸਤਿਗੁਰ ਪੂਜੋ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰੈ ਅਲਖ ਨਾ ਕਿਆ ਜਾਈ ਤਤ ਤੇਲ ਨਾਮ ਕੀਆਂ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਝਨ ਹਾਰਾ ਪੰਚੇ ਸ਼ਬਦ ਅਨਾਹਤ ਬਾਜੇ ਸੰਗੇ ਸਾਰੰਗ ਬਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਭੈ ਬਾਨੀ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਓ ਅਨਾਜ ਮੰਗੋ ਸਤਿ ਗਉ ਭੈਸ ਮੰਗੋ ਲਾਵੇ ਰੀਕ ਤਾ ਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੈ ਮੰਗੀ ਸੋਰਠ ਭੂਖੇ ਭਗਤ ਨਾ ਕੀਜੈ ਆਪਣੀ ਲੀਜੈ ਹਉ ਮੰਗੋ ਸੰਤਨ ਰਹਿਣਾ ਮੈਂ ਨਹੀਂ ਕਿਸੀ ਕਾ ਦੇਨਾ ਮਾਧੋ ਕੈਸੀ ਬਨੇ ਤੁਮ ਸੰਗੇ ਆਪਨ ਦੇਹੁ ਤਲੇ ਬਹੁ ਮੰਗੇ ਦੋਇ ਸਿਰ ਮੰਗੋ ਚੂਨਾ ਭਾਉ ਕੀਓ ਸੰਗ ਲੂਨਾ ਸਿਰ ਮੰਗੋ ਦਾਲੇ ਮੋਕੋ ਵਕਤ ਜਿਵਾਲੇ ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤਲਾਈ ਉਪਰ ਕੋ ਮੰਗੋ ਕੀਂਦਾ ਤੇਰੀ ਭਗਤ ਕਰੈ ਜਨ ਤੀਂਦਾ ਮੈਂ ਨਾਹੀ ਕੀਤਾ ਇਕ ਨਾਉ ਤੇਰਾ ਮੈਂ ਫੱਗੋ ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਮਾਧੋ ਕੈਸੀ ਬਨੇ ਤੁਮ ਸੰਗੇ ਸੰਗੇ ਆਪਨਾ ਦੇਹੁ ਤਾਲੇ ਮੰਗੇ ਮੰਗੇ
सोया ते प्रसन्न भये हैं महामुन देवन कै तप मैं सुख पावै जग कर एक वेद रर पाव ताप हरे बेल ध्यान है लावे झालर ताल मृदंग उपंग रबाब लिए सुर साज मिलावे किन्नर गंधर्व गान कर गन जच अपचर दिखावे शंकन की धुन कंठन की कर फूलन की बर खबर खावे आरती कुट सुर सुंदर पेग पुलंदर के बल जावे दानत दचन देख प्रदचन पाल मैं कुंकम अचत लावे होत कोलाहल देव पूरी मिल बन के कुल मंगल गावे हे रव हे सस हे करुणा निध मेरी अवै बिनती सुननी जय और ना मांगत हो तुम ते गज चाहत हो चित में सुई की जय शस्त्रन संवत हिरण भीतर जुज मरूं तो सच पति जय संत सहाय सदा जग बाई कृपा कर सब हमारी की जय पाए गए जब ते तुम रे तब ते को आग तर नहीं आने और आप राम रहीम पुराण पुराण अनेक कहे मत एक न माने सिमरत शास्त्र वेद सब बहु भेद कहे हम एक न जानियो श्री असपान कृपा तुमरी कर मैं न कयो सब तोहे बखान्यो दोहरा सगल द्वार को छाट के गयो तुहारो द्वार बाहे कहीं किया जय अस गोविंद दास तुहारे ऐसे चंड प्रताप ते देवन बड़ियो प्रताप दीन लो जय जय करे रे नाम सत जाप छत्र चक्रवर्ती छत्र चक्र भुगते स्वयं पौ सुबंग सर्वदा सर्व जुगते दुकालं दयालं स्वरूपे सदांग संगे अपंगं विभूते कृपा करो दीन के दाते मेरा गुण अवगुण ना विचारो कोई माटी का क्या तो पे स्वामी मानस की गत ही मानस की गत ही वस मेरे प्यारे वस मेरे गोविंदा हर कर कृपा मन वस जियो हर कर कृपा मन वस जियो वस मेरे प्यारे
ਵਸ ਮੇਰੇ ਗੋਵਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਹਰ ਕਰ ਕਿਰਪਾ ਮਨ ਵਸ ਜਿਓ। ਹਰ ਕਰ ਕਿਰਪਾ ਮਨ ਵਸ ਜਿਓ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਬਿੰਦਾ। ਗੁਰਪੁਰਾ ਵੇਖ ਵਿਗਸ ਜਿਓ। ਮਨ ਚਿੰਦੇੜਾ ਫਲ ਪਾਇਆ ਮੇਰੇ ਗੋਬਿੰਦਾ। ਗੁਰਪੁਰਾ ਵੇਖ ਵਿਗਸ ਜਿਓ। ਗੁਰਪੁਰਾ ਵੇਖ ਵਿਗਸ ਜਿਓ। ਗੁਰਪੁਰਾ ਵੇਖ ਵਿਗਸ ਜਿਓ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਹਰ ਕਰ ਕਿਰਪਾ ਮਨ ਵਸ ਜਿਓ। ਹਰ ਕਰ ਕਿਰਪਾ ਮਨ ਵਸ ਜਿਓ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ। ਮਨ ਅਨ ਦਿਨ ਅਨਾਦ ਰਹਸ ਜਿਓ। ਹਰ ਨਾਮ ਮਿਲਿਆ
ਸੁਹਾਗਣੀ ਮੇਰੇ ਗੋਬਿੰਦਾ ਮਨ ਅਨ ਦਿਨ ਅਨਾਦ ਰਹਸ ਜਿਓ ਮਨ ਅਨ ਦਿਨ ਅਨਾਦ ਰਹਸ ਜਿਓ ਮਨ ਅਨ ਦਿਨ ਅਨਾਦ ਰਹਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਹਰ ਕਰ ਕਿਰਪਾ ਮਨ ਵਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਪਾਇੜਾ ਵੱਡ ਭਾਗੀ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹਸ ਜਿਓ ਹਰ ਪਹਿੜਾ ਵੱਡ ਭਾਗੀ ਮੇਰੇ ਗੋਬਿੰਦਾ ਨਿਕਲੇ ਲਾਹਾ ਨਿਕਲੇ ਲਾ ਮਨ ਹੱਸ ਜਿਓ ਹਰ ਪਾਇੜਾ ਵੱਡ ਭਾਗੀ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹੱਸ ਜਿਓ ਨਿਤ ਲੈ ਲਾਹਾ ਮਨ ਹੱਸ ਜਿਓ ਨਿਤ ਲੈ ਲਾਹਾ ਮਨ ਹੱਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਹਰ ਕਰ ਕਿਰਪਾ ਮਨ ਵਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਗੋਬਿੰਦਾ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਹਰ ਕਰ ਕਿਰਪਾ ਮਨ ਵਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਇਹਨੇ ਕੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸਮੂਹ ਸੰਗਤ ਬਖਸ਼ਣਯੋਗੋ ਬਖਸ਼ ਲੈਣਾ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਾਹਿਬੇ ਕਮਾਲ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ ਦੇ ਵਿੱਚ ਬੈਠ ਕੇ ਅੱਜ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਕ ਕਿਰਪਾ ਸਦਕਾ ਆਪਾਂ ਸਾਰੇ 43ਵੇਂ ਮਹਾਨ ਨਗਰ ਕੀਰਤਨ ਦੀਆਂ ਖੁਸ਼ੀਆਂ ਦੇ ਵਿੱਚ ਚੱਲ ਰਹੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਅੱਜ ਦੇ ਦੀਵਾਨ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਉਹਨਾਂ ਦੇ ਜਥੇ ਨੇ ਆਪ ਸੰਗਤਾਂ ਦੇ ਦਰਬਾਰ ਦੇ ਵਿੱਚ ਕੀਰਤਨ ਦੇ ਨਾਲ ਹਾਜ਼ਰੀ ਲਵਾਈ। ਸਮੂਹ ਜਥੇ ਦਾ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਪਣ ਕਰਾਇਆ। ਆਓ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 6:05 ਤੱਕ ਆਪ ਸੰਗਤਾਂ ਨੂੰ ਕਥਾ ਸਰਪਣ ਕਰਾਉਣਗੇ। ਉਸ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਕਥਾ ਸਰਪਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਹਿਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੁਕਾਰ ਕਮਾਏ ਜੀਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਇਉ ਪਾਵੇ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਇਉ ਪਾਵੇ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਜਿੱਥੇ ਆਪ ਸਰਬੱਤ ਸੰਗਤ ਨੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੋਦਰ ਰਹਿਰਾ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਮਿੰਟ ਸ਼ਬਦ ਵਿਚਾਰ ਇਤਿਹਾਸ ਦੇ ਨਾਲ ਸਾਂਝ ਪਾਈਏ। ਦੁਪਹਿਰਾਂ ਦੇ ਦੀਵਾਨ ਦੇ ਵਿੱਚ ਆਪਾਂ ਵਿਚਾਰ ਆਰੰਭ ਕੀਤੀ ਸੀ ਜੋ ਭਾਈ ਸਾਹਿਬ ਭਾਈ ਵਿਕਰਮ ਸਿੰਘ ਜੀ ਨੇ ਉਹਨਾਂ ਨੇ ਸ਼ਬਦ ਗਾਇਨ ਕੀਤਾ ਸੀ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਆਓ ਉਥੋਂ ਹੀ ਵਿਚਾਰ ਆਪਾਂ ਫਿਰ ਦੁਬਾਰੇ ਆਰੰਭ ਕਰਦੇ ਹਾਂ। ਸਤਿਗੁਰੂ ਜੀ ਬਾਣੀ ਦੇ ਵਿੱਚ ਇਹ ਸੰਸਾਰ ਨੂੰ ਸਮੁੰਦਰ ਦੇ ਨਾਲ ਤਰਜੀਹ ਦਿੰਦੇ ਹਨ, ਤੁਲਨਾ ਦੇ ਕੇ ਸੰਸਾਰ ਦੇ ਸਮੁੰਦਰ ਦੀ ਆ ਬਾਹਰੀ ਸਮੁੰਦਰ ਦੀ ਉਦਾਹਰਨਾਂ ਦੇ ਕੇ ਤੇ ਸਾਨੂੰ ਸਮਝਾਉਂਦੇ ਸਨ ਤਾਂ ਕਿ ਸਾਨੂੰ ਸੌਖਾ ਸਮਝ ਆ ਜਾਵੇ। ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਪਾਣੀ ਦੇ ਸਮੁੰਦਰ ਦੀਆਂ ਉਦਾਹਰਨਾਂ ਦੇ ਕੇ ਕਿ ਜਿਵੇਂ ਉਹਦੇ ਵਿੱਚ ਛੱਲਾਂ ਦਿਨ ਰਾਤ ਚੱਲਦੀਆਂ ਰਹਿੰਦੀਆਂ ਨੇ, ਲਹਿਰਾਂ ਉੱਠਦੀਆਂ ਨੇ,
ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਲਹਿਰਾਂ ਚੱਲਦੀਆਂ ਨੇ, ਤੇ ਸਾਡੇ ਜੀਵਨ ਦੇ ਵਿੱਚ ਲਹਿਰਾਂ ਕਾਹਦੀਆਂ ਚੱਲਦੀਆਂ ਨੇ? ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ। ਇਹ ਸੰਸਾਰ ਦੇ ਵਿੱਚ ਵਿਚਰਦਿਆਂ ਲੋਭ ਦੀਆਂ ਲਹਿਰਾਂ ਇੰਨੀਆਂ ਪ੍ਰਬਲ ਨੇ, ਇੰਨੀਆਂ ਜ਼ਿਆਦੀਆਂ ਚੱਲਦੀਆਂ ਨੇ, ਜਿਹਦੇ ਵਿੱਚ ਸਾਡੀ ਇਹ ਕਾਇਆ, ਸਾਡਾ ਸਰੀਰ ਵੀ ਜਿਹੜਾ ਇਹ ਡੁੱਬ ਜਾਂਦਾ ਹੈ। ਤੇ ਸਤਿਗੁਰਾਂ ਨੇ ਇਹਦੇ ਬਚਾਓ ਵਾਸਤੇ ਜਦੋਂ ਬਾਣੀ ਪੜ੍ਹਦੇ ਹਾਂ, ਭਗਤ ਬਾਬਾ ਨਾਮਦੇਵ ਜੀ ਨੇ ਕਿਰਪਾ ਕੀਤੀ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ, ਇੱਕ ਅਰਜ਼ੋਈ ਹੈ ਕਿ ਨਾਮਾ ਕਹੇ ਹਉ ਤਰ ਪੀ ਨਾ ਜਾਨੋ, ਮੋਕੋ ਬਾਹਾਂ ਦੇ ਬੀਠਲਾ। ਹੇ ਪਰਮਾਤਮਾ, ਮੈਂ ਅਜਾਣ ਹਾਂ, ਤਰਨਾ ਵੀ ਨਹੀਂ ਜਾਣਦਾ। ਆਪ ਜੀ ਕਿਰਪਾ ਕਰੋ, ਮੇਰੀ ਬਾਹ ਫੜ ਕੇ ਮੈਨੂੰ ਇਹ ਸੰਸਾਰ ਸਮੁੰਦਰ ਵਿੱਚੋਂ, ਇਹ ਵਿਕਾਰਾਂ ਵਿੱਚੋਂ, ਇਹ ਲੋਭ ਦੀਆਂ ਲਹਿਰਾਂ ਵਿੱਚੋਂ, ਇਹ ਨਿੰਦਿਆ ਚੁਗਲੀ ਦੀਆਂ ਲਹਿਰਾਂ ਵਿੱਚੋਂ, ਮਾੜੇ ਵਿਚਾਰਾਂ ਵਿੱਚੋਂ, ਪਾਪਾਂ ਵਿੱਚੋਂ ਮੈਨੂੰ ਬਾਹ ਫੜ ਕੇ ਬਾਹਰ ਕੱਢ ਲਓ। ਬਾਹ ਫੜ ਕੇ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਓ। ਤੇ ਗੁਰੂ ਸਮਰੱਥ ਹੈ, ਜਿਨਨੇ ਗੁਰੂ ਦੀ ਗੱਲ ਸੁਣ ਲਈ, ਬਾਤ ਸੁਣ ਲਈ, ਉਹ ਰਾਹ ਦੇ ਉੱਤੇ ਜਿਹੜਾ ਚੱਲ ਪਿਆ, ਗੁਰੂ ਉਹਨੂੰ ਬਾਹ ਫੜ ਕੇ ਇਹ ਸੰਸਾਰ ਸਾਗਰ ਤੋਂ ਵੀ ਬਾਹਰ ਬੰਨੇ ਲਾ ਦਿੰਦਾ ਹੈ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸੰਸਾਰੀ ਦੁਨਿਆਵੀ ਸਮੁੰਦਰ ਦੀ, ਤੇ ਉਹ ਬੇੜੇ ਵੀ ਗੁਰੂ ਸਾਡੇ ਪਾਰ ਲਾ ਦਿੰਦਾ ਹੈ। ਆਪਾਂ ਜਦੋਂ ਇਤਿਹਾਸ ਵਾਚਦੇ ਹਾਂ ਤੇ ਇਤਿਹਾਸ ਦੇ ਵਿੱਚ ਬਹੁਤ ਹੀ ਇੱਕ ਨਾਮਵਾਰ ਹਸਤੀ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਮੱਖਣ ਸ਼ਾਹ ਜੀ ਲੁਬਾਣਾ, ਜਿਨ੍ਹਾਂ ਨੇ ਸਿੱਖੀ ਬਹੁਤ ਕਮਾਈ, ਗੁਰੂ ਦੇ ਉੱਤੇ ਅਥਾਹ ਸ਼ਰਧਾ, ਵਿਸ਼ਵਾਸ, ਭਰੋਸਾ ਹੈ ਉਹਨਾਂ ਦਾ। ਤੇ ਭਾਈ ਸਾਹਿਬ ਜੀ ਉਦਣ ਵਿਚਾਰ ਕਰ ਰਹੇ, ਦੱਸ ਰਹੇ ਸਨ ਕਿ ਉਸ ਵਕਤ ਉਹ ਏਸ਼ੀਆ ਦੇ ਬਹੁਤ ਵੱਡੇ ਵਪਾਰੀ ਸਨ। ਬਹੁਤ ਵਪਾਰ ਸੀ ਉਹਨਾਂ ਦਾ, ਸਮੁੰਦਰੀ ਜਹਾਜ਼ ਚੱਲਦੇ ਸਨ ਉਸ ਟਾਈਮ ਦੇ ਵਿੱਚ, ਉਹਨਾਂ ਦੇ ਬਹੁਤ ਧਨ ਸੀ। ਇੱਕ ਵਾਰੀ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਇਆ, ਤੇ ਤੂਫਾਨ ਬਹੁਤ ਜ਼ਿਆਦਾ ਸੀ, ਤੇ ਉਹਨਾਂ ਦਾ ਸਮੁੰਦਰੀ ਜਹਾਜ਼ ਜਿਹੜਾ ਡੋਲਣ ਲੱਗਾ, ਡੁੱਬਣ ਲੱਗਾ ਕਹਿ ਲਓ। ਕਹਿੰਦੇ ਉਸ ਵਕਤ ਜਿਹੜੇ ਉਹਦੇ ਕੈਪਟਨ ਸਨ, ਜਹਾਜ਼ ਨੂੰ ਚਲਾਉਣ ਵਾਲੇ, ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਜਹਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਖੀਰ ਤੇ ਹਾਰ ਹੰਬ ਕੇ ਉਹਨਾਂ ਨੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਉਹਨਾਂ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਜੀ ਸਾਡੇ ਵੱਸ ਦੀ ਹੁਣ ਗੱਲ ਨਹੀਂ ਰਹੀ, ਜਹਾਜ਼ ਜਿਹੜਾ ਹੈ ਆਊਟ ਆਫ ਕੰਟਰੋਲ ਹੋ ਗਿਆ, ਸਾਡੇ ਕੋਲੋਂ ਹੁਣ ਕੰਟਰੋਲ ਨਹੀਂ ਹੁੰਦਾ। ਤੂਫਾਨ ਜ਼ਿਆਦਾ ਹੈ, ਮੀਂਹ ਜ਼ਿਆਦਾ ਹੈ, ਹਨੇਰੀ ਜ਼ਿਆਦੀ ਹੈ। ਕਹਿੰਦੇ ਉਸ ਵਕਤ ਫਿਰ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਤੇ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਜਦੋਂ ਵੀ ਸਿੱਖ ਜੁੜਦਾ ਹੈ, ਬਾਣੀ ਨਾਲ ਜੁੜਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਤੇ ਭਰੋਸਾ ਇੰਨਾ, ਵਿਸ਼ਵਾਸ ਇੰਨਾ ਹੈ ਕਿ ਗੁਰੂ ਸਾਡੀ ਅਰਦਾਸ ਸੁਣਦਾ ਹੈ, ਸਾਡੇ ਅੰਗ ਸੰਗ ਹੈ, ਸਾਡੇ ਕੋਲ ਹੈ। ਤੇ ਜਿੰਨਾ ਚਿਰ ਸਾਡੇ ਮਨ ਵਿੱਚ ਵਿਸ਼ਵਾਸ ਨਾ ਬੱਝੇ, ਭਰੋਸਾ ਨਾ ਹੋਵੇ, ਉਹਨਾਂ ਚਿਰ ਕੋਈ ਵੀ ਗੱਲ ਨਹੀਂ ਬਣਦੀ। ਆਪਾਂ ਇੱਥੋਂ ਅੱਗੇ ਚੱਲਾਂਗੇ। ਵਿਸ਼ਵਾਸ ਦੀ ਗੱਲ ਹੈ ਕਿ ਜੇ ਅਰਦਾਸ ਕਰਦੇ ਹਾਂ ਤੇ ਵਿਸ਼ਵਾਸ ਹੋਣਾ ਚਾਹੀਦਾ। ਕਹਿੰਦੇ ਇੱਕ ਵਾਰੀ ਇੱਕ ਇਲਾਕੇ ਦੇ ਵਿੱਚ ਨਾ ਬੜੇ ਚਿਰ ਤੋਂ ਕੋਈ ਮੀਂਹ ਨਹੀਂ ਪਿਆ, ਤੇ ਉੱਥੇ ਸੋਕਾ ਪੈ ਗਿਆ, ਉਜਾੜ ਪੈ ਗਈ, ਕਾਲ ਪੈਣਾ ਸ਼ੁਰੂ ਹੋ ਗਿਆ। ਆਲੇ ਦੁਆਲੇ ਦੇ ਲੋਕਾਂ ਨੇ ਸਲਾਹ ਕੀਤੀ, ਜਿਹੜੇ ਪੀਰ ਫਕੀਰ ਸਨ ਆਲੇ ਦੁਆਲੇ, ਕੁਝ ਰੱਬ ਨੂੰ ਮੰਨਣ ਵਾਲੇ, ਉਹਨਾਂ ਨੂੰ ਬੁਲਾਇਆ। ਕਹਿਣ ਲੱਗੇ ਕੁਝ ਕਰੋ। ਉਹ ਸਾਰੇ ਕਹਿਣ ਲੱਗੇ, ਜੀ ਰੱਬ ਅੱਗੇ ਅਰਦਾਸ ਹੈ, ਬੇਨਤੀ ਕਰ ਸਕਦੇ ਹਾਂ। ਸਾਰੇ ਜਾਣੇ ਬਾਹਰ ਖੁੱਲੀ ਜਗ੍ਹਾ ਦੇ ਉੱਤੇ ਆ ਜਾਓ ਕੱਲ ਨੂੰ।
ਕੱਲ ਸਾਰੇ ਮਿਲ ਕੇ ਅਰਦਾਸ ਬੇਨਤੀ ਕਰਦੇ ਹਾਂ, ਰਜੋਈ ਕਰਦੇ ਹਾਂ। ਸਾਰਿਆਂ ਦੇ ਵਿੱਚੋਂ ਸਾਰੇ ਮਿਲ ਕੇ ਕਰਾਂਗੇ, ਪ੍ਰਮਾਤਮਾ ਰੱਬ ਸੁਣੂਗਾ। ਜਦੋਂ ਸਾਰੇ ਉੱਥੇ ਇਕੱਠੇ ਹੋ ਰਹੇ ਸਨ ਤੇ ਉਹ ਮਹਾਤਮਾ ਜਿਹੜਾ ਸੀ ਨਾ, ਉਹਨੇ ਹੱਥ ਦੇ ਵਿੱਚ ਛਾਤਾ ਛਤੜੀ ਲੈ ਲਈ। ਤੁਰੇ ਜਾਂਦੇ ਨੇ, ਰਸਤੇ ਵਿੱਚ ਬੰਦਿਆਂ ਪੁੱਛਿਆ, ਕਹਿਣ ਲੱਗੇ ਮਹਾਤਮਾ ਜੀ ਇਹ ਹੱਥ ਦੇ ਵਿੱਚ ਛਤੜੀ ਕਿਉਂ ਫੜੀ ਹੈ? ਉਹ ਕਹਿਣ ਲੱਗਾ ਜੀ ਛਤੜੀ ਤਾਂ ਫੜ ਕੇ ਫੜੀ ਹੈ ਕਿ ਆਪਾਂ ਅਰਦਾਸ ਬੇਨਤੀ ਕਰਨ ਚੱਲੇ ਆ ਕਿ ਮੀਂਹ ਪਵੇ, ਤੇ ਅਰਦਾਸ ਤੋਂ ਬਾਅਦ ਮੀਂਹ ਪੈਣਾ ਹੈ ਤੇ ਆਪਾਂ ਭਿੱਜ ਜਾਣਾ ਹੈ। ਮੈਂ ਤੇ ਆਪਣਾ ਪ੍ਰਬੰਧ ਕਰਕੇ ਆਇਆ, ਮੈਂ ਛਤੜੀ ਤਾਂ ਨਾਲ ਲਈ ਹੈ। ਤੇ ਸਾਰੇ ਖਿੜਖੜਾ ਕੇ ਹੱਸ ਪਏ, ਕਹਿਣ ਲੱਗੇ ਮਹਾਤਮਾ ਜੀ ਬੜੇ ਭੋਲੇ ਹੋ। ਕਹਿਣ ਲੱਗੇ ਕੀ ਹੋਇਆ? ਕਹਿਣ ਲੱਗੇ ਅਰਦਾਸ ਹੀ ਕਰਨ ਚੱਲੇ ਆ, ਹਾਲੀ ਕਿਹੜਾ ਮੀਂਹ ਰੱਬ ਨੇ ਪਾਤਾ ਜਾਂ ਉਸੇ ਵੇਲੇ ਪਾ ਦੇਣਾ। ਉਹ ਉੱਥੇ ਰੁਕ ਗਿਆ। ਕਹਿਣ ਲੱਗਾ ਤੁਹਾਡੀ ਗੱਲ ਠੀਕ ਹੈ, ਜੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਤੇ ਫਿਰ ਮੀਂਹ ਵਾਕਿਆ ਹੀ ਨਹੀਂ ਪੈਣਾ। ਇਹ ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਜੇ ਤੈਨੂੰ ਪਹਿਲਾਂ ਹੀ ਭਰੋਸਾ ਨਹੀਂ, ਇਹ ਵਿਸ਼ਵਾਸ ਹੀ ਨਹੀਂ ਕਿ ਸਾਡੀ ਕੋਈ ਸੁਣੂਗਾ ਜਾਂ ਸੁਣੀ ਜਾਏਗੀ, ਕਹਿੰਦੇ ਫਿਰ ਵਾਕਿਆ ਮੀਂਹ ਨਹੀਂ ਪੈਣਾ। ਉਹ ਉੱਥੇ ਹੀ ਰੁਕ ਗਏ। ਭਾਈ ਮੱਖਣ ਸ਼ਾਹ ਜੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ। ਤੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਹਨਾਂ ਨੂੰ ਦਸਵੰਧ ਪਹਿਲਾਂ ਵੀ ਬਹੁਤ ਚੜਾਉਂਦੇ ਸਨ, ਗੁਰੂ ਘਰ ਦੇ ਨਾਲ ਜੁੜੇ ਬਹੁਤ ਸੇਵਾ ਕਰਦੇ ਸਨ। ਕਹਿੰਦੇ ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ, ਦਸਵੰਧ ਦੀ ਮਾਇਆ ਵੀ ਜਿਹੜੀ ਹੈ ਉਹ ਲੈ ਕੇ ਆਏ ਕਿ 500 ਮੋਹਰ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਚੜਾਵਾਂਗੇ। ਆਪਾਂ ਵੀ ਜਦੋਂ ਕੋਈ ਵੀ ਹੋਵੇ ਸੇਵਾ ਕਿਸੇ ਨੇ ਕਿਤੇ ਪਾਉਣੀ ਹੈ ਤੇ ਬੰਦਾ ਮਨ ਵਿੱਚ ਸੋਚਦਾ ਕਿ ਮੈਂ ਇੰਨੀ ਸੇਵਾ ਕਰੂੰ। ਕੋਈ ਕਹਿੰਦਾ ਮੈਂ 5000 ਕਰੂੰ, ਕੋਈ ਕਹਿੰਦਾ ਮੈਂ 10000 ਕਰੂੰ, ਕੋਈ ਕਹਿੰਦਾ ਮੈਂ 20000 ਕਰੂੰ। ਇਸੇ ਤਰ੍ਹਾਂ ਬਾਬਾ ਜੀ ਨੇ ਕਿਹਾ, ਭਾਈ ਮੱਖਣ ਸ਼ਾਹ ਜੀ ਲੁਬਾਣਾ ਕਹਿਣ ਲੱਗੇ ਮੈਂ 500 ਮੋਹਰ ਗੁਰੂ ਦੇ ਖਜ਼ਾਨਿਆਂ ਵਿੱਚ ਸੇਵਾ ਵਿੱਚ ਪਾਵਾਂਗਾ। ਉਹ ਜਦੋਂ ਗਏ ਵਾਪਸ ਆਏ, ਜਹਾਜ਼ ਬੰਨੇ ਲੱਗਾ, ਕਿਨਾਰੇ ਲੱਗਾ, ਗੁਰੂ ਨੇ ਕਿਰਪਾ ਕੀਤੀ। ਤੇ ਜਦੋਂ ਦਿੱਲੀ ਪਹੁੰਚੇ ਪਤਾ ਲੱਗਾ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਕੇ ਪਾਵੇ ਬਚਨ ਕਰ ਗਏ ਹਨ ਕਿ ਬਾਬਾ ਬਸੇ ਗ੍ਰਾਮ ਬਕਾਲੇ, ਪਰ ਪੂਰਨ ਤੌਰ ਤੇ ਹਾਲੀ ਸਪਸ਼ਟ ਪਤਾ ਨਹੀਂ ਲੱਗ ਰਿਹਾ, ਉੱਥੇ ਜਾਣਾ ਪੈਣਾ ਹੈ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆ ਕੇ ਆਣ ਕੇ ਕੀ ਵੇਖਿਆ, 22 ਮੰਜੀਆਂ ਲੱਗੀਆਂ ਨੇ, ਵੱਖਰੇ ਵੱਖਰੇ ਗੁਰੂ ਬੈਠੇ ਨੇ, ਆਪੋ ਆਪਣਾ ਦੁਕਾਨ ਖੋਲ ਕੇ ਬੈਠੇ ਨੇ। ਕੋਈ ਆਖਦਾ ਇਹ ਸੱਚਾ ਗੁਰੂ ਹੈ, ਕੋਈ ਆਖਦਾ ਉਹ ਸੱਚਾ ਗੁਰੂ ਹੈ। ਭਾਈ ਮੱਖਣ ਸ਼ਾਹ ਜੀ ਨੇ 5-5 ਮੋਹਰਾਂ ਰੱਖੀਆਂ। ਸਾਰੇ ਬੜਾ ਆਸ਼ੀਰਵਾਦ ਦੇਣ, ਤੇਰੇ ਕਾਰੋਬਾਰ ਚੱਲਣ, ਤੂੰ ਜਿਉਂਦਾ ਰਹਿ, ਬੱਚੇ ਵਸਦੇ ਰਹਿਣ। ਫੇਰ ਖੀਰ ਦੇ ਪੁੱਛਦੇ ਇੱਥੇ ਹੋਰ ਵੀ ਕੋਈ ਹੈ? ਉਹਨਾਂ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਛੋਟੇ ਪੁੱਤਰ ਤੇਗ ਮੱਲ ਜੀ, ਉਹ ਇੱਥੇ ਨੇ, ਤੇਗ ਬਹਾਦਰ ਜੀ, ਕਿਉਂਕਿ ਉਦੋਂ ਗੁਰੂ ਬਣ ਗਏ ਨੇ ਪਰ ਕਿਸੇ ਨੂੰ ਹਾਲੀ ਪਤਾ ਨਹੀਂ। ਜਦੋਂ ਅੰਦਰ ਗਏ ਵੇਖਿਆ ਸਿੱਖ ਦਾ ਤੇ ਗੁਰੂ ਦਾ ਬੜਾ ਗੂੜਾ ਰਿਸ਼ਤਾ ਹੈ। ਉੱਥੇ ਬੈਠੇ ਨੇ, ਜਦੋਂ 5 ਰੱਖੀਆਂ ਉਹਨਾਂ ਕਿਹਾ, ਕਹਿਣ ਲੱਗੇ 500 ਕਹਿ ਕੇ 5 ਰੱਖੀ ਜਾਣਾ। ਗੁਰੂ ਨੇ ਅੰਦਰ ਦੀ ਬੁੱਝੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਗੁਰੂ ਇੱਥੇ ਆ। ਉੱਠੇ, ਆਪਣਾ ਪੱਲੂ ਲਾਇਆ, ਹਿਲਾ ਕੇ ਕੋਠੇ ਤੇ ਚੜ ਕੇ ਰੌਲਾ ਪਾਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪਿਆਰਿਓ, ਗੁਰੂ ਸਾਡੇ ਅੰਦਰਲੇ ਡੁੱਬਦੇ ਜਹਾਜ਼ ਵੀ ਪਾਰ ਲਾਉਂਦਾ ਹੈ ਤੇ ਬਾਹਰਲੇ ਜਹਾਜ਼ ਵੀ ਪਾਰ ਲਾਉਂਦਾ ਹੈ। ਆਓ ਗੁਰੂ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਵਿਸ਼ਵਾਸ ਭਰੋਸਾ ਗੁਰੂ ਤੇ ਰੱਖੀਏ, ਗੁਰੂ ਦੀ ਸਿੱਖਿਆ ਨੂੰ ਕਮਾਈਏ ਤਾਂ ਕਿ ਸਾਡੇ ਹੋ ਸਕਣੇ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਈ। ਆਓ ਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਸੰਗਤਾਂ ਨੂੰ 6:45 ਤੱਕ ਕਥਾ ਸਰਵਣ ਕਰਾਉਣਗੇ। ਉਸ ਉਪਰੰਤ ਸਾਡੇ ਕੁਝ ਪੰਥ ਦੇ ਮਹਾਨ ਕੀਰਤਨੀਏ ਪਹੁੰਚੇ ਨੇ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰੀ, ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ, ਉਹ ਆਪ ਸੰਗਤਾਂ ਨੂੰ ਸ਼ਬਦੀ ਕੀਰਤਨ ਸਰਵਣ ਕਰਾਉਣਗੇ। ਆਓ
ਭਾਈ ਸਾਹਿਬ ਦੇ ਪਾਸੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਪਾਕ ਦਿਲਾਂ ਦੀ ਜਗਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਗੁਰਮੁਖ ਪਿਆਰੇ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਪਾਸੋਂ ਅੰਮ੍ਰਿਤ ਬੋਲ ਸੁਣ ਰਹੇ ਸਾਂ। ਗੁਰੂ ਦਾ ਕਰਮ ਹੈ, ਆਪ ਮੁਕਤ ਮੋਹਿ ਤਾਰੇ। ਸਤਿਗੁਰੂ ਕਿਰਪਾ ਕਰੇ ਅਸੀਂ ਗੁਰਬਾਣੀ ਨਾਲ ਗਹਿਰਾ ਰਿਸ਼ਤਾ ਬਣਾ ਸਕੀਏ। ਵਿਚਾਰ ਦੀ ਆਰੰਭਤਾ ਕਰਾਂ। ਸਭ ਤੋਂ ਪਹਿਲਾਂ ਗੁਰੂ ਫਤਿਹ ਜੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਹੈ। ਮੁੜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ। ਇਸ ਲਈ ਦਾਸ ਨੇ ਇੱਕ ਵਿਚਾਰ ਸਾਂਝੀ ਲੜੀ ਸ਼ੁਰੂ ਕੀਤੀ, ਗੁਰੂ ਨਾਨਕ ਸਾਹਿਬ ਅਤੇ ਸ਼ਬਦ। ਇਹ ਆਪਾਂ ਪਿੱਛੇ ਵਿਚਾਰ ਲਿਆ। ਅੱਜ ਆਪਾਂ ਗੱਲ ਸ਼ੁਰੂ ਕਰਾਂਗੇ ਗੁਰੂ ਅੰਗਦ ਸਾਹਿਬ ਅਤੇ ਸ਼ਬਦ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਦੇ ਵਸਨੀਕ ਨੇ। ਉਹਨਾਂ ਨੂੰ ਬਚਪਨ ਤੋਂ ਹੀ ਮਾਪਿਆਂ ਦਾ ਝੁਕਾਅ ਸਨਾਤਨੀ ਧਰਮ ਵੱਲ ਹੈ। ਨਿੱਕੇ ਹੁੰਦਿਆਂ ਤੋਂ ਮਾਤਾ ਦੀਆਂ ਲੋਰੀਆਂ ਸੁਣਨੀਆਂ, ਜਗਰਾਤਿਆਂ ਤੇ ਜਾਣਾ, ਦੇਵੀਆਂ ਦੇ ਜਥੇ ਲੈ ਕੇ ਜਾਣੇ, ਇਹ ਉਹਨਾਂ ਦਾ ਘਰੋਗੀ ਕਰਮ ਸੀ। ਪਿਤਾ ਭਾਈ ਫੇਰੂ ਮੱਲ ਜੀ ਉਹ ਜਥਾ ਲੈ ਕੇ ਹਰੇਕ ਸਾਲ ਜਾਂਦੇ ਸਨ। ਕੁਦਰਤੀ ਸਬਬ ਬਣਿਆ, ਇੱਕ ਵਾਰੀ ਬਾਬਾ ਲਹਿਣਾ ਜੀ ਅੰਮ੍ਰਿਤ ਵੇਲੇ ਕਿਤੋਂ ਬਾਹਰੋਂ ਘੋੜੇ ਤੇ ਸਵਾਰ ਆਪਣੇ ਨਗਰ ਖਡੂਰ ਸਾਹਿਬ ਆਏ। ਜਦੋਂ ਨਗਰ ਵਿੱਚ ਪ੍ਰਵੇਸ਼ ਕੀਤਾ ਤਾਂ ਟਿਕੀ ਹੋਈ ਰਾਤ ਵਿੱਚ ਭਿੰਨੀ ਰਹਿਣੜੀਏ, ਚਮਕਣ ਤਾਰੇ ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ। ਟਿਕੀ ਹੋਈ ਰਾਤ ਵਿੱਚ ਅੰਮ੍ਰਿਤ ਬਚਨ, ਉਦੋਂ ਕੁਦਰਤ ਵੀ ਬਹੁਤ ਸ਼ਾਂਤ ਹੁੰਦੀ ਹੈ। ਅੰਮ੍ਰਿਤ ਬਚਨ ਕੰਨਾਂ ਵਿੱਚ ਪਏ। ਮੈਂ ਤੁਹਾਡਾ ਅੱਜ ਸਪੈਸ਼ਲ ਧਿਆਨ ਮੰਗਾਂਗਾ, ਕਿਉਂਕਿ 43ਵਾਂ ਕੀਰਤਨ ਨਗਰ ਕੀਰਤਨ ਹੈ। ਇਸ ਨਗਰ ਕੀਰਤਨ ਚ ਝੋਲੀਆਂ ਖਾਲੀ ਲੈ ਕੇ ਨਾ ਜਾਇਓ, ਕੁਛ ਨਾ ਕੁਛ ਜ਼ਰੂਰ ਲੈ ਕੇ ਜਾਇਓ। ਆਸਾ ਕੀ ਵਾਰ ਦੀ 21ਵੀਂ ਪੌੜੀ ਹੈ। ਜਿਹਨੇ ਬਾਬਾ ਲਹਿਣਾ ਜੀ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਹੈ। ਯਾਦ ਰੱਖਣ ਯੋਗ ਬਾਤ ਹੈ, ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ, ਉਹਦੇ ਵਿੱਚੋਂ 21ਵੀਂ ਪੌੜੀ ਹੈ ਜਿਹਦਾ ਪਾਠ ਪਿੰਡ ਵਿੱਚ ਵੜਦੇ ਆ ਬਾਬੇ ਲਹਿਣੇ ਦੇ ਕੰਨਾਂ ਵਿੱਚ ਪਿਆ। 21ਵੀਂ ਪੌੜੀ ਹੈ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ।
ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਮੰਦਾ ਮੂਲ ਨਾ ਕੀਤਈ ਦੇ ਲੰਮੀ ਨਦਰ ਨਿਹਾਲੀ ਹੈ। ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਖਾ ਪਾਸਾ ਢਾਲੀ ਹੈ। ਕਿਛ ਲਾਹੇ ਉੱਪਰ ਘਾਲੀ ਹੈ। ਜਿਵੇਂ ਜਿਵੇਂ ਉਹ ਬੋਲ ਕੰਨਾਂ ਵਿੱਚ ਪੈਂਦੇ ਗਏ ਉਵੇਂ ਉਵੇਂ ਆਪਣੇ ਘੋੜੇ ਦਾ ਮੂੰਹ ਉਧਰਲੇ ਪਾਸੇ ਨੂੰ ਕਰਕੇ ਤੇ ਕੋਲ ਚਲੇ ਗਏ। ਆਵਾਜ਼ ਤੋਂ ਪਹਿਚਾਣ ਆ ਗਈ, ਇਹ ਸ਼ਬਦ ਪੜਨ ਵਾਲਾ ਤਾਂ ਸਾਡੇ ਨਗਰ ਦਾ ਹੀ ਭਾਈ ਜੋਧ ਹੈ। ਆਵਾਜ਼ ਮਾਰੀ, ਕਹਿਣ ਲੱਗੇ, ਭਾਈ ਜੋਧ, ਇਹ ਜਿਹੜਾ ਬਚਨ ਤੁਸੀਂ ਪੜ ਰਹੇ ਹੋ ਇਹ ਮੈਂ ਕਿਸੇ ਵੇਦ ਵਿੱਚੋਂ, ਕਿਸੇ ਜਗਰਾਤੇ ਵਿੱਚੋਂ, ਆਪਣੇ ਪਿਤਾ ਕੋਲੋਂ, ਆਪਣੇ ਦਾਦੇ ਕੋਲੋਂ ਕਦੇ ਸੁਣਿਆ ਨਹੀਂ ਹੈ। ਇਹ ਕਿਹੜੇ ਵੇਦ ਗ੍ਰੰਥਾਂ ਦਾ ਸ਼ਬਦ ਹੈ? ਭਾਈ ਜੋਧ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿਣ ਲੱਗੇ, ਵੇਦ ਗ੍ਰੰਥਾਂ ਦਾ ਸ਼ਬਦ ਨਹੀਂ, ਇਹ ਤੇ ਅੰਮ੍ਰਿਤਮਈ ਬਾਣੀ ਦਾ ਸ਼ਬਦ ਹੈ। ਇਹ ਕਿਹਨੇ ਉਚਾਰੀ ਹੈ? ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਉਹ ਕਿੱਥੇ ਵਸਦੇ ਨੇ? ਕਹਿਣ ਲੱਗੇ, ਉਹ ਕਰਤਾਰਪੁਰ ਸਾਹਿਬ ਰਹਿੰਦੇ ਨੇ। ਮਨ ਵਿੱਚ ਭਾਵਨਾ ਬਣਾ ਲਈ। ਸ਼ਬਦ ਵਿੱਚ ਇੱਕ ਬੜੀ ਖੂਬੀ ਹੈ ਪਿਆਰਿਓ, ਸ਼ਬਦ ਜਿੱਥੋਂ ਵੀ ਆਇਆ ਨਾ ਮਨੁੱਖ ਦੀ ਸੁਰਤ ਬਿਰਤ ਨੂੰ ਉੱਥੇ ਹੀ ਲੈ ਜਾਂਦਾ ਹੈ। ਮੈਂ ਬਹੁਤ ਵਾਰੀ ਉਦਾਹਰਨ ਦੇਣਾ, ਅੱਜ ਫੋਨ ਦਾ ਜ਼ਮਾਨਾ ਹੈ, ਫੋਨ ਧੀ ਕੋਲੋਂ ਆ ਰਿਹਾ ਹੈ, ਸਾਡੀ ਸੁਰਤ ਵਿੱਚ ਤਸਵੀਰ ਕਿਹਦੀ ਬਣੇਗੀ? ਧੀ ਦੀ। ਸ਼ਬਦ ਪਿਤਾ ਕੋਲੋਂ ਆ ਰਿਹਾ ਹੈ ਤੇ ਸਾਡੀ ਸੁਰਤ ਵਿੱਚ ਤਸਵੀਰ ਕਿਹਦੀ ਬਣੇਗੀ? ਪਿਤਾ ਦੀ। ਸ਼ਬਦ ਮਾਂ ਕੋਲੋਂ ਆ ਰਹੇ ਨੇ, ਅਲੱਗ ਸ਼ਬਦ ਆ ਰਹੇ ਨੇ, ਤਸਵੀਰ ਕਿਹਦੀ ਬਣੇਗੀ? ਮਾਂ ਦੀ। ਇੱਥੇ ਬਸ ਨਹੀਂ, ਸ਼ਬਦ ਕ੍ਰੋਧ ਵਿੱਚੋਂ ਆ ਰਹੇ ਨੇ, ਹਿਰਦੇ 'ਚ ਕ੍ਰੋਧ ਪੈਦਾ ਹੋ ਜਾਏਗਾ। ਸ਼ਬਦ ਕਾਮ ਵਿੱਚੋਂ ਆ ਰਹੇ ਨੇ, ਹਿਰਦੇ 'ਚ ਕਾਮ ਪੈਦਾ ਹੋ ਜਾਏਗਾ। ਸ਼ਬਦ ਹੰਕਾਰ ਵਿੱਚੋਂ ਆ ਰਹੇ ਨੇ, ਹਿਰਦੇ 'ਚ ਹੰਕਾਰ ਪੈਦਾ ਹੋ ਜਾਏਗਾ। ਸ਼ਬਦ ਨਿਰੰਕਾਰ ਕੋਲੋਂ ਆ ਰਹੇ ਨੇ ਤੇ ਸੁਰਤ ਬਿਰਤ ਵਿੱਚ ਨਿਰੰਕਾਰ ਪੈਦਾ ਹੋ ਜਾਏਗਾ। ਸ਼ਬਦ ਦੀ ਇੱਕ ਖੂਬੀ ਹੈ, ਇਹ ਜਿੱਥੋਂ ਆਉਂਦਾ ਹੈ ਸਾਡੀ ਸੁਰਤ ਬਿਰਤ ਨੂੰ ਉੱਥੇ ਹੀ ਲੈ ਜਾਂਦਾ ਹੈ। ਬਾਬਾ ਲਹਿਣਾ ਜੀ ਨੇ ਸ਼ਬਦ ਸੁਣਿਆ, ਇਕਾਗਰਤਾ ਬਣੀ, ਮਨ ਵਿੱਚ ਭਾਵਨਾ ਬਣੀ, ਮੈਂ ਉਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਭਾਈ ਫੇਰੂ ਜੀ, ਉਹ 1526 ਸਨ ਵਿੱਚ ਚੜ੍ਹਾਈ ਕਰ ਗਏ। 1526 ਤੋਂ ਲੈ ਕੇ 1532 ਤੱਕ ਬਾਬਾ ਲਹਿਣਾ ਜੀ ਖੁਦ ਜਥਾ ਲੈ ਕੇ ਜਾਂਦੇ ਰਹੇ। ਦੇਖੋ ਕਿੰਨਾ ਅੱਜ ਦੀ ਜਵਾਨੀ ਕਿੰਨੀ ਮਿਸਗਾਈਡ ਹੈ। ਤੁਸੀਂ ਕਦੇ ਵਕਤ ਮਿਲਿਆ ਨਾ, ਬਹੁਤੇ ਗੁਰੂ ਜਵਾਨੀ ਵਿੱਚ ਹੋਏ ਨੇ। ਮੈਂ ਆਉਣ ਵਾਲੇ ਦਿਨਾਂ 'ਚ ਹੋ ਸਕਿਆ ਕਿਤੇ ਸਾਂਝ ਪਾਵਾਂਗਾ। ਬਾਬਾ ਲਹਿਣਾ ਜੀ ਦਾ ਜਨਮ ਵੀ 1504 ਦਾ ਹੈ। ਤੁਸੀਂ ਹਿਸਾਬ ਲਾ ਲਓ ਵੀ ਜਦੋਂ ਬਾਬਾ ਲਹਿਣਾ ਜੀ 1526 ਤੋਂ ਬਾਅਦ ਵਿੱਚ ਜਥੇ ਦੀ ਜ਼ਿੰਮੇਵਾਰੀ ਉਹਨਾਂ ਦੀ ਲੱਗੀ ਵੀ ਜਿਹੜਾ ਦੇਵੀਆਂ ਦੇ ਜਥਾ ਲੈ ਕੇ ਜਾਣਾ ਹੈ ਉਹ ਹੁਣ ਤੁਸੀਂ ਲੈ ਕੇ ਜਾਣਾ ਹੈ। 6 ਸਾਲ 1532 ਤੱਕ ਉਹ ਜਥਾ ਲੈ ਕੇ ਜਾਂਦੇ ਰਹੇ ਤੇ 1532 ਵਿੱਚ ਇਹ ਘਟਨਾ ਘਟੀ, ਕੰਨਾਂ ਵਿੱਚ ਸ਼ਬਦ ਪਿਆ ਤੇ ਐਸ ਵਾਰੀ ਜਦੋਂ ਉਹ ਜਥਾ ਲੈ ਕੇ ਗਏ, ਤੁਹਾਡੇ ਵਿੱਚੋਂ ਕੋਈ ਸੁਭਾਗਾ ਹੋਏਗਾ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕੀਤੇ ਨੇ। ਡੇਰਾ ਬਾਬਾ ਨਾਨਕ ਦੇ ਕੋਲ ਜਥਾ ਰੋਕ ਦਿੱਤਾ। ਉੱਥੇ ਜਥਾ ਰੋਕ ਕੇ ਕਹਿਣ ਲੱਗੇ ਭਈ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਹੈ, ਤੁਸੀਂ ਇੱਥੇ ਰਹੋ। ਉਹ ਜਥਾ ਉੱਥੇ ਰੁਕ ਗਿਆ। ਬਾਬਾ ਲਹਿਣਾ ਜੀ ਦਰਸ਼ਨ ਕਰਨ ਚਲੇ ਗਏ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਨੇ ਤਾਂ ਕਰਤਾਰਪੁਰ ਸਾਹਿਬ ਖੱਬੇ ਵਾਲੇ ਪਾਸੇ ਵੀ 20-50 ਗੁਰੂ ਕੇ ਪਿਆਰੇ ਸੇਵਾ ਕਰ ਰਹੇ ਨੇ ਖੇਤਾਂ ਵਿੱਚ, ਤੇ ਸੱਜੇ ਪਾਸੇ ਵੀ 20-50 ਸੇਵਾ ਕਰ ਰਹੇ ਨੇ। ਹੁਣ ਪਤਾ ਨਹੀਂ ਲੱਗ ਰਿਹਾ ਵੀ ਗੁਰੂ ਨਾਨਕ ਸਾਹਿਬ ਕੌਣ ਨੇ, ਕਰਤਾਰਪੁਰ ਸਾਹਿਬ ਕਿੱਥੇ ਉਹਨਾਂ ਦਾ ਸਥਾਨ ਹੈ। ਨਵਾਂ ਵਸਿਆ ਨਗਰ ਹੈ, ਪਹਿਲਾਂ ਹੈ ਨਹੀਂ ਸੀ। ਉਦੋਂ ਉਹਨਾਂ ਨੇ ਸੋਚਿਆ ਵੀ ਕਿਸੇ ਨੂੰ ਦੂਰੋਂ ਬੁਲਾਵਾਂ। ਰਾਹ ਵਿੱਚ ਇੱਕ ਬਜ਼ੁਰਗ ਘਾਹ ਖੁਰਚ ਰਿਹਾ ਹੈ,
ਸੋਚਿਆ ਇਹਨੂੰ ਹੀ ਪੁੱਛ ਲਈਏ। ਬਜ਼ੁਰਗ ਦੇ ਕੋਲ ਜਾ ਕੇ ਘੋੜੇ ਦੇ ਉੱਤੇ ਉਵੇਂ ਚੜੇ ਹੋਏ ਨੇ, ਸਵਾਰ ਨੇ, ਕਰੀਬ 28 ਕੁ ਸਾਲਾਂ ਦੀ ਉਮਰ ਹੈ। ਉਵੇਂ ਕਹਿਣ ਲੱਗੇ, ਉਹ ਬਾਬਾ ਜੀ, ਥੱਲੇ ਬੈਠਾ ਬਜ਼ੁਰਗ ਹੱਥ ਝਾੜ ਕੇ ਖਲੋ ਗਏ। ਕਹਿੰਦੇ ਦੱਸੋ। ਕਹਿਣ ਲੱਗੇ ਇੱਥੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਬਜ਼ੁਰਗ ਬਾਬਾ ਜੀ ਬੋਲੇ, ਕਹਿਣ ਲੱਗੇ ਜਾਣਾ ਹੈ ਜਾਂ ਪੁੱਛਣਾ ਹੈ? ਕਹਿਣ ਲੱਗੇ ਕੀ ਮਤਲਬ? ਕਹਿਣ ਲੱਗੇ ਜੇ ਤਾਂ ਜਾਣਾ ਫਿਰ ਤਾਂ ਮੈਂ ਨਾਲ ਲੈ ਕੇ ਜਾਵਾਂਗਾ, ਮੈਂ ਛੱਡ ਕੇ ਆਉਣਾ, ਮੈਂ ਰਾਹਾਂ 'ਚ ਨਹੀਂ ਰਹਿਣ ਦਿੰਦਾ। ਜੇ ਪੁੱਛਣਾ ਹੈ ਤਾਂ ਤੇਰੀ ਮਰਜ਼ੀ, ਦੱਸ ਦੇਣਾ ਵੀ ਉਧਰ ਹੈ। ਦੋਏ ਤਰ੍ਹਾਂ ਦੇ ਲੋਕ ਆਉਂਦੇ ਨੇ, ਕੁਝ ਪੁੱਛਣ ਆਉਂਦੇ ਨੇ, ਕੁਝ ਜਾਣ ਵਾਸਤੇ ਆਉਂਦੇ ਨੇ। ਕਹਿਣ ਲੱਗੇ ਨਹੀਂ ਮੈਂ ਪੁੱਛਣਾ ਨਹੀਂ, ਮੈਂ ਤੇ ਜਾਣਾ ਹੈ। ਕਹਿਣ ਲੱਗੇ ਚੱਲ ਫਿਰ ਮੈਂ ਲੈ ਕੇ ਚੱਲਣਾ। ਘੋੜੇ ਦੀ ਲਗਾਮ ਪਕੜ ਲਈ। 28 ਸਾਲਾਂ ਦਾ ਜਵਾਨ ਘੋੜੇ ਤੇ ਬੈਠਾ ਹੈ। ਯਾਦ ਰੱਖਿਓ ਜੇ 62 ਸਾਲ ਦਾ ਬਜ਼ੁਰਗ ਘੋੜੇ ਦੀ ਲਗਾਮ ਪਕੜ ਕੇ ਤੁਰਿਆ। ਡੇਰੇ ਚਲੇ ਗਏ, ਜਾ ਕੇ ਬੇਨਤੀ ਕੀਤੀ, ਤੁਸੀਂ ਸਫ਼ਰ ਤੇ ਥੱਕੇ ਆਏ ਹੋ, ਹੱਥ ਮੂੰਹ ਮਿੱਟੀ ਨਾਲ ਘੋੜਿਆਂ ਤੇ ਸਵਾਰੀ ਕਰਦਿਆਂ ਕਈ ਵਾਰੀ ਡਸਟ ਪੈ ਜਾਂਦੀ ਹੈ, ਧੂੜ ਪੈ ਜਾਂਦੀ ਹੈ, ਤੁਸੀਂ ਹੱਥ ਮੂੰਹ ਸੁੱਚਾ ਕਰਕੇ ਸੁਚੇਤ ਹੋ ਕੇ ਉਹ ਸਾਹਮਣੇ ਧਰਮਸ਼ਾਲਾ ਵਿੱਚ ਆ ਜਾਇਓ। ਉਹ ਹੱਥ ਮੂੰਹ ਧੋ ਕੇ ਇੰਨੇ ਨੂੰ ਬਜ਼ੁਰਗ ਨੇ ਘੋੜਾ ਬੰਨ ਦਿੱਤਾ। ਉਹ ਜਦੋਂ ਅੰਦਰ ਗਏ, ਆ ਦਰਵਾਜ਼ੇ ਤੋਂ ਲੈ ਕੇ ਨਾ ਸਫ਼ਰ ਕਰਨਾ ਤੈ ਔਖਾ ਹੋ ਗਿਆ। ਵਿਸ਼ਵਾਸ ਨਾ ਆਵੇ। ਆਖਰ ਨਾਲ ਦੇ ਗੁਰੂ ਕੇ ਸਿੱਖਾਂ ਨੂੰ ਪੁੱਛਿਆ ਆਵਾਜ਼ ਮਾਰ ਕੇ, ਕਹਿਣ ਲੱਗੇ ਮੈਂ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ। ਕਹਿਣ ਲੱਗੇ ਉਹ ਤਖਤ ਤੇ ਗੁਰੂ ਨਾਨਕ ਸਾਹਿਬ ਹੀ ਬੈਠੇ ਨੇ। ਕਹਿੰਦੇ ਤਾਂ ਉਹ ਬਜ਼ੁਰਗ ਨੇ ਜਿਹੜੇ ਮੇਰੇ ਘੋੜੇ ਦੀ ਲਗਾਮ ਪਕੜ ਕੇ ਲੈ ਕੇ ਆਏ ਨੇ। ਕਹਿੰਦੇ ਬਸ ਫਿਰ ਇਹੀਓ ਗੁਰੂ ਨਾਨਕ ਨੇ। ਜਦੋਂ ਮੱਥਾ ਟੇਕਿਆ ਤਾਂ ਨਿਕਲ ਗਈਆਂ। ਸਤਿਗੁਰੂ, ਮੈਂ ਘੋੜੇ ਤੇ ਚੜ ਕੇ ਆਇਆ ਤੇ ਤੁਸੀਂ ਥੱਲੇ ਤੁਰ ਕੇ ਆਏ। ਸਭ ਤੋਂ ਵੱਡੀ ਬੇਅਦਬੀ ਮੈਂ ਕਰ ਲਈ ਅੱਜ। ਇਹ ਤੋਂ ਵੱਡੀ ਬੇਅਦਬੀ ਕੌਣ ਕਰ ਸਕਦਾ? ਮੈਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਕਹੀ ਜਾਵਾਂਗਾ। ਬਹੁਤ ਵਾਰੀ ਦੇਖਨੇ ਆ ਭਾਵਨਾ ਵਾਲੇ ਗੁਰੂ ਕੇ ਸਿੱਖ ਪਿਛਲੇ ਪੈਰੀ ਤੁਰਦੇ ਨੇ ਵੀ ਮੈਂ ਗੁਰੂ ਵੱਲ ਪਿੱਠ ਨਾ ਕਰਾਂ। ਉਹ ਗੁਰੂ ਪਿਆਰਿਓ, ਗੁਰੂ ਕੋਲ ਆਓ ਤੇ ਸਹੀ। ਗੁਰੂ ਨਿੱਕੀਆਂ ਨਿੱਕੀਆਂ ਬੇਅਦਬੀਆਂ ਨਹੀਂ ਦੇਖਦਾ। ਗੁਰੂ ਨਾਨਕ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾਇਆ। ਕਹਿਣ ਲੱਗੇ ਇਹਨਾਂ ਗੱਲਾਂ ਨੂੰ ਛੱਡ, ਤੇਰਾ ਨਾਂ ਕੀ ਹੈ? ਕਹਿਣ ਲੱਗੇ ਮੇਰਾ ਨਾਂ ਹੈ ਲਹਿਣਾ। ਸਾਹਿਬ ਕਹਿੰਦੇ ਫਿਰ ਤਾਂ ਚੰਗਾ ਹੋਇਆ, ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ ਤੇ ਜਿਹਨਾਂ ਕਰਜ਼ ਦੇਣਾ ਹੁੰਦਾ ਉਹ ਤੁਰ ਕੇ ਹੀ ਜਾਂਦੇ ਨੇ। ਗੁਰੂ ਸ਼ਬਦ ਅੰਦਰ ਟਿਕ ਗਿਆ। ਗੁਰੂ ਦੇ ਦਰ ਦੀ ਸੇਵਾ ਕਰਨ ਲੱਗ ਪਏ। 7 ਸਾਲ ਸੇਵਾ ਕੀਤੀ, 1532 ਤੋਂ 1539 ਤੱਕ। ਅਸੀਂ ਸੇਵਾ ਦੀਆਂ ਸਾਖੀਆਂ ਤੇ ਬੜੀਆਂ ਸੁਣਾਉਂਦੇ ਆਂ, ਪਰ ਜਿਹੜੇ ਸ਼ਬਦ ਨੂੰ ਸੁਣ ਕੇ ਉਹ ਆਏ ਸਨ, ਉਹ ਸ਼ਬਦ ਦੀ ਅਸੀਂ ਗੱਲ ਨਹੀਂ ਕਰਦੇ। ਇੱਕ ਵਾਰੀ ਮੈਂ ਫਿਰ ਧਿਆਨ ਦਿਵਾਉਣਾ ਚਾਹੁੰਦਾ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਮਨ ਨੇ ਭਰੋਸਾ ਕਰ ਲਿਆ, ਉਹ ਸਾਹਿਬ ਤੇ ਮੈਨੂੰ ਮਿਲ ਗਿਆ, ਹੁਣ ਮੈਂ ਹੋਰ ਪਾਸੇ ਨਹੀਂ ਜਾਣਾ। ਸੁਨੇਹਾ ਭੇਜ ਦਿੱਤਾ, ਤੁਸੀਂ ਚਲੇ ਜਾਓ, ਮੈਂ ਨਹੀਂ ਹੁਣ ਦੇਵੀਆਂ ਦੇ ਜਾਣਾ, ਮੈਨੂੰ ਸਾਹਿਬ ਮਿਲ ਗਿਆ। ਜਿਹਦੀ ਸੇਵਾ ਕਰਿਆ ਸੁੱਖ ਮਿਲਦਾ, ਮਨ ਭਟਕਣਾ ਤੋਂ ਮੁਕਤ ਹੋ ਗਿਆ। ਸਾਡੇ ਵਾਂਗੂ ਨਹੀਂ ਮੱਥਾ ਟੇਕਿਆ, ਮੱਥਾ ਇਵੇਂ ਟੇਕ ਦਿੱਤਾ, ਇੱਕ ਵਾਰੀ ਟੇਕ ਦਿੱਤਾ ਫਿਰ ਟੇਕ ਦਿੱਤਾ। ਇਹ ਨਹੀਂ ਵੀ ਥੋੜਾ ਜਿਹਾ ਮੈਂ ਦੇਵੀਆਂ ਦਾ ਕੰਮ ਵੀ ਕਰੀ ਜਾਵਾਂ, ਥੋੜਾ ਜਿਹਾ ਸਿੱਖੀ ਨੂੰ ਵੀ ਕਮਾਈ ਜਾਵਾਂ। ਲੰਮਾ ਸਮਾਂ ਤੁਹਾਨੂੰ ਕਿਤੇ ਵਕਤ ਮਿਲਿਆ, ਜਿਹੜੀ ਜਪਜੀ ਸਾਹਿਬ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੇ ਸਮੁੱਚੇ ਜੀਵਨ ਵਿੱਚ ਉਚਾਰੀ ਹੋਈ ਹੈ। ਉਹ ਇੱਕ ਥਾਂ ਤੇ ਉਚਾਰੀ ਹੋਈ ਬਾਣੀ ਨਹੀਂ ਹੈ। ਉਹਦੀਆਂ ਸਾਰੀਆਂ ਪੌੜੀਆਂ ਇਕੱਠੀਆਂ ਕਰਕੇ ਅਖੀਰ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਉਹਨੂੰ ਸੰਪਾਦਿਤ ਕੀਤਾ, ਇੱਕ ਬਾਣੀ ਬਣਾਈ। ਇਹ ਬਾਣੀ ਬਾਬਾ ਲਹਿਣਾ ਜੀ ਨੇ ਕੋਲ ਬੈਠ ਕੇ ਬਣਵਾਈ ਸੀ। ਯਾਦ ਰੱਖਿਓ ਜੀ, ਆਖਰਕਾਰ ਵਕਤ ਆਇਆ, ਸੇਵਾ ਕਰਦਿਆਂ ਕਰਦਿਆਂ ਅੰਦਰ ਗੁਰੂ ਸ਼ਬਦ ਟਿਕਿਆ। ਬਚਨ ਆਉਂਦੇ ਨੇ ਗੁਰਬਾਣੀ ਵਿੱਚ, ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ, ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮਿਕਿਓਨ। ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖਿਓ ਜੇ ਕਿਉਨ, ਜਾਂ ਸਦੋਸ਼
ਤਾਂ ਲਹਿਣਾ ਟਿਕਿਓ ਨਾ। ਗੁਰੂ ਅੰਗਦ ਦੀ ਦੋਹੀ ਫਿਰੀ, ਸੱਚ ਕਰਤੇ ਬੰਦ ਬਹਾਲੀ। ਨਾਇਆ ਕਾਇਆ ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸਹਿ ਡਾਲੀ। ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਉਹ ਅੰਮ੍ਰਿਤਮਈ ਬਾਣੀ ਦੀ ਪੋਥੀ, ਇੱਕ ਪਲ ਮੈਂ ਤੁਹਾਡਾ ਇੱਥੇ ਲੈਣਾ, ਫਿਰ ਅੱਗੇ ਚੱਲਾਂਗੇ ਇੱਥੋਂ ਹੀ। ਗੁਰੂ ਨਾਨਕ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੁੰਦੀ ਸੀ ਨਾ, ਉਹਨੂੰ 5 ਗੁਰੂ ਕੇ ਸਿੱਖ ਲਿਖਿਆ ਕਰਦੇ ਸਨ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੇ ਬੋਲ ਨੇ, ਇੱਕ ਭਾਈ ਸੈਦੋਂ ਕੇਹੋ, ਇੱਕ ਭਾਈ ਸਿੰਘਾ, ਤੀਜਾ ਭਾਈ ਹੰਸੂ ਲੋਹਾਰ, ਚੌਥਾ ਭਾਈ ਭਗੀਰਥ, ਪੰਜਵਾਂ ਭਾਈ ਮਨਸੁਖ। ਗੁਰੂ ਨਾਨਕ ਸਾਹਿਬ ਜੀ ਜਦੋਂ ਵੀ ਉਦਾਸੀਆਂ ਤੋਂ ਵਾਪਸ ਆਉਂਦੇ ਸਨ ਤੇ ਉਹਨਾਂ ਦੀ ਅੰਮ੍ਰਿਤਮਈ ਬਾਣੀ ਪੋਥੀ ਦੇ ਰੂਪ ਵਿੱਚ ਤੇ ਉਹ 5 ਗੁਰੂ ਕੇ ਸਿੱਖ ਲਿਖਿਆ ਕਰਦੇ ਸਨ। ਉਹ ਸਮੁੱਚੀ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਨਾਲ ਇੱਕ ਗੱਲ ਕਹੀ, ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਦੇਖੋ ਇਹੋ ਜਿਹੇ ਧਰਮ ਕਰਮਾਂ ਲਈ ਉਦੋਂ ਬ੍ਰਾਹਮਣ ਆਇਆ ਕਰਦਾ ਸੀ। ਗੁਰੂ ਸਾਹਿਬ ਦੀ ਕਿੱਡੀ ਵੱਡੀ ਖੂਬੀ, ਬਾਬਾ ਬੁੱਢਾ ਜੀ ਨੂੰ ਕਿਹਾ ਵੀ ਤੁਸੀਂ ਅਰਦਾਸ ਕਰੋ, ਸਾਨੂੰ ਵਿਪਰ ਦੀ ਲੋੜ ਨਾ ਪਵੇ। ਗੁਰਗੱਦੀ ਤੇ ਬਿਠਾ ਦਿੱਤਾ। ਗੁਰੂ ਅੰਗਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਨੇ। ਹੁਣ ਇੱਥੇ ਕੁਦਰਤੀ ਗੱਲ ਹੈ, ਇੱਕ ਅੰਮ੍ਰਿਤਮਈ ਬਾਣੀ ਦਾ ਸ਼ਬਦ ਬੜਾ ਪਿਆਰਾ ਹੈ। ਤੁਸੀਂ ਬਹੁਤ ਵਾਰੀ ਪੜ੍ਹਦੇ ਹੋਵੋਗੇ, ਜੋ ਪਾਵੇ ਭਾਂਡੇ ਵਿੱਚ ਵਸਤ ਸ਼ਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਭਾਂਡੇ ਵਿੱਚ ਵਸਤੂ ਪਾਓਗੇ ਨਿਕਲਣੀ ਤੇ ਉਹੀ ਹੈ। ਤੁਸੀਂ ਕਿਸੇ ਬਾਟੇ ਵਿੱਚ ਦੁੱਧ ਪਾ ਦਿਓ ਤੇ ਦੁੱਧ ਹੀ ਨਿਕਲੇਗਾ। ਤੁਸੀਂ ਕਿਸੇ ਬਾਟੇ ਵਿੱਚ ਪਾਣੀ ਪਾ ਦਿਓ ਤੇ ਪਾਣੀ ਨਿਕਲੇਗਾ। ਅੰਮ੍ਰਿਤ ਪਾ ਦਿਓ ਤੇ ਅੰਮ੍ਰਿਤ ਨਿਕਲੇਗਾ। ਹੁਣ ਜਿਨ੍ਹਾਂ ਦੇ ਅੰਦਰ ਸ਼ਬਦ ਪਿਆ ਸੀ, ਉਹਨਾਂ ਦੇ ਅੰਦਰੋਂ ਵੀ ਸ਼ਬਦ ਨਿਕਲਣ ਲੱਗ ਪਏ। ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਕਿਤ ਨੇ। ਮੈਂ ਇੱਕ ਵਾਰੀ ਫੇਰ ਦੁਹਰਾਵਾਂ, ਗੁਰੂ ਨਾਨਕ ਸਾਹਿਬ ਜੀ ਦੇ 19 ਰਾਗਾਂ ਵਿੱਚ 947 ਸ਼ਬਦ। ਅੱਜ ਮੈਨੂੰ ਤੁਹਾਡੀ ਬੜੀ ਲੋੜ ਪੈਣੀ ਹੈ ਕਈ ਥਾਵਾਂ ਤੇ। ਗੁਰੂ ਨਾਨਕ ਸਾਹਿਬ ਜੀ ਦੇ 19 ਰਾਗ। ਬੋਲੋ, ਗੁਰੂ ਨਾਨਕ ਸਾਹਿਬ ਜੀ ਦੇ। ਤੁਹਾਡੀ ਗੁਰੂ ਨਾਲ ਬਣਦੀ ਨਹੀਂ। ਇੰਨਾ ਤਾਂ ਹੌਕਾ ਜਾਂ ਉਹਦੇ ਨਾਲ ਬੋਲੀ ਦਾ ਜਿਹਦੇ ਨਾਲ ਬਣਦੀ ਨਾ ਹੋਵੇ। ਜੇ ਗੁਰੂ ਨਾਲ ਬਣਦੀ ਹੈ ਤਾਂ ਫਿਰ ਖੁੱਲ ਕੇ ਕਹੋ। ਗੁਰੂ ਨਾਨਕ ਸਾਹਿਬ ਨੇ ਕਿੰਨੇ ਰਾਗ ਵਰਤੇ? 19 ਰਾਗ, ਭੁੱਲਿਓ ਨਾ ਜੀ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਾਣੀ ਵਿੱਚ ਕਿੰਨੇ ਸ਼ਬਦ ਨੇ? 947। ਬੋਲੋ, 947। ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਨੇ। ਉਹਨਾਂ ਦੇ ਅੰਦਰ ਬਾਣੀ ਗਈ ਤੇ ਅੰਦਰੋਂ ਫਿਰ ਬਾਣੀ ਪ੍ਰਗਟ ਹੋਈ। ਉਹਨਾਂ ਦੇ 63 ਸ਼ਲੋਕ ਨੇ। ਗੁਰੂ ਗ੍ਰੰਥ ਸਾਹਿਬ ਚ 22 ਵਾਰਾਂ ਨੇ। ਉਹਨਾਂ ਦੇ ਜਿਹੜੇ ਸ਼ਲੋਕ ਨੇ ਉਹ 9 ਵਾਰਾਂ ਦੇ ਨਾਲ ਅੰਕਿਤ ਹੋ ਗਏ। ਬੜੇ ਗੁਰੂ ਕੇ ਸਿੱਖ ਪਾਠ ਕਰਨ ਵਾਲੇ ਬੈਠੇ ਨੇ, ਤੁਹਾਨੂੰ ਪਤਾ ਹੋਵੇਗਾ। ਅਖੀਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਹੈਡਿੰਗ ਆਉਂਦਾ ਹੈ, ਸ਼ਲੋਕ 12 ਤੇ ਵਧੇਕ। ਜਿਹੜੇ 12 ਤੋਂ ਵਧੇ ਹੋਏ ਸ਼ਲੋਕ ਨੇ ਉਹ ਸਤਿਗੁਰੂ ਜੀ ਨੇ ਉੱਥੇ ਅੰਕਿਤ ਕੀਤੇ। ਤੁਸੀਂ ਕਦੇ ਧਿਆਨ ਮਾਰ ਕੇ ਦੇਖਿਓ, ਗੁਰੂ ਨਾਨਕ ਸਾਹਿਬ ਜੀ ਦੇ 33 ਸ਼ਲੋਕ ਨੇ। ਉਸ ਤੋਂ ਬਾਅਦ ਵਿੱਚ ਸ਼ਲੋਕ ਮਹਿਲਾ ਦੂਜਾ ਆਉਣਾ ਚਾਹੀਦਾ, ਪਰ ਆਉਂਦਾ ਸ਼ਲੋਕ ਮਹਿਲਾ ਤੀਜਾ। ਕਿਉਂਕਿ ਗੁਰੂ ਅੰਗਦ ਸਾਹਿਬ ਦੇ 63 ਤੇ 63 ਸ਼ਲੋਕ ਨੇ ਜਿਹੜੇ ਉਹ 9 12 ਦੇ ਨਾਲ ਅੰਕਿਤ ਹੋ ਗਏ। ਸ਼ਲੋਕ ਬਚੇ ਹੀ ਨਹੀਂ ਉਹਨਾਂ ਤੋਂ, 12 ਤੋਂ ਵਧੇਕ ਹੈ ਹੀ ਨਹੀਂ ਉਹਨਾਂ ਦੇ। ਮੈਂ ਅੱਗੇ ਗੱਲ ਤੋਰਾਂ। ਹੁਣ ਗੁਰੂ ਅੰਗਦ ਸਾਹਿਬ ਜੀ ਦੇ ਦਿਲ ਵਿੱਚੋਂ ਵੀ ਉਹਨਾਂ ਅੰਮ੍ਰਿਤ ਬਚਨਾਂ ਵਿੱਚੋਂ ਕੁਝ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਸਭ ਤੋਂ ਪਹਿਲੀ ਗੱਲ, ਗੁਰੂ ਅੰਗਦ ਸਾਹਿਬ ਜੀ ਨੇ ਬੜਾ ਇਸ ਗੱਲ ਤੇ ਜ਼ੋਰ ਦਿੱਤਾ ਵੀ ਵੇਖਿਓ ਕਿਤੇ ਗੁਰੂ ਕੋਲ ਟੁੱਟੇ ਨਾ ਰਹਿ ਜਾਇਓ। ਗੁਰੂ ਕੋਲ ਟੁੱਟੇ ਨਾ ਰਹਿ ਜਾਇਓ। ਉਹਨਾਂ ਦੇ ਬੋਲ ਪੜ੍ਹਦੇ ਹੋ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹਨਾਂ ਦਾ ਅੰਮ੍ਰਿਤ ਬਚਨ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਕਹਿਣ ਲੱਗੇ ਜੇ ਕਿਤੇ ਅੰਤਰ ਆਤਮੇ ਗੁਰੂ ਨਾਲ ਗੁਰ ਕੁੰਜੀ
ਤੁਸੀਂ ਦੇਖਿਆ ਹੋਵੇਗਾ ਕੁੰਜੀ ਚਾਬੀ ਬਹੁਤ ਛੋਟੀ ਹੁੰਦੀ ਹੈ, ਪਰ ਦੇਖੋ ਮਨੁੱਖ ਤੇ ਕਿੰਨਾ ਭਰੋਸਾ ਕਰਦਾ ਹੈ। ਗੁਰ ਕੁੰਜੀ ਪਾਹੁਲ ਨਿਬਲ, ਪਾਹੁਲ ਨਿਬਲ ਦਾ ਅਰਥ ਹੈ ਮਾਇਆ ਦਾ ਜਿੰਦਰਾ ਲੱਗਿਆ ਹੋਇਆ। ਗੁਰ ਕੁੰਜੀ ਪਾਹੁਲ ਨਿਬਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਮੈਂ ਇੱਕ ਬੇਨਤੀ ਕਰਦੇ ਆ, ਆਹ ਪੰਕਤੀ ਵੀ ਤੁਸੀਂ ਧਿਆਨ ਨਾਲ ਪੜਿਓ ਜੇ। ਅਵਰ ਨਾ ਕੁੰਜੀ ਹੱਥ, ਬੋਲੋ ਅਵਰ ਨਾ ਕੁੰਜੀ ਹੱਥ। ਇੱਕ ਵਾਰੀ ਫਿਰ ਬੋਲੋ ਅਵਰ ਨਾ ਕੁੰਜੀ। ਤੇ ਅੱਜ ਤੋਂ ਬਾਅਦ ਕਿਸੇ ਲੱਭਣ ਜਾਓਗੇ, ਆਨੰਦ ਤੇ ਇਸ ਗੱਲ ਦਾ ਵੀ ਹੁਣ ਅਸੀਂ ਗੁਰੂ ਨਾਲ ਜੁੜ ਜਾਈਏ। ਕੁੰਜੀ ਤਾਂ ਗੁਰੂ ਕੋਲ ਹੈ, ਤੇ ਆਪਾਂ ਕਿੱਥੇ ਲੱਭਦੇ ਫਿਰ ਰਹੇ। ਉਹ ਕਿੱਡਾ ਬੰਦਾ ਅਣਜਾਣ ਹੋਏਗਾ ਜਿਹਨੂੰ ਮਾਂ ਦੱਸ ਕੇ ਗਈ ਹੋਵੇ ਵੀ ਮੈਂ ਕੁੰਜੀ ਚਾਬੀ ਇੱਥੇ ਰੱਖ ਕੇ ਚੱਲੀ ਹੈ, ਤੇ ਉਹ ਭਾਲਦਾ ਫਿਰਦਾ ਹੋਵੇ ਹੋਰ ਥਾਵਾਂ ਤੇ। ਖੈਰ ਅੱਗੇ ਚੱਲੀਏ। ਜਦੋਂ ਗੁਰੂ ਮਿਲਦਾ ਹੈ, ਫਿਰ ਗੁਰੂ ਮਿਲ ਕੇ ਗੁਰੂ ਨੂੰ ਮਿਲਣਾ ਕੀ ਹੈ, ਇਹ ਵੀ ਗੁਰੂ ਅੰਗਦ ਸਾਹਿਬ ਦੇ ਸ਼ਲੋਕਾਂ ਚੋਂ ਮਿਲਦਾ ਹੈ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਕਹਿੰਦੇ ਆ ਮਿਲਣਾ ਨਹੀਂ ਹੁੰਦਾ ਜਿਹੜਾ ਆਪਾਂ ਰੋਜ਼ ਮਿਲਦੇ। ਇੱਕ ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਸਾਡੇ ਬੂਹੇ ਦੇ ਉੱਤੇ ਬਹੁਤ ਲੋਕ ਆਉਂਦੇ ਨੇ, ਖਾਸ ਕਰਕੇ ਪੋਸਟਮੈਨ ਤਾਂ ਬਹੁਤ ਵਾਰੀ ਆਉਂਦਾ ਹੈ। ਹੋਰ ਅੱਜ ਤੇ ਐਮਾਜ਼ੋਨ ਤੋਂ ਕਈ ਕੁਝ ਆਪਾਂ ਮੰਗਵਾਉਨੇ ਆ ਤੇ ਉਹ ਬੂਹੇ ਤੱਕ ਆਉਂਦੇ ਨੇ, ਸਮਾਨ ਦੇ ਕੇ ਚਲੇ ਜਾਂਦੇ ਨੇ। ਭਲਾ ਉਹਨਾਂ ਨੂੰ ਆਪਾਂ ਅੰਦਰ ਕਿਉਂ ਨਹੀਂ ਵੜਦੇ? ਕਿਉਂਕਿ ਉਹਨਾਂ ਨਾਲ ਗਹਿਰੀ ਜਾਣ ਪਛਾਣ ਨਹੀਂ ਹੈ। ਪਰ ਜਿਹੜਾ ਆਪਣਾ ਕੋਈ ਹੋਵੇ, ਉਹ ਬੂਹੇ ਤੋਂ ਮੁੜ ਜਾਏ, ਅਸੀਂ ਨਾਰਾਜ਼ ਹੋ ਜਾਂਦੇ ਆ ਵੀ ਜੇ ਅੰਦਰ ਆ ਕੇ ਕੱਪ ਚਾਹ ਦਾ ਨਾ ਪੀਤਾ ਮੈਂ ਨਾਰਾਜ਼ ਹੋ ਜਾਵਾਂਗਾ। ਉਹ ਗੁਰੂ ਕਿਉਂ ਸਿੱਖੋ, ਸਵੇਰੇ ਵੀ ਸੋਦਰ ਪੜ੍ਹਦੇ ਹੋ ਜਪਜੀ ਸਾਹਿਬ ਦੇ ਵਿੱਚ, ਰਾਤ ਨੂੰ ਵੀ ਸੋਦਰ ਪੜ੍ਹਦੇ ਹੋ। ਵੇਖਿਓ ਕਿਤੇ ਜਿਵੇਂ ਪੋਸਟਮੈਨ ਬੂਹੇ ਤੋਂ ਮੁੜ ਜਾਂਦਾ, ਰੋਜ਼ ਗੁਰੂ ਦੇ ਬੂਹੇ ਤੋਂ ਨਾ ਮੁੜਿਓ। ਗੁਰੂ ਨਾਲ ਜਾਣ ਪਛਾਣ ਬਣਾ ਲਿਓ। ਗੁਰੂ ਤੇ ਬਾਹ ਪਕੜ ਕੇ ਸਾਨੂੰ ਅੰਦਰ ਲੈ ਜਾਏ। ਪੁੱਤ ਮੈਂ ਤੈਨੂੰ ਐਵੇਂ ਨਹੀਂ ਮੁੜਨ ਦੇਣਾ, ਤੂੰ ਮੇਰੇ ਘਰ ਆਇਆ, ਮੈਂ ਤੈਨੂੰ ਐਵੇਂ ਕਿਵੇਂ ਮੁੜਨ ਦੇ ਦਿਆਂ। ਯਾਦ ਰੱਖਿਓ ਦਹਿਲੀਜ਼ਾਂ ਤੇ ਕਦੇ ਰਿਸ਼ਤੇ ਨਹੀਂ ਜੁੜਦੇ, ਰਿਸ਼ਤੇ ਘਰ ਵਿੱਚ ਹੀ ਜੁੜਦੇ ਨੇ। ਸੋਦਰ ਤੇ ਪਹੁੰਚ ਜਾਂਦੇ ਹੋ, ਅਗਲੀ ਤਾਂ ਲੈਨ ਸੋ ਘਰ ਦੀ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਘਰ ਨਾਲ ਜਾਣ ਪਛਾਣ ਬਣਾ ਲਈਏ। ਮੈਂ ਅੱਗੇ ਚੱਲਾਂ। ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਮਿਲਿਆ ਹੋਇਆ ਤਾਂ ਉਹ ਹੈ ਜਿਹੜਾ ਅੰਤਰਾਤਮੇ ਮਿਲ ਜਾਏ। ਅਗਲੀ ਪੰਕਤੀ ਹੈ, ਅਗਲੇ ਸ਼ਲੋਕ ਨੇ ਬੜੇ ਪਿਆਰੇ। ਜੋ ਸਿਰ ਸਾਈ ਨਾ ਨਿਭੈ, ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਕਹਿੰਦੇ ਇੰਨਾ ਚਿਰ ਹੋ ਗਿਆ ਤੈਨੂੰ ਗੁਰੂ ਕੋਲ ਆਉਂਦੇ ਆ, ਜੇ ਤੇਰੇ ਅੰਦਰ ਗੁਰੂ ਦੇ ਮਿਲਾਪ ਦੀ ਤੜਫ ਹੀ ਪੈਦਾ ਨਹੀਂ ਹੋਈ, ਫਿਰ ਸੱਜਣਾ ਜੇ ਬੜੀ ਦੂਰ ਬੈਠਾ ਹੈ। ਗੁਰੂ ਚਰਨਾਂ ਵਿੱਚ ਜੁੜ। ਅਗਲੇ ਸ਼ਲੋਕ ਸਾਂਝੇ ਕਰਨਾ ਚਾਹੁੰਦਾ। ਏਕ ਨੇਹੀ ਆਸ਼ਕੀ, ਆ ਕਦੀ ਆਸ਼ਕੀ ਹੈ? ਏਕ ਨੇਹੀ ਆਸ਼ਕੀ, ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਢ ਹੀ ਹੈ, ਜੇ ਸਦਗੀ ਰਹੇ ਸਮਾਏ। ਆਸ਼ਕ ਤਾਂ ਉਹ ਹੈ ਜਿਹੜਾ ਇੱਕ ਨਾਲ ਇਸ਼ਕ ਕਰਦਾ ਹੈ, ਉਹਦੀ ਨਜ਼ਰ ਵਿੱਚ ਕੋਈ ਦੂਜਾ ਆਉਂਦਾ ਹੀ ਨਹੀਂ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਗੁਰੂ ਅੰਗਦ ਸਾਹਿਬ ਜੀ ਅਤੇ ਸ਼ਬਦ ਦੀ ਕਿੱਡੀ ਵੱਡੀ ਸਾਂਝ ਹੈ। ਉਹਨਾਂ ਨੇ ਕਿੱਡੀ ਵੱਡੀ ਕਿਰਪਾ ਕੀਤੀ, ਰਹਿਮਤ ਬਖਸ਼ਿਸ਼ ਕੀਤੀ। ਏਕ ਨੇ ਹੀ ਆਸ਼ਕੀ, ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਢੀ ਹੈ, ਸਦਗੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੇ। ਜਿਹੜਾ ਬੰਦਾ ਆਪਣੇ ਪੱਖ ਵਿੱਚ ਚੰਗਾ ਹੋਇਆ ਉਹਨੂੰ ਤੇ ਚੰਗਾ ਕਹਿੰਦਾ ਹੈ। ਮੰਦਾ ਹੋਏ ਜਿਹੜਾ ਸੋਚਦਾ ਮੇਰੇ ਨਾਲ ਮੇਰੀ ਮਰਜ਼ੀ ਅਨੁਸਾਰ ਨਹੀਂ ਹੋਇਆ, ਇਹ ਗਲਤ ਹੋਇਆ। ਅਸੀਂ ਬਹੁਤ ਵਾਰੀ ਕਹਿ ਦਿੰਦੇ ਵੀ ਪਤਾ ਨਹੀਂ ਰੱਬ ਦਾ ਮੈਂ ਕੀ ਬੁਰਾ ਕੀਤਾ ਹੈ। ਆਸ਼ਕ ਉਹ ਨਹੀਂ ਹੁੰਦਾ, ਉਹ ਨਹੀਂ ਸਿਆਣਾ ਹੁੰਦਾ। ਸਾਹਿਬ ਆਖਦੇ ਨੇ, ਕਹਿੰਦੇ ਚੰਗੇ ਚੰਗਾ ਕਰ ਮੰਨੈ, ਮੰਦਾ ਹੋਏ। ਆਸ਼ਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਕਹਿੰਦੇ ਉਹ ਕਾਹਦਾ ਆਸ਼ਕ ਹੈ, ਉਹ ਕਾਹਦਾ ਪ੍ਰੀਤਵਾਨ ਹੈ, ਜਿਹੜਾ ਲੇਖਾ ਹੀ ਕਰਦਾ ਰਹਿੰਦਾ ਵੀ ਮੈਂ ਕੀ ਦਿੱਤਾ ਤੇ ਮੈਨੂੰ ਕੀ ਮਿਲਿਆ। ਪ੍ਰੀਤ ਦੀ ਦੁਨੀਆ 'ਚ ਕਦੇ ਹਿਸਾਬ ਕਿਤਾਬ ਨਹੀਂ ਹੁੰਦੇ ਸਜਣੋ।
आखिर 63 ਸ਼ਲੋਕ ਗੁਰੂ ਅੰਗਦ ਸਾਹਿਬ ਜੀ ਨੇ ਅੰਕਿਤ ਕਰਕੇ ਸਮੁੱਚੀ ਬਾਣੀ ਦਾ ਖਜ਼ਾਨਾ ਤਿਆਰ ਕਰ ਲਿਆ। ਅਗਲੀ ਗੱਲ ਬਹੁਤ ਤਵੱਜੋ ਦੇ ਕੇ ਸੁਣਿਓ, ਤੇ ਮੈਂ ਆਪਣੀਆਂ ਧੀਆਂ ਬੱਚੀਆਂ ਨੂੰ ਬੇਨਤੀ ਕਰਾਂਗਾ ਵੀ ਹੁਣ ਤੁਹਾਨੂੰ ਮੇਰਾ ਸਾਥ ਦੇਣਾ ਪੈਣਾ, ਕਿਉਂਕਿ ਅੱਜ ਦੀ ਕਥਾ ਹੀ ਇਹੋ ਜਿਹੀ ਜਿਹੜੀ ਮੈਂ ਇਕੱਲਾ ਨਹੀਂ ਕਰ ਸਕਦਾ। ਤੁਸੀਂ ਦੇਖਿਆ ਹੋਵੇਗਾ ਬਹੁਤਾਤ ਵਾਰੀ ਅਸੀਂ ਇਹ ਗੱਲ ਭੁਲੇਖੇ ਵਿੱਚ ਕਹਿ ਜਾਂਦੇ, ਗੁਰੂ ਅੰਗਦ ਸਾਹਿਬ ਜੀ ਨੇ ਲਿਪੀ ਬਣਾਈ ਹੈ, ਗੁਰਮੁਖੀ ਨਹੀਂ ਬਣਾਈ। ਯਾਦ ਰੱਖਿਓ ਜੇ, ਸ਼ੇਖ ਫਰੀਦ ਦੀ ਬਾਣੀ ਪੰਜਾਬੀ 'ਚ ਹੈ। ਸ਼ੇਖ ਫਰੀਦ ਦਾ ਜਨਮ 1173 ਵਿੱਚ ਹੋਇਆ ਹੈ। ਇਹਦਾ ਮਤਲਬ ਅੱਖਰ ਤਾਂ ਪਹਿਲਾਂ ਸਨ, ਅੱਖਰ 35 ਪਹਿਲਾਂ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਸਮਾਂ ਪਹਿਲਾਂ 35 ਅੱਖਰ ਸਨ, ਪਰ ਗੁਰੂ ਨਾਨਕ ਸਾਹਿਬ ਨੇ ਇੱਕ ਇਸ਼ਾਰਾ ਕਰ ਦਿੱਤਾ ਸੀ ਬਾਣੀ ਵਿੱਚ। 3 ਇਸ਼ਾਰੇ ਸਾਨੂੰ ਮਿਲਦੇ ਨੇ। ਸਭ ਤੋਂ ਪਹਿਲਾ ਇਸ਼ਾਰਾ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜਦੋਂ ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ, ਉਹਦੀਆਂ ਕੁਝ ਚੀਜ਼ਾਂ ਬਰਬਾਦ ਕੀਤੀਆਂ ਜਾਂਦੀਆਂ ਨੇ, ਸਭ ਤੋਂ ਪਹਿਲਾ ਵਾਰ ਉਹਦੀ ਬੋਲੀ ਤੇ ਹੁੰਦਾ ਹੈ। ਬੋਲੀਓ ਨਹੀਂ ਸਮਝੋਗੇ ਤੇ ਫਿਰ ਕੀ ਗੱਲਬਾਤ ਸਾਂਝ ਬਣੇਗੀ। ਗੁਰੂ ਨਾਨਕ ਸਾਹਿਬ ਨੇ ਬਚਨ ਆਖੇ, ਕਹਿਣ ਲੱਗੇ ਘਰ ਘਰ ਲੋਕੀ ਮੀਆਂ ਕਹਿਣ ਲੱਗ ਪਏ। ਬੋਲੀ ਦਾ ਪ੍ਰਭਾਵ ਬਦਲ ਗਿਆ, ਪੰਜਾਬ ਦੀ ਬੋਲੀ ਛੱਡ ਦਿੱਤੀ ਇਹਨਾਂ ਨੇ। ਜਾਂ ਦੂਜਾ ਇਸ਼ਾਰਾ ਹੈ, ਖੱਤਰੀਆਂ ਤਾਂ ਧਰਮ ਛੋਟਿਆ ਮਲੇਸ਼ ਭਾਖਿਆ ਗਹੀ, ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਤੀਜਾ ਇਸ਼ਾਰਾ ਮਿਲਦਾ ਹੈ, ਜਦੋਂ ਬਾਬਰ ਨੇ ਹਮਲਾ ਕੀਤਾ ਉਦੋਂ ਲੋਕ ਬਾਬਰ ਦੀ ਬੋਲੀ ਬੋਲਣ ਲੱਗ ਪਏ। ਉਹਦਾ ਵੀ ਇਸ਼ਾਰਾ ਸਾਨੂੰ ਗੁਰਬਾਣੀ ਚੋਂ ਮਿਲਦਾ ਹੈ। ਬਾਬਰ ਬਾਣੀ ਫਿਰ ਗਈ, ਬਾਬਰ ਦੀ ਬਾਣੀ, ਬਾਬਰ ਦੇ ਬੋਲਾਂ ਦਾ ਅਸਰ ਹੋ ਗਿਆ, ਕੋਇਰ ਨਾ ਰੋਟੀ ਖਾਏ। ਹੁਣ ਗੁਰੂ ਅੰਗਦ ਸਾਹਿਬ ਜੀ ਨੇ ਗੱਲ ਸੋਚੀ ਵੀ ਮੈਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਦੇ ਕੇ ਜਾਣੀ, ਸਿੱਖਾਂ ਨੂੰ ਭਾਸ਼ਾ ਦੇ ਕੇ ਜਾਣੀ ਹੈ। ਹੁਣ ਗੁਰੂ ਅੰਗਦ ਸਾਹਿਬ ਜੀ ਨੇ ਇਹ ਲਿਪੀ ਬਣਾਈ। ਲਿਪੀ ਕੀ ਹੁੰਦੀ ਹੈ? ਲਿਪੀ ਕੀ ਹੁੰਦੀ ਹੈ? ਲਿਪੀ ਹੁੰਦੀ ਕਿਸੇ ਚੀਜ਼ ਨੂੰ ਲਿਖਣ ਦਾ ਢੰਗ। ਤੁਸੀਂ ਕਦੇ ਵਕਤ ਮਿਲਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 2 ਪੱਟੀਆਂ ਨੇ। ਗੁਰੂ ਨਾਨਕ ਸਾਹਿਬ ਦੀ ਜਿਹੜੀ ਪੱਟੀ ਹੈ ਉਹ ਸ਼ੁਰੂ ਹੁੰਦੀ ਹੈ ਸੱਸੇ ਅੱਖਰ ਤੋਂ, ਸੱਸਾ ਸੋਏ ਸ੍ਰਿਸ਼ਟ ਜਨ ਸਾਜੀ। ਜਿਹੜੀ ਉਹ ਸਮਾਪਤੀ ਹੁੰਦੀ ਹੈ ਹੁੰਦੀ ਆੜੇ ਅੱਖਰ ਤੇ ਹੈ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਲਿਪੀ ਕੀ ਚੀਜ਼ ਹੈ? ਬੜਾ ਧਿਆਨ ਦੇ ਕੇ ਸੁਣਿਓ ਅੱਜ ਦੀ ਗੱਲ ਨੂੰ, ਮੈਂ ਵਾਰ-ਵਾਰ ਅੱਜ ਤੁਹਾਡਾ ਸਾਥ ਮੰਗਣਾ ਹੈ। ਤੁਸੀਂ ਇੰਗਲਿਸ਼ ਵਿੱਚ ਪੜ੍ਹਦੇ ਹੋ, ਵਾਵਲ ਅੱਖਰ ਹੁੰਦੇ ਨੇ। ਇੰਗਲਿਸ਼ ਵਿੱਚ 5 ਅੱਖਰ ਵਾਵਲ ਨੇ, AIOU। ਵਾਵਲ ਕੀ ਹੁੰਦੇ ਨੇ? ਉਹਨੂੰ ਪੰਜਾਬੀ ਚ ਸਵਰ ਕਹਿੰਦੇ ਨੇ। ਵਾਵਲ ਕੀ ਹੁੰਦੇ ਨੇ? ਵਾਵਲ 26 ਅੱਖਰਾਂ ਚੋਂ 5 ਵਾਵਲ ਕਿਉਂ ਕੱਢੇ? ਵਾਵਲ ਉਹਨੂੰ ਕਹਿੰਦੇ ਨੇ ਜਿਹਦੇ ਬੋਲਣ ਲੱਗਿਆ ਕੋਈ ਅੰਗ ਟੱਚ ਨਾ ਕਰੇ। ਤੁਸੀਂ ਆਰਾਮ ਨਾਲ ਘਰੇ ਜਾ ਕੇ ਪ੍ਰੈਕਟਿਸ ਕਰਕੇ ਦੇਖ ਲੈਣਾ। AOIU ਇਹਨਾਂ ਦੇ ਬੋਲਿਆ ਕੋਈ ਅੰਗ ਟੱਚ ਨਹੀਂ ਕਰਦਾ, ਇਹਨੂੰ ਵਾਵਲ ਕਹਿੰਦੇ ਨੇ। ਪੰਜਾਬੀ ਦੇ ਵਿੱਚ 5 ਵਾਵਲ ਨੇ। ਪੰਜਾਬੀ ਚ 5 ਵਾਵਲ ਨੇ। ਜਿਹੜੀਆਂ ਪਹਿਲੀਆਂ 3 ਆਵਾਜ਼ਾਂ ਨੇ, ਓ ਆ ਈ, ਬੜਾ ਕੀਮਤੀ ਵਿਰਸਾ ਹੈ ਗੁਰੂ ਅੰਗਦ ਸਾਹਿਬ ਦਾ। ਮੈਂ ਅੱਜ ਤਾਂ ਬਾਰ-ਬਾਰ ਬੇਨਤੀ ਕਰਨਾ, ਓ ਆ ਈ ਇਹਦੇ ਬੋਲਣ ਲੱਗਿਆ ਕੋਈ ਅੰਗ ਟੱਚ ਨਹੀਂ ਕਰਦਾ। ਇਹ ਤਾਂ ਪਹਿਲੀ ਲਾਈਨ ਚ ਨੇ। ਫਿਰ ਉਸ ਤੋਂ ਅੱਗੇ ਸੱਸਾ ਤੇ ਹਾ। ਸੱਸੇ ਦੀ ਕੀ ਸਾਊਂਡ ਹੈ? ਸਾ ਹਾ। ਸ਼ਾ ਕਹਿਣ ਲੱਗਿਆ ਥੋੜੀ ਜਿਹੀ ਜੀਭ ਨੇੜੇ ਹੁੰਦੀ ਹੈ ਪਰ ਟੱਚ ਨਹੀਂ ਕਰਦੀ, ਇਸ ਲਈ ਇਹ ਅੱਖਰ 2 ਅੱਗੇ ਨੇ। ਪਹਿਲੇ 3 ਵੱਖਰੇ ਨੇ, 2 ਇਹ ਨੇ। ਬਾਕੀ ਜਿੰਨੇ ਅੱਗੇ ਕੱਕੇ ਤੋਂ ਸ਼ੁਰੂ ਹੁੰਦੇ ਨੇ ਉਹ ਸਾਰੇ ਅੰਗ ਟੱਚ ਕਰਕੇ ਹੀ ਬਣ ਸਕਦੇ ਨੇ, ਉਸ ਤੋਂ ਬਿਨਾਂ ਨਹੀਂ ਬਣਦੇ। ਇਹ ਗੁਰੂ ਅੰਗਦ ਸਾਹਿਬ ਦੀ ਲਿਪੀ ਹੈ। ਹੁਣ ਮੈਂ ਥੋੜੀ ਜਿਹੀ ਫੇਰ ਦੁਬਾਰੇ ਤੁਹਾਨੂੰ ਖੇਚਲ ਦਿੰਦਾ, ਤੁਸੀਂ ਬੋਲ ਕੇ ਦੇਖਿਓ ਜੇ ਆਪਣੇ, ਭਾਵੇਂ, ਕਿਉਂਕਿ ਸਾਡਾ ਵਿਰਸਾ ਹੈ। ਅੱਜ ਪੰਜਾਬੀ ਦੇ ਉੱਤੇ ਕਿੰਨੇ ਵਾਰ ਹੋ ਰਹੇ ਨੇ। ਬੋਲੋ ਕੱਕਾ, ਖੁੱਲ ਕੇ ਬੋਲੋ ਕੱਕਾ। ਜਦੋਂ ਕੱਕਾ ਬੋਲੋਗੇ ਤੇ ਇੱਥੇ ਗਲੇ ਕੋਲੋਂ ਆਵਾਜ਼ ਆਏਗੀ।
ਹੁਣ ਦੇਖੋ ਅਗਲੀ ਲਾਈਨ ਹੈ, ਅਗਲੀ ਲਾਈਨ ਉਦੋਂ ਅੱਗੇ ਆ ਜਾਣਾ ਪਰ ਅਗਲੀ ਲਾਈਨ ਬੋਲੋ ਚੱਚਾ, ਕੱਕੇ ਤੋਂ ਹੁਣ ਅੱਗੇ ਆ ਗਏ ਚੱਚਾ। ਮਾਫ ਕਰਿਓ, ਅੱਜ ਮੈਂ ਤੁਹਾਡੇ ਨਾਲ ਹੋਰ ਤਰ੍ਹਾਂ ਦੀ ਵਿਚਾਰ ਸਾਂਝੀ ਕਰ ਰਿਹਾ, ਪਰ ਸਾਡਾ ਵਿਰਸਾ ਕੋਈ ਨਹੀਂ ਦੱਸਦਾ। ਫਿਰ ਬੋਲੋ ਕੱਕਾ, ਫਿਰ ਬੋਲੋ ਚੱਚਾ, ਫਿਰ ਬੋਲੋ ਟੈਂਕਾ, ਹੋਰ ਅੱਗੇ ਆ ਗਏ। ਦੇਖੋ ਕੱਕੇ ਤੋਂ, ਚੱਚੇ ਤੋਂ, ਟੈਂਕਾ, ਠੱਠਾ, ਡੱਡਾ, ਢੱਡਾ ਵਾਲੀ ਲਾਈਨ, ਹੋਰ ਅੱਗੇ ਆ ਗਏ। ਹੁਣ ਬੋਲੋ ਤੱਤਾ, ਹੋਰ ਅੱਗੇ ਆ ਗਏ। ਦੇਖੋ ਹੁਣ ਦੰਦਾਂ ਨਾਲ ਬੋਲਿਆ ਜਾ ਰਿਹਾ, ਹੁਣ ਤੱਤਾ, ਹੋਰ ਅੱਗੇ ਆ ਗਏ। ਹੁਣ ਇਸ ਤੋਂ ਅੱਗੇ ਬੋਲੋ ਪੱਪਾ, ਸਿਰਫ ਬੁੱਲਾਂ ਦੀ ਹਰਕਤ ਹੈ, ਬਾਕੀ ਸਾਰਾ ਪਿੱਛੇ ਖਾਲੀ ਹੈ। ਇਹ ਦੇਣ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹੈ, ਕਮਾਲ ਦੀ ਦੇਣ ਹੈ ਉਹਨਾਂ ਦੀ। ਜਿਹੜੇ ਬਾਕੀ ਸ਼ਬਦ ਵਿੱਚ ਅੰਕਿਤ ਹੋਏ ਨੇ ਉਹ ਫਾਰਸੀ ਦੇ ਪ੍ਰਭਾਵ, ਹੋਰਾਂ ਜ਼ਬਾਨਾਂ ਦੇ ਸ਼ਬਦ ਜਦੋਂ ਪੰਜਾਬੀ ਚ ਆਏ ਉਹ ਉਦੋਂ ਅੱਖਰਾਂ ਦੀ ਤਰਤੀਬ ਬਦਲੀ। ਨਹੀਂ, ਗੁਰੂ ਅੰਗਦ ਸਾਹਿਬ ਜੀ ਨੇ ਆਹ ਕੰਮ ਕੀਤਾ, ਜਿਹੜੇ ਅੱਖਰ ਇੱਕੋ ਜਗ੍ਹਾ ਤੇ ਬੋਲੇ ਜਾਂਦੇ ਨੇ ਉਹਨੂੰ ਇੱਕ ਲਾਈਨ ਵਿੱਚ ਕਰਕੇ ਲਿਪੀ ਬਣਾਈ। ਇਹ ਗੁਰੂ ਅੰਗਦ ਸਾਹਿਬ ਦੀ ਦੇਣ ਹੈ। ਅੱਜ ਸਾਰੀ ਦੁਨੀਆ ਵਿੱਚ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਗੁਰੂ ਅੰਗਦ ਸਾਹਿਬ ਦੇ ਕਿੱਡੇ ਮਹਾਨ ਪਰਉਪਕਾਰ ਨੇ। 35 ਅੱਖਰ ਉਹ ਨੇ ਜਿਨ੍ਹਾਂ ਨੂੰ ਤਰਤੀਬ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਪਹਿਲਾਂ ਇਹ ਤਰਤੀਬ ਨਹੀਂ ਸੀ, ਪਹਿਲਾਂ ਕੋਈ ਅੱਖਰ ਕਿਤੇ ਬੋਲਿਆ ਜਾਂਦਾ ਸੀ, ਕੋਈ ਕਿਤੇ ਬੋਲਿਆ ਜਾਂਦਾ ਸੀ। ਮੈਂ ਅਗਲੀ ਗੱਲ ਸ਼ੁਰੂ ਕਰਨਾ ਚਾਹੁੰਦਾ। ਸਤਿਗੁਰੂ ਜੀ ਨੇ ਸਾਰਾ ਖਜ਼ਾਨਾ ਤਿਆਰ ਕਰਕੇ ਉਦੋਂ ਬੱਚਿਆਂ ਨੂੰ ਸੰਭਾਲਣਾ ਸ਼ੁਰੂ ਕੀਤਾ। ਕਿੱਡੀ ਕਮਾਲ ਦੀ ਦੇਣ ਹੈ ਗੁਰੂ ਅੰਗਦ ਸਾਹਿਬ ਜੀ ਦੀ। ਅੱਜ ਅਸੀਂ ਇਸ ਗੱਲ ਨੂੰ ਭੁੱਲ ਗਏ, ਅਸੀਂ ਆਪਣੇ ਬੱਚਿਆਂ ਨੂੰ ਕੁਝ ਸਿਖਾਉਂਦੇ ਹੀ ਨਹੀਂ। ਔਰ ਮੈਂ ਆਪਣੀਆਂ ਭੈਣਾਂ ਨੂੰ ਫਿਰ ਬੇਨਤੀ ਕਰਨਾ ਚਾਹੁੰਦਾ, ਮੇਰੀ ਧੀਏ ਬੱਚਿਓ, ਜਦੋਂ ਤੁਸੀਂ ਗੁਰਦੁਆਰੇ ਆਉਂਦੇ ਹੋ ਤੇ ਗੁਰਦੁਆਰੇ ਆ ਕੇ ਕੀ ਕਰਦੀਆਂ ਨੇ ਬੱਚੀਆਂ? ਉਹ ਡਰਾਉਂਦੀਆਂ ਨੇ ਬੱਚਿਆਂ ਨੂੰ, ਆ ਬਾਬੇ ਨੇ ਤੈਨੂੰ ਫੜ ਲੈਣਾ। ਉਹ ਸਾਡੇ ਵਾਲੇ ਚੋਲੇ ਲੰਮੇ ਲੰਮੇ ਕੱਪੜੇ ਦੇਖ ਕੇ ਉਹਨੂੰ ਪਤਾ ਲੱਗ ਜਾਂਦੇ ਵੀ ਇਹ ਬੱਚੇ ਚੁੱਕਣ ਵਾਲਾ ਹੈ। ਉਹਨਾਂ ਸਾਡੇ ਕੋਲੋਂ ਕੀ ਸਿੱਖਣਾ, ਤੁਸੀਂ ਆਪ ਸੋਚੋ। ਇਹ ਨਾ ਕਿਹਾ ਕਰੋ ਵੀ ਇਹ ਬਾਬੇ ਨੇ ਤੈਨੂੰ ਫੜ ਲੈਣਾ, ਇਹ ਕਿਹਾ ਕਰੋ ਵੀ ਬੱਚਿਆ ਬੈਠ ਇਸ ਬਾਬੇ ਕੋਲ ਬੈਠ, ਇਹ ਤੈਨੂੰ ਤੇਰੇ ਬਾਬਾਣੀਆਂ ਕਹਾਣੀਆਂ ਸੁਣਾਏਗਾ, ਤੈਨੂੰ ਤੇਰੇ ਬਜ਼ੁਰਗਾਂ ਦੀਆਂ ਗੱਲਾਂ ਸੁਣਾਏਗਾ, ਤੈਨੂੰ ਪਿਓ ਦਾਦੇ ਦੇ ਖਜ਼ਾਨੇ ਨਾਲ ਸਾਂਝ ਪਾਏਗਾ। ਨੇੜਤਾ ਬਣਾਈਏ। ਗੁਰੂ ਅੰਗਦ ਸਾਹਿਬ ਜੀ ਨੇ ਬੱਚਿਆਂ ਦੀਆਂ ਕਲਾਸਾਂ ਲਿਆ ਕਰਦੇ ਸਨ ਤੇ ਜਦੋਂ 1540 ਸਨ ਵਿੱਚ ਗੁਰਗੱਦੀ ਮਿਲੀ, 1539 ਵਿੱਚ ਹਜੇ 1 ਸਾਲ ਹੋਇਆ ਸੀ, ਜਦੋਂ 1540 ਵਿੱਚ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਹਮਾਇਉਂ ਉਦੋਂ ਸ਼ੇਰ ਸ਼ਾਹ ਸੂਰੀ ਦੇ ਨਾਲ ਜੰਗ ਦੇ ਮੈਦਾਨ ਵਿੱਚੋਂ ਹਾਰ ਕੇ ਭੱਜ ਆਇਆ ਤੇ ਵੱਡੇ ਰਾਜੇ ਮਹਾਰਾਜਿਆਂ ਨੂੰ ਇਹ ਤਮੰਨਾ ਹੁੰਦੀ ਹੈ ਵੀ ਸਾਡੇ ਆਉਣ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਜਦੋਂ ਉਹਨਾਂ ਦੇ ਆਉਣ ਦਾ ਵਿਸ਼ੇਸ਼ ਸਨਮਾਨ ਨਾ ਕੀਤਾ ਗਿਆ, ਗੁਰੂ ਅੰਗਦ ਸਾਹਿਬ ਜੀ ਅਡੋਲ ਬੈਠੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਉਹਨਾਂ ਨੇ ਉਸੇ ਵੇਲੇ ਤਲਵਾਰ ਕੱਢੀ। ਸਤਿਗੁਰੂ ਜੀ ਨੇ ਬੜੇ ਸਹਿਜ ਨਾਲ ਸ਼ਬਦ ਆਖੇ, ਕਹਿਣ ਲੱਗੇ ਭਲਿਆ ਜੇ ਤੂੰ ਐਡਾ ਹੀ ਤਲਵਾਰ ਦਾ ਸੂਰਮਾ ਸੀ ਫਿਰ ਜੰਗ ਦੇ ਮੈਦਾਨ ਚੋਂ ਕਿਉਂ ਭੱਜ ਆਇਆ? ਜਿੱਥੇ ਤਲਵਾਰ ਚਲਾਉਣੀ ਸੀ, ਅੱਜ ਵੀ ਸਾਡੀ ਕੌਮ ਨੂੰ 2 ਸ਼ਬਦਾਂ ਦੀ ਬੜੀ ਲੋੜ ਹੈ। ਜਿੱਥੇ ਵਿਚਾਰ ਕਰਨੀ ਹੁੰਦੀ ਹੈ ਉੱਥੇ ਵਿਚਾਰ ਨੇ ਕੰਮ ਕਰਨਾ ਹੈ, ਜਿੱਥੇ ਤਲਵਾਰ ਨੇ ਕੰਮ ਕਰਨਾ ਉੱਥੇ ਤਲਵਾਰ ਨੇ ਕੰਮ ਕਰਨਾ ਹੈ। ਮੈਂ ਪਿਛਲੇ ਦਿਨਾਂ 'ਚ ਵੀ ਇੱਕ ਬੇਨਤੀ ਕੀਤੀ ਸੀ, ਦਰਬਾਰ ਸਾਹਿਬ ਕੀ ਹੈ? ਦਰਬਾਰ ਸਾਹਿਬ ਵਿਚਾਰ ਹੈ। ਅਕਾਲ ਤਖਤ ਕੀ ਹੈ? ਅਕਾਲ ਤਖਤ ਹਥਿਆਰ ਹੈ। ਤੁਸੀਂ ਦੇਖਿਆ, ਤੁਸੀਂ ਤਾਂ ਖੇਤੀ ਕਰਦੇ ਹੋ, ਤੁਹਾਡਾ ਤਾਂ ਬਹੁਤ ਗਹਿਰਾ ਸੰਬੰਧ ਹੈ। ਤੁਸੀਂ ਦੇਖਿਆ ਕਿਸੇ ਨੇ ਖੇਤ ਵਿੱਚ ਕੁਝ ਵੀ ਨਾ ਬੀਜਿਆ ਹੋਵੇ ਤੇ ਵਾੜ ਕਰ ਦੇਵੇ? ਲੁਣੇ ਖੇਤ ਹੱਥ ਵਾੜ ਕਰੇ? ਖਾਲੀ ਖੇਤ ਨੂੰ ਵਾੜ ਨਹੀਂ ਹੁੰਦੀ, ਵਾੜ ਉਸੇ ਖੇਤ ਨੂੰ ਹੁੰਦੀ ਜਿਹਦੇ ਵਿੱਚ ਤੁਸੀਂ ਕੀਮਤੀ ਬੀਜ ਬੀਜਿਆ। ਗੁਰੂ ਨੇ ਪਹਿਲਾਂ ਕੀਮਤੀ ਕਲਮਾਂ ਦਰਬਾਰ ਸਾਹਿਬ 'ਚ ਰੱਖੀਆਂ, ਫਿਰ ਅਕਾਲ ਤਖਤ ਬਣਾਇਆ ਵੀ ਹੁਣ ਤੁਹਾਡੀ ਕਲਮਾਂ ਦੀ ਰਾਖੀ ਅਕਾਲ ਤਖਤ ਬੈਠਾ ਹੈ। ਹੁਣ ਤੁਸੀਂ, ਤੁਹਾਨੂੰ ਕੋਈ ਬਦਲਣ ਤੇ ਮਜਬੂਰ ਕਰੇ, ਅਕਾਲ ਤਖਤ ਜਵਾਬ ਦੇਗਾ। ਜਦੋਂ ਕੋਈ ਵਿਚਾਰ ਕਰਨ ਆਉਂਦਾ ਹੈ ਉਦੋਂ ਅਸੀਂ ਕੜਾ ਪ੍ਰਸ਼ਾਦ ਦੇ ਕੇ ਤੋੜਦੇ ਹਾਂ, ਪਰ ਜੇ ਕੋਈ ਹਾਕਮ ਅਕਾਲ ਤਖਤ ਨਾਲ ਟੱਕਰਦਾ ਫਿਰ ਅਸੀਂ ਹੁਕਮਨਾਮੇ ਦੇ ਕੇ ਤੋੜਦੇ ਹਾਂ।
ਫਿਰ ਉਹਦੇ ਨਾਲ ਉਹ ਪਿਆਰ ਵਾਲੀ ਸਾਂਝ ਨਹੀਂ। ਮੈਂ ਗੱਲ ਨੇੜੇ ਕਰਦਿਆਂ ਸਮਾਂ ਹੋ ਗਿਆ। ਹੁਣ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਆਪਣੇ ਬੱਚਿਆਂ ਨੂੰ ਸੰਭਾਲਿਆ। ਹਮਾਯੂੰ ਨੇ ਆ ਕੇ ਤਲਵਾਰ ਕੱਢੀ, ਬਾਬਰ ਦੇ ਪੁੱਤਰ ਨੇ, ਤੇ ਗੁਰੂ ਸਾਹਿਬ ਨੇ ਆਖਿਆ ਭਲਿਆ ਜਿੱਥੇ ਤਲਵਾਰ ਕੱਢਣੀ ਸੀ ਉੱਥੋਂ ਭੱਜ ਆਇਆ, ਤੇ ਜਿੱਥੇ ਵਿਚਾਰ ਕਰਨੀ ਉੱਥੇ ਤਲਵਾਰਾਂ ਕੱਢੀ ਬੈਠਾ। ਹਮਾਯੂੰ ਦੇ ਖਾਨੇ ਗੱਲ ਪਈ, ਤਲਵਾਰ ਉਹਨੇ ਅੰਦਰ ਕੀਤੀ ਤੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਸੱਚ ਦੀ ਗੱਲ ਸੁਣੀ। ਗੁਰੂ ਅੰਗਦ ਸਾਹਿਬ ਜੀ ਨੇ 13 ਸਾਲ ਗੁਰਗੱਦੀ ਦੀ ਸੇਵਾ ਨਿਭਾਈ ਹੈ। ਔਰ ਇੱਥੇ ਹੀ ਬਸ ਨਹੀਂ, ਉਹਨਾਂ ਨੇ ਆਪਣੇ ਜੀਵਨ ਵਿੱਚ ਜਦੋਂ ਗੁਰਗੱਦੀ ਲੈ ਕੇ ਆਏ ਸਨ, ਉਦੋਂ ਹੀ ਇੱਕ ਗੱਲ ਬੜੀ ਸਾਂਝੀ ਕੀਤੀ ਸੀ। ਸਾਡੇ ਸਮਾਜ ਵਿੱਚ ਇੱਕ ਰੀਤ ਹੈ, ਅੱਜ ਵੀ ਧੀਆਂ ਬੱਚੀਆਂ ਸੁਭਾਵਕ ਕਹਿ ਦਿੰਦੀਆਂ ਨੇ ਵੀ ਪਤੀ ਦੀ ਅੱਧੀ ਕਮਾਈ ਪਤਨੀ ਨੂੰ ਮਿਲ ਜਾਂਦੀ ਹੈ। ਤੁਸੀਂ ਦੇਖੋ ਕਦੇ ਥਾਣੇਦਾਰ ਪਤੀ ਬਣੇ ਤੇ ਪਤਨੀ ਨੂੰ ਲੋਕੀ ਥਾਣੇਦਾਰ ਨਹੀਂ ਕਹਿੰਦੇ ਨੇ। ਸੂਬੇਦਾਰ ਪਤੀ ਬਣੇ ਪਰ ਪਤਨੀ ਨੂੰ ਲੋਕੀ ਸੂਬੇਦਾਰ ਨਹੀਂ ਕਹਿੰਦੇ ਨੇ, ਹਾਲਾਂਕਿ ਉਹ ਤਾਂ ਫੌਜ ਵਿੱਚ ਇੱਕ ਦਿਨ ਵੀ ਨਹੀਂ ਗਈ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੀ ਘਰਵਾਲੀ ਮਾਤਾ ਖੀਵੀ ਜੀ, ਉਹਨਾਂ ਨੇ ਵੀ ਆਪਣੇ ਪਤੀ ਨੂੰ ਇੱਕ ਬੇਨਤੀ ਕੀਤੀ। ਸਾਈਆਂ 28 ਸਾਲਾਂ ਦੇ ਸੀ ਜਦੋਂ ਤੁਸੀਂ ਗਏ ਹੋ, ਘਰ ਵਿੱਚ 4 ਬੱਚੇ ਸਨ, ਘਰ ਵਿੱਚ 4 ਬੱਚੇ ਸਨ ਤੇ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਈ, ਮਾਤਾ ਪਿਤਾ ਦੀ ਸੇਵਾ ਕੀਤੀ, ਹਰ ਜ਼ਿੰਮੇਵਾਰੀ ਨਿਭਾਈ। ਤੁਹਾਨੂੰ ਇੱਕ ਦਿਨ ਵੀ ਮੈਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਬੁਲਾਇਆ ਨਹੀਂ। ਬੜੀਆਂ ਗ੍ਰਿਸ਼ਟੀ ਵਿੱਚ ਔਖੀਆਂ ਸੌਖੀਆਂ ਹੁੰਦੀਆਂ ਨੇ, ਪਰ ਮੈਂ ਅੱਜ ਬੇਨਤੀ ਕਰਾਂ ਵੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣ ਕੇ ਆ ਗਏ, ਪਰ ਮੈਨੂੰ ਦੱਸੋ ਮੈਂ ਤਾਂ ਉਹੀ ਘਰ ਦੀ ਘਰ ਵਿੱਚ ਰਹਿ ਗਈ ਨਾ। ਗੁਰੂ ਅੰਗਦ ਸਾਹਿਬ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲੀਏ ਮੇਰਾ ਗੁਰੂ ਨਾਨਕ ਇਹੋ ਜਿਹਾ ਨਹੀਂ ਹੈ, ਉਹ ਇਸਤਰੀ ਜਾਤੀ ਦਾ ਸਨਮਾਨ ਨਾ ਕਰੇ। ਜੋ ਕੁਝ ਮੈਂ ਬਣਿਆ ਤੂੰ ਵੀ ਉਹੀਓ ਕੁਝ ਬਣੀ ਹੈ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਮੈਂ ਤਾਂ ਚਲਾਇਆ ਕਰਾਂਗਾ ਸ਼ਬਦ ਦਾ ਲੰਗਰ, ਤੂੰ ਹੁਣ ਚਲਾਇਆ ਕਰੀ ਪ੍ਰਸ਼ਾਦੇ ਪਾਣੀ ਦਾ ਲੰਗਰ। ਮੈਂ ਅੱਜ ਫਿਰ ਰੁਕਣ ਲੱਗਾ। ਇਹ ਨਾ ਸੋਚਿਓ ਵੀ ਵਾਰ-ਵਾਰ ਮੈਂ ਅੱਜ ਆਪਣੀਆਂ ਧੀਆਂ ਦਾ ਜ਼ਿਕਰ ਕਰ ਰਿਹਾ, ਮਾਫ ਕਰ ਦਿਓ ਮੈਨੂੰ, ਪਰ ਮੈਂ ਕਹਿਣਾ ਚਾਹੁੰਦਾ ਮੇਰੀ ਧੀ ਦੇ ਕੰਨਾਂ 'ਚ ਕਿਸੇ ਨੇ ਗਲਤ ਸ਼ਬਦ ਪਾ ਦਿੱਤੇ, ਮੇਰੀ ਧੀ ਦੇ ਕੰਨਾਂ 'ਚ ਕਿਸੇ ਨੇ ਗਲਤ ਸ਼ਬਦ ਪਾ ਦਿੱਤੇ। ਉਹ ਸ਼ਬਦ ਇਹ ਪਾ ਦਿੱਤੇ ਵੀ ਸ਼ਾਇਦ ਤੂੰ ਕੱਪੜੇ ਛੋਟੇ ਕਰ ਲਵੇਂ, ਸਮਾਜ ਵਿੱਚ ਤੈਨੂੰ ਬਹੁਤੀ ਥਾਂ ਮਿਲ ਜਾਏਗੀ। ਨਾ ਧੀਏ, ਜੇ ਤੂੰ ਤਰੱਕੀ ਕਰੇ ਤੇ ਤੂੰ ਰਸੋਈ ਵਿੱਚੋਂ ਵੀ ਆਪਣਾ ਨਾਮ ਕਮਾ ਸਕਦੀ ਹੈ। ਮਾਤਾ ਖੀਵੀ ਨੇ ਗੁਰੂ ਕਾ ਲੰਗਰ ਵਰਤਾਉਂਦਿਆਂ ਇਹੋ ਜੀ ਸੇਵਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਮਾਤਾ ਖੀਵੀ ਦਾ 2 ਵਾਰੀ ਨਾਂ ਆਇਆ ਹੈ। ਬਹੁਤ ਵਾਰੀ ਪੜ੍ਹਦੇ ਹੋਏ ਅੰਮ੍ਰਿਤ ਬਚਨ, ਮਾਤਾ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਂਪਤ ਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ। ਜਾਂ ਅੰਮ੍ਰਿਤ ਬਚਨ ਹੈ, ਮਾਤਾ ਖੀਵੀ 100 ਸੋਏ ਜਿਨ ਕੋਏ ਉਠਾਲੀ। ਗੁਰੂ ਅੰਗਦ ਸਾਹਿਬ ਜੀ ਨੇ 13 ਸਾਲ ਗੁਰਗੱਦੀ ਦੀ ਸੇਵਾ ਨਿਭਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲੀ ਪੋਥੀ ਤੇ ਆਪਣੀ ਅੰਮ੍ਰਿਤਮਈ ਬਾਣੀ ਦੀ ਪੋਥੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕਰਕੇ ਉਹਨਾਂ ਨੂੰ ਅਗਲੇਰਾ ਗੁਰੂ ਬਣਾ ਲਿਆ। ਇਹ ਗੱਲ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਕਥਾ ਦੀ ਸਾਂਝ ਪਾਈ। ਭਾਈ ਸਾਹਿਬ ਹੁਣ ਜਿਹੜਾ ਵਿਸ਼ਾ ਛੇੜਿਆ, ਗੱਲ ਕੀਤੀ ਸਾਡੀ ਮਾਂ ਬੋਲੀ ਦੀ, ਪੰਜਾਬੀ ਦੀ, ਗੁਰਮੁਖੀ ਲਿਪੀ ਦੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਜੋ ਘਰ ਆ, ਸਾਡਾ ਪੰਜਾਬ,
ਉਸ ਦੇ ਵਿੱਚ ਜੋ ਪੰਜਾਬੀ ਦੇ ਉੱਤੇ, ਸਾਡੀ ਭਾਸ਼ਾ ਦੇ, ਸਾਡੇ ਪਹਿਰਾਵੇ ਦੇ ਉੱਤੇ, ਸਾਡੇ ਧਰਮ ਦੇ ਉੱਤੇ ਜੋ ਹਮਲੇ ਹੋ ਰਹੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਭੁੱਲ ਕੇ ਬਹੁਤ ਗੂੜੀ ਨੀਂਦ ਸੁੱਤੇ ਹੋਏ ਹਾਂ। ਸਾਰੀ ਕੌਮ ਗੂੜੀ ਨੀਂਦ ਸੁੱਤੀ ਹੋਈ ਹੈ। ਅਸੀਂ ਆਮ ਦੇਖਦੇ ਹਾਂ ਕਿ ਸਾਡੇ ਉੱਥੇ ਜੋ ਪਰਿਵਾਰ ਰਹਿੰਦੇ ਨੇ ਉਹਨਾਂ ਦੇ ਸਾਰੇ ਬੱਚੇ ਜੋ ਕੌਨਵੈਂਟ ਸਕੂਲਾਂ ਵਿੱਚ ਪੜ੍ਹਦੇ ਨੇ, ਤੇ ਕੌਨਵੈਂਟ ਸਕੂਲਾਂ ਦੇ ਵਿੱਚ ਜਦੋਂ ਪੰਜਾਬੀ ਬੋਲਦੇ ਨੇ ਤਾਂ ਉਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ। ਤੇ ਸਾਡੇ ਉਹ ਜਿਹੜੇ ਰਿਸ਼ਤੇਦਾਰ ਨੇ ਜਾਂ ਅਸੀਂ ਆਪ ਆ, ਅਸੀਂ ਉਹ ਜੁਰਮਾਨੇ ਭਰਦੇ ਨੇ, ਜਦ ਕਿ ਸਾਨੂੰ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਸਾਡਾ ਮੁਲਕ, ਸਾਡੀ ਧਰਤੀ, ਜਿੱਥੇ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਡੋਲਿਆ, ਜਿਸ ਬੋਲੀ ਦੇ ਵਿੱਚ ਸਾਡੇ ਗੁਰੂਆਂ ਨੇ ਸਾਡੀ ਬਾਣੀ ਲਿਖੀ, ਜਿਸ ਬੋਲੀ ਦੀ ਸਾਨੂੰ ਗੁੜਤੀ ਮਿਲੀ, ਅਸੀਂ ਉਸ ਬੋਲੀ ਨੂੰ ਬੋਲਣ ਤੋਂ ਆਪਣੇ ਨਿਆਣਿਆਂ ਨੂੰ ਗੁਰੇਜ਼ ਕਰਦੇ ਹਾਂ। ਇਹ ਕੌਮ ਦੇ ਸੁੱਤੇ ਹੋਣ ਦੀਆਂ ਨਿਸ਼ਾਨੀਆਂ ਨੇ। ਮੈਂ ਗੱਲ ਕਰਦਾ ਵੀਰ ਅਮਰਪਾਲ ਸਿੰਘ ਦੀ, ਜੋ ਪੰਜਾਬ ਦੀ ਧਰਤੀ ਦੇ ਉੱਤੇ ਕੌਮ ਨੂੰ ਜਗਾਉਣ ਦਾ ਕੰਮ ਕਰਦੇ ਨੇ। ਇੱਕ ਹੋਕਾ ਲਾਇਆ ਉਹਨੇ, ਅਸੀਂ ਸੁੱਤੇ ਪਏ ਆ, ਸਾਡੇ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ, ਸਾਡੇ ਨੌਜਵਾਨ ਨਸ਼ਿਆਂ ਦੇ ਨਾਲ ਮਰਦੇ ਨੇ, ਸਾਡੀ ਮਾਂ ਬੋਲੀ ਸਾਡੇ ਤੋਂ ਖੋਹ ਲਈ ਜਾਂਦੀ ਆ। ਸਾਡਾ ਮਿਆਰ ਇੰਨਾ ਕੁ ਛੋਟਾ ਹੋ ਗਿਆ ਕਿ ਜੋ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਦੇ ਵਿੱਚੋਂ ਮਜ਼ਦੂਰ ਸਾਡੇ ਪੰਜਾਬ ਦੇ ਵਿੱਚ ਕੰਮ ਕਰਨ ਆਉਂਦੇ ਨੇ ਨਾ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਬੋਲੀ ਬੋਲਣ ਦੀ। ਅਸੀਂ ਏਡੇ ਏਡੇ ਮੁਲਕਾਂ 'ਚ ਬੈਠੇ ਹਾਂ, ਅਮਰੀਕਾ 'ਚ ਬੈਠੇ ਹਾਂ, ਕਦੀ ਤੁਸੀਂ ਦੇਖਿਆ ਵੀ ਕਿਸੇ ਕੋਈ ਗੋਰੇ ਦੇ ਕੋਲੋਂ ਅਸੀਂ ਕੰਮ ਕਰਦੇ ਹਾਂ ਵੀ ਉਹਨੇ ਕਦੀ ਦੇਖਿਆ ਵੀ ਮੈਂ ਪੰਜਾਬੀ ਬੋਲਾਂ ਇਹਦੇ ਨਾਲ? ਨਹੀਂ, ਸਾਨੂੰ ਅੰਗਰੇਜ਼ੀ ਸਿੱਖਣੀ ਪੈਂਦੀ ਆ ਜੇ ਅਸੀਂ ਉਹਨਾਂ ਤੋਂ ਕੰਮ ਲੈਣਾ, ਉਹਨਾਂ ਨਾਲ ਕੰਮ ਕਰਨਾ। ਪਰ ਸਾਡੀ ਮਾਨਸਿਕਤਾ ਇੰਨੀ ਗਿਰ ਗਈ ਆ ਕਿ ਅਸੀਂ ਪੰਜਾਬ ਦੇ ਵਿੱਚ ਭਈਆਂ ਨੂੰ ਪੰਜਾਬੀ ਸਿਖਾਉਣ ਦੀ ਬਜਾਏ ਅਸੀਂ ਉਹਨਾਂ ਨਾਲ ਹਿੰਦੀ ਦੇ ਵਿੱਚ ਗੱਲ ਕਰਦੇ ਹਾਂ। ਇੱਥੋਂ ਪਤਾ ਲੱਗਦਾ ਕੌਮ ਕਿੰਨੀ ਸੌਂ ਚੁੱਕੀ ਆ। ਤਾਂ ਜੇ ਉਸ ਨੌਜਵਾਨ ਨੇ ਡਗਾ ਲਾਇਆ, ਕੌਮ ਨੂੰ ਜਗਾਉਣ ਦੀ ਗੱਲ ਕੀਤੀ ਆ, ਸਾਡੇ ਕੌਮੀ ਘਰ ਦੀ ਗੱਲ ਕੀਤੀ ਆ, ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਤਾਂ ਸਾਡੇ ਆਪਣੇ ਹੀ ਉਸ ਦੇ ਦਿਵਾਲੇ ਹੋ ਗਏ। ਨਿਤ ਨਵੀਆਂ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਸੁਣਦੇ ਆ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ, ਪਰ ਨਹੀਂ। ਇਸ ਗੁਰੂ ਘਰ ਦੀ ਸਟੇਜ ਤੋਂ ਮੈਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਸ ਨੌਜਵਾਨ ਦਾ ਸਾਥ ਜ਼ਰੂਰ ਦਿਓ। ਲੋੜ ਆ ਸਾਨੂੰ, ਜਿਹੜੇ ਸਾਡੀ ਕੌਮ ਦੀ ਗੱਲ ਕਰਦੇ ਨੇ, ਜਿਹੜੇ ਸਾਡੇ ਸ਼ਹੀਦਾਂ ਦੀ ਗੱਲ ਕਰਦੇ ਨੇ, ਜਿਹੜੇ ਸਾਡੇ ਘਰ ਦੀ ਗੱਲ ਕਰਦੇ ਨੇ, ਅਸੀਂ ਡਟ ਕੇ ਉਹਨਾਂ ਦਾ ਸਾਥ ਦਈਏ। ਪਹਿਲਾਂ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ, ਜਦੋਂ ਉਹ ਸਰਕਾਰਾਂ ਦੇ ਜ਼ੁਲਮ ਦੇ ਸ਼ਿਕਾਰ ਹੋ ਜਾਂਦੇ ਨੇ, ਇਸ ਦੁਨੀਆ ਤੋਂ ਸਰਕਾਰਾਂ ਉਹਨਾਂ ਨੂੰ ਖੋਹ ਲੈਂਦੀਆਂ ਨੇ, ਤਾਂ ਅਸੀਂ ਉਹਨਾਂ ਦੇ ਨਾਮਾਂ ਤੇ ਗੁਰਦੁਆਰਿਆਂ 'ਚ ਮੋਮਬੱਤੀਆਂ ਜਲਾਉਂਦੇ ਨੇ। ਮੋਮਬੱਤੀਆਂ ਜਲਾਉਣਾ ਸਾਡਾ ਕੰਮ ਨਹੀਂ। ਜੇ ਸਾਡੇ ਨਾਲ ਕੋਈ ਧੱਕਾ ਕਰਦਾ, ਸਾਡਾ ਫਰਜ਼ ਬਣਦਾ ਮਹਾਰਾਜ ਸਾਨੂੰ ਸ਼ਮਸ਼ੀਰ ਦਿੱਤੀ ਹੈ, ਅਸੀਂ ਉਹਦਾ ਬਦਲਾ ਲਈਏ। ਜੇ ਕੋਈ ਬੋਲ ਕੇ ਵਾਰ ਕਰਦਾ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਦਾ ਜਵਾਬ ਦਈਏ। ਪਰ ਨਹੀਂ, ਕੌਮ ਪਤਾ ਨਹੀਂ ਕਿਹੜੇ ਗੂੜੀ ਨੀਂਦ ਦੇ ਵਿੱਚ ਸੁੱਤੀ ਹੋਈ ਆ। ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ, ਨੌਜਵਾਨ ਸਿੱਖੀ ਤੋਂ ਪਤਤ ਹੋ ਚੁੱਕੇ ਨੇ। ਗੁਰੂ ਘਰਾਂ 'ਚ ਨੌਜਵਾਨ ਆਉਂਦੇ ਕਿਉਂ ਨਹੀਂ? 40 ਸਾਲ ਤੋਂ ਉੱਪਰ, 40-45 ਸਾਲ ਤੋਂ ਉੱਪਰ ਦੀਆਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਜਾਂ ਸਾਡੇ ਵੀਰ ਜਾਂ ਬਜ਼ੁਰਗ ਆਉਂਦੇ ਨੇ। ਨੌਜਵਾਨ ਕਿੱਥੇ ਨੇ? ਯੂਥ ਕਿੱਥੇ ਆ? ਉਹ ਕਿਉਂ ਗਵਾਚ ਗਿਆ ਗੁਰੂ ਘਰਾਂ ਦੇ ਵਿੱਚੋਂ? ਉਹਦਾ ਕਾਰਨ ਕੀ ਆ? ਉਹਦਾ ਕਾਰਨ ਅਸੀਂ ਆ ਕਿ ਅਸੀਂ ਪਿਛਲੇ 20 ਸਾਲ ਸੁੱਤੇ ਰਹੇ। ਪਰ ਜੇ ਉਹ ਨੌਜਵਾਨ ਨੇ ਅੱਜ ਡਗਾ ਲਾਇਆ, ਜਵਾਨੀ ਨੂੰ ਜਗਾਇਆ। ਕੱਲ ਅਕਾਲ ਤਖਤ ਸਾਹਿਬ ਦੀਆਂ ਆਪ ਸਾਹਿਬ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖੀਆਂ ਹੋਣਗੀਆਂ, ਹਜ਼ਾਰਾਂ ਦਾ ਇਕੱਠ ਉਸ ਯੋਧੇ ਦੇ ਮਗਰ, ਉਸ ਯੋਧੇ ਦੇ ਹੱਕ ਦੇ ਵਿੱਚ ਖੜਾ ਹੋਇਆ ਜਿੱਥੇ 1347 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਨੌਜਵਾਨਾਂ ਨੂੰ ਇਹ ਵਿਗਾੜ ਕੇ ਕਹਿਣਾ ਚਾਹੁੰਦੇ ਆ ਕਿ ਵਾਪਸ ਗੁਰੂ ਘਰਾਂ ਦੇ ਵਿੱਚ ਆਓ। ਇਹ ਗੁਰੂ ਘਰ ਸਿਰਫ ਇਸ ਕਰਕੇ ਨਹੀਂ ਬਣਿਓ ਵੀ ਅਸੀਂ ਇੱਥੇ ਆਉਣਾ ਆ, ਕੋਈ ਆਪਣੇ ਦੁਨ ਸੋਧਿਆ, ਕਿਸੇ ਮਿਰਗ ਦਾ ਭੋਗ ਪਾ ਲਿਆ, ਕਿਸੇ ਦੇ ਵਿਆਹ ਦੀਆਂ ਲਾਵਾਂ ਪੜ੍ਹ ਲਈਆਂ ਜਾਂ ਸੁਖਣਾ ਲਾ ਲਈਆਂ। ਨਹੀਂ, ਇਹ ਸਾਡੇ ਸਕੂਲ ਆ, ਇਹ ਸਾਡੇ ਧਾਰਮਿਕ ਚਿੰਨ੍ਹ ਆ ਜਿਨ੍ਹਾਂ ਦੀ ਅਸੀਂ ਰਾਖੀ ਕਰਨੀ ਆ। ਇੱਥੇ ਆ ਕੇ ਅਸੀਂ ਵਿੱਦਿਆ ਹਾਸਲ ਕਰਨੀ ਆ, ਇੱਥੇ ਅਸੀਂ ਇਕੱਠੇ ਬਹਿ ਕੇ ਕੌਮ ਦੇ ਮਸਲੇ ਹੱਲ ਕਰਨੇ ਆ। ਸਾਨੂੰ ਆਪਣੇ ਵਿਗਿਆਨਾਂ ਦੀ ਪਛਾਣ ਇੱਥੇ ਬਹਿ ਕੇ ਇਹਨਾਂ ਸਟੇਜਾਂ ਤੋਂ ਹੋਣੀ ਆ। ਇਸ ਕਰਕੇ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਗੁਰੂ ਘਰਾਂ ਨਾਲ ਜੁੜੋ। ਆਹ ਸਟੇਜਾਂ ਤੁਹਾਡੀਆਂ ਨੇ, ਜਦੋਂ ਮਰਜ਼ੀ ਆਓ, ਜਿਹੜੀ ਤੁਹਾਡੇ ਦਿਲ ਦੇ ਵਿੱਚ ਗੱਲ ਹੁੰਦੀ ਆ ਇਹਨਾਂ ਸਟੇਜਾਂ ਤੋਂ ਆ ਕੇ ਬੋਲੋ। ਇਹ ਸਿਰਫ ਰਾਗੀਆਂ ਢਾਡੀਆਂ ਨੂੰ ਟਾਈਮ ਦੇਣ ਦੇ ਲਈ ਨਹੀਂ ਸਟੇਜਾਂ ਹੁੰਦੀਆਂ, ਇਹਨਾਂ ਦੇ ਮਤਲਬ ਕੁਝ ਹੋਰ ਨੇ।
ਇਹਨਾਂ ਤੋਂ ਅਸੀਂ ਆਪਣੀ ਕੌਮ ਦੀ ਵੀ ਗੱਲ ਕਰਨੀ ਆ, ਜਿਹੜੇ ਸਾਡੇ ਨਾਲ ਜ਼ੁਲਮ ਹੋਇਆ ਸੀ ਉਹਨਾਂ ਦੀ ਵੀ ਗੱਲ ਕਰਨੀ ਆ, ਜਿਹੜੇ ਸਾਡੇ ਨਾਲ ਧੱਕੇ ਹੁੰਦੇ ਸੀ ਉਹਨਾਂ ਦੀ ਵੀ ਗੱਲ ਕਰਨੀ ਆ। ਬਾਣੀ ਦੇ ਨਾਲ ਸ਼ਕਤੀ ਦਾ ਵੀ ਪ੍ਰਯੋਗ ਕਰਨਾ ਬਹੁਤ ਜ਼ਰੂਰੀ ਆ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਬਹੁਤ ਨਾਜ਼ੁਕ ਵਿਸ਼ਾ ਆਪ ਸੰਗਤਾਂ ਨਾਲ ਸਾਂਝਾ ਕੀਤਾ। ਗੁਰੂ ਘਰ ਦੇ ਵਿੱਚ ਪੰਜਾਬੀ ਸਕੂਲ ਚੱਲਦਾ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੱਚੇ ਨੇ, ਪਰ ਉੱਥੇ ਗਿਣਤੀ 100 ਸਵਾ 100 ਦੀ ਹੁੰਦੀ ਹੈ। ਕਿਉਂ? ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਸਕੂਲੇ ਲੈ ਕੇ, ਮੈਂ ਇਸ ਚੀਜ਼ 'ਚ ਜੋ ਦਾਵਾਂ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਲਦੇ ਆ, ਕੋਈ ਸ਼ੱਕ ਨਹੀਂ, ਬੱਚੇ ਪੰਜਾਬੀ ਬੋਲਦੇ ਨੇ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਗੁਰੂ ਘਰ ਸਿਰਫ ਕਰਮ ਕਾਂਡਾਂ ਦੇ ਲਈ ਨਹੀਂ ਨੇ, ਇਹ ਸਾਡੇ ਸਕੂਲ ਨੇ। ਇੱਥੇ ਬੱਚੇ ਆਉਣਗੇ, ਇੱਕ ਦੂਜੇ ਨਾਲ ਮਿਲ ਵਰਤਣਗੇ, ਉਹਨਾਂ ਦਾ ਆਪਸੀ ਭਾਈਚਾਰਾ, ਆਪਸੀ ਪਿਆਰ ਵਧੇਗਾ। ਇੱਥੋਂ ਆ ਕੇ ਗੁਰਮਤਿ ਮਿਲਣੀ ਹੈ, ਇੱਥੋਂ ਆ ਕੇ ਸਾਡਾ ਇਤਿਹਾਸ ਪਤਾ ਲੱਗਣਾ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਜ਼ਰੂਰ ਲੈ ਕੇ ਆਓ, ਤਾਂ ਜੋ ਆਉਣ ਵਾਲੇ 10 ਸਾਲਾਂ ਤੱਕ ਜਿੰਨੇ ਸਾਡੇ ਬਜ਼ੁਰਗ ਹਾਲ ਦੇ ਵਿੱਚ ਬੈਠੇ ਹੁੰਦੇ, ਉਹਨਾਂ ਤੋਂ ਦੁੱਗਣੇ ਸਾਡੇ ਨੌਜਵਾਨ ਬੈਠੇ ਹੋਣ। ਇਹ ਬੇਨਤੀਆਂ ਦਰ ਪ੍ਰਵਾਨ ਕਰਨੀਆਂ। ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲਵਾਂ। 10 ਬੇਨਤੀ ਕਰਦਾ ਗੁਰੂ ਘਰ ਦੇ ਸੈਕਟਰੀ ਸਾਹਿਬ ਤੇਜਿੰਦਰ ਸਿੰਘ ਸਾਂਝ, ਉਹ 2-4 ਮਿੰਟ ਲਈ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਸ ਉਪਰੰਤ ਜੋ ਸਾਡੇ ਕੋਲ ਕੀਰਤਨੀ ਜਿੱਥੇ ਪਹੁੰਚੇ ਨੇ, ਆਪ ਸੰਗਤਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸੰਗਤ, ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਅਜੈਬ ਸਿੰਘ ਦਾ, ਹੁਣ ਸਾਨੂੰ ਸਾਰਿਆਂ ਨੂੰ ਝਿਜਕੋੜਿਆ, ਸੱਚ ਦੀ ਗੱਲ ਕੀਤੀ ਆ। ਕੋਸ਼ਿਸ਼ ਕਰੀਏ ਸੈਚਰਡੇ ਵਾਲੇ ਦਿਨ ਜਦੋਂ ਸਾਰੀ ਕੌਮ ਨੇ ਇਕੱਠੀ ਹੋਣਾ, ਸਾਡੇ ਬਾਹਰੋਂ ਵੀਰਾਂ ਨੇ ਆਉਣਾ, ਉਸ ਦਿਨ ਕੁਝ ਮਤੇ ਪਾਈਏ ਜੋ ਸਾਡੇ ਸਿੰਘ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਬਾਰੇ, ਹੋਰ ਵੀ ਜੋ ਕੌਮ ਦੀਆਂ ਤਕਲੀਫਾਂ ਹਨ ਉਹਨਾਂ ਨੂੰ ਮੁੱਖ ਰੱਖ ਕੇ ਉਸ ਦਿਨ ਸ਼ਾਮ ਦੇ ਦੀਵਾਨਾਂ ਵਿੱਚ ਇਸ ਗੱਲ ਦੀ ਵਿਚਾਰ ਕਰੀਏ। ਮੈਂ 1-2 ਬੇਨਤੀਆਂ ਕਰਦੀਆਂ, 1-2 ਇਨਫੋਰਮੇਸ਼ਨ ਹਨ। ਅਜੇ ਵੀ ਜੋ ਬਾਹਰ ਦੁਕਾਨਾਂ ਉਹ ਸਾਰੀਆਂ ਹੀ ਵਿਕ ਚੁੱਕੀਆਂ, ਜੋ ਮਰਜ਼ੀ ਕਹਿ ਲਓ, ਲੇਕਿਨ ਹੋਰ ਬਹੁਤ ਜ਼ਿਆਦਾ ਦਿਨ ਰਾਤ ਕਾਲਾਂ ਆਉਣੀਆਂ। 50 ਤੋਂ 60 ਦੁਕਾਨਾਂ ਹੋਰ ਤਿਆਰ ਹੋ ਜਾਣੀਆਂ। ਉਹ ਬੁੱਧਵਾਰ ਤਾਈਂ ਉਹਨਾਂ ਦੇ ਨੰਬਰ ਦਿੱਤੇ ਜਾਣੇ ਆ। ਜਿਹੜੇ ਵੀ ਸਾਡੇ ਵੀਰ ਪੰਜਾਬੀ ਰੇਡੀਓ USA ਤੋਂ ਜਾਂ ਗੁਰਦੁਆਰਾ ਸਾਹਿਬ ਯੂਬਾ ਸਿਟੀ YouTube ਚੈਨਲ ਤੋਂ ਸੁਣਦੇ ਆ, ਉਹ ਇਸ ਗੱਲ ਦਾ ਗੌਰ ਕਰਨ। ਮੈਂ ਪਹਿਲਾਂ ਵੀ ਦੱਸਿਆ ਸੀ, ਆਪਾਂ ਪਾਰਕਾਂ ਅਜੇ ਵੀ ਸਹੀ ਤਰੀਕੇ ਨਾਲ ਨਹੀਂ ਲਾ ਰਹੇ। ਜਦੋਂ ਕਿਸੇ ਨਾ ਕਿਸੇ ਗੱਡੀ ਦਾ ਨੁਕਸਾਨ ਹੋਣਾ, ਤੁਸੀਂ ਸਾਨੂੰ ਜ਼ਿੰਮੇਵਾਰ ਕਰਨਾ। ਇੱਥੇ ਹੀ ਬਸ ਨਹੀਂ, ਜਿੰਨਾ ਸਮਾਂ ਲਾਗੇ ਹੋ ਰਿਹਾ, ਹੋ ਸਕਦਾ ਕਈ ਵਾਰੀ ਕਾਰ ਉਸ ਜਗ੍ਹਾ ਤੇ ਖੜੀ ਹੋਵੇ, ਕੋਈ ਉਹਦਾ ਬਾਲੀ ਪਾਸ ਨਾ ਬਣੇ, ਸਾਨੂੰ ਤੋਂ ਟੋਕ ਰਾ ਕੇ ਸਾਈਡ ਤੇ ਵੀ ਕਰਨੀ ਪਵੇ। ਜਿਹੜੀ ਮੇਨ ਬੇਨਤੀ ਪਾਰਕਾਂ ਦੀ ਆ, ਫਰੰਟ ਦੇ ਉੱਤੇ ਵੀ ਤੁਹਾਨੂੰ ਪਤਾ ਸਿਰਫ ਹੈਂਡੀਕੈਪ 5 ਤੋਂ 7 ਪਾਰਕਾਂ ਲੱਗਣੀਆਂ। ਇੱਧਰ ਵੀ ਟੈਂਟ ਲੱਗੇ ਹੋਆ, ਅੰਦਰ ਵੀ ਟੈਂਟ ਲੱਗ ਚੁੱਕੇ ਆ। ਕੋਸ਼ਿਸ਼ ਇਹ ਕੀਤੀ ਜਾ ਰਹੀ ਆ ਵੀ 5 ਤੋਂ 6 ਸਕਰੀਨਾਂ ਪਿਛਲੇ ਸਾਲ ਨਾਲੋਂ ਵੀ ਵਧੀਆ ਤਰੀਕੇ ਨਾਲ ਲੱਗਣ। ਸੰਗਤ ਓਪਨਲੀ ਆਪਣੇ ਪਰਿਵਾਰਾਂ ਨੂੰ ਲੈ ਕੇ ਗੁਰੂ ਘਰ ਦੀ ਚਾਰ ਦੀਵਾਰੀ ਵਿੱਚ ਘੁੰਮਣ, ਆਪਣੇ ਬੱਚਿਆਂ ਨਾਲ ਫੋਟੋ ਖਿਚਾਉਣ, ਅੰਦਰ ਆ ਕੇ ਬੈਠਣ। ਬਾਹਰ ਘੁੰਮਣਾ ਫਿਰਨਾ ਮੰਗਦੇ ਆ, ਮਾਤਾ ਗੁਜਰੀ ਰੋਜ਼ ਗਾਰਡਨ ਦੇ ਵਿੱਚ ਜੇ ਉੱਥੇ ਬੈਠਣਾ ਮੰਗਦੇ ਆ। ਹਰ ਤਰ੍ਹਾਂ ਦੀ ਸੰਗਤ ਨੂੰ ਸਹੂਲਤ ਹੋਵੇ। ਜਿਹੜੀਆਂ ਤੁਹਾਡੀਆਂ ਪਾਰਕਾਂ ਅੱਜ ਜੋ ਤੁਸੀਂ ਪਾਰ ਕਰ ਰਹੇ ਆ, ਮੇਰੇ ਸੱਜੇ ਪਾਸੇ ਸਾਹਮਣੇ ਤਕਰੀਬਨ 100 ਏਕੜ ਤੋਂ ਵੱਧ ਜੰਗਮੈਨਾਂ ਨੇ ਉਹ ਪਾਰਕਾਂ ਤਿਆਰ ਕੀਤੀਆਂ। ਉੱਤੇ ਲਾਈਟਾਂ ਲੱਗੀਆਂ। ਸਾਡੇ ਮਨ ਦੇ ਵਿੱਚ ਹੁੰਦਾ ਕਿ ਮੈਨੂੰ ਪਾਰਕ ਲਾਗੇ ਜਾ ਕੇ ਮਿਲੇ। ਹੁਣ ਤੱਕ ਨਵਾਂ ਕੰਮ ਆਪਾਂ ਸ਼ੁਰੂ ਕੀਤਾ। ਹਰ ਇੱਕ ਵਿਅਕਤੀ ਚਾਹੁੰਦਾ ਮੈਂ ਸ਼ਾਮ ਤਾਈਂ 10,000 ਸਟੈਪ
ਪਾਠ ਕਰਾਂ। ਇਹ ਤੁਸੀਂ ਵੀ ਆਦਤ ਪਾਓ। ਹੋ ਸਕਦਾ ਪਾਰਕਾਂ ਨੂੰ ਵਧੀਆ ਤਰੀਕੇ ਨਾਲ ਗੱਡੀ ਨੂੰ ਬਾਹਰ ਪਾਰਕ ਕਰੋ, ਉਤੋਂ ਪੈਦਲ ਤੁਰ ਕੇ ਆਓ। ਇੱਕ ਤੁਹਾਡੀ ਕਸਰਤ ਵੀ ਆ, ਜਿਸ ਦੇ ਨਾਲ ਜੋ ਆਪਣੇ ਅੰਦਰ ਥਾਂ ਨਹੀਂ ਉਹਦੀ ਵੀ ਬਚਤ ਹੋ ਸਕਦੀ ਆ। ਇਸ ਗੱਲ ਨੂੰ ਗੌਰ ਕਰੋ। ਇੱਕ ਬੜੀ ਖੁਸ਼ੀ ਦੀ ਗੱਲ ਹੈ, ਕਮਲਜੀਤ ਸਿੰਘ ਗਰੇਵਾਲ ਬਰੀਨੋ ਏਰੀਆ ਤੋਂ, ਜਿਸ ਦਿਨ ਅਜੈਬ ਸਿੰਘ ਨੇ ਬੀਬੀਆਂ ਨੂੰ ਬੇਨਤੀ ਕੀਤੀ, ਇਹ ਇੱਕ ਹਫ਼ਤੇ ਦੀ ਗੱਲ ਆ ਕਿ ਬੀਬੀਆਂ ਨੂੰ ਹੈਲਪ ਦੀ ਲੋੜ ਹੈ ਉੱਥੇ ਪ੍ਰਸ਼ਾਦਿਆਂ ਲਈ। ਉਸ ਤੋਂ ਬਾਅਦ 2 ਮਿੰਟਾਂ ਬਾਅਦ ਉਹ ਵੀਰ ਦੀ ਕਾਲ ਆਈ। ਮੈਂ ਇੱਥੇ ਬੈਠਾ ਸੀ, ਮੈਂ ਕਾਲ ਚੱਕੀ। ਉਹ ਕਹਿੰਦੇ ਅਸੀਂ ਪ੍ਰਸ਼ਾਦੇ ਪਾਉਣ ਵਾਲੀ ਮਸ਼ੀਨ ਡੋਨੇਟ ਕਰਨੀ ਚਾਹੁੰਦੇ ਆ। ਮੈਂ ਕਿਹਾ ਜੀ ਬਈ ਤੁਹਾਡਾ ਬਹੁਤ ਹੀ ਧੰਨਵਾਦ। ਉਹ ਮਸ਼ੀਨ ਰਾਤ ਤੋਂ ਚੱਲ ਪਈ ਆ। ਉਸ ਵੀਰ ਦਾ ਬਹੁਤ ਹੀ ਧੰਨਵਾਦ, ਕਮਲਜੀਤ ਸਿੰਘ ਗਰੇਵਾਲ। ਇਹਦੇ ਨਾਲ ਹੀ ਐਲੇ ਤੋਂ ਦਵਿੰਦਰ ਸਿੰਘ ਸੋਢੀ ਤੇ ਸਮਰਾ, ਜੋ ਸਾਰੀਆਂ ਸਬਜ਼ੀਆਂ ਦਾ ਵੱਡੀ ਖੇਤੀ ਕਰਦੇ ਆ, ਪਿਛਲੇ 1.5 ਮਹੀਨੇ ਤੋਂ ਗੁਰੂ ਘਰ ਲਈ, ਸੰਗਤ ਲਈ ਉਹ ਬੱਕੋ ਬੱਕਰੀਆਂ ਪੈਲਟਾਂ ਦੀਆਂ ਪੈਲਟਾਂ ਸਬਜ਼ੀਆਂ ਦੀਆਂ ਭੇਜਦੇ ਆ। ਮੈਂ ਗੁਰੂ ਘਰ ਦੀ ਸਟੇਜ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ। ਮੇਨ ਬੇਨਤੀ ਬਈ ਰੋਜ਼ ਕਹਿੰਦੇ ਆ ਫਰੰਟ ਦੀ ਡੋਰ ਖੁੱਲ ਜਾਣੀ ਆ, ਫਰੰਟ ਦੀ ਡੋਰ ਖੁੱਲ ਜਾਣੀ ਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜੋ ਇੰਨੇ ਸੋਹਣੇ ਢੰਗ ਦੇ ਨਾਲ ਬਿਲਡਿੰਗ ਦੀ ਤਿਆਰੀ ਹੋ ਰਹੀ ਆ, ਹੋ ਸਕਦਾ ਕੱਲ ਸ਼ਾਮ ਤਾਈਂ ਜੋ ਫਰੰਟ ਹੈ ਉਹ ਖੁੱਲ ਜਾਵੇ। ਜਦੋਂ ਕਾਰੀਗਰਾਂ ਨੂੰ ਪੁੱਛੀਦਾ ਹੈ, ਉਹ ਜੋ ਆਪਣਾ ਟੱਚ ਅਪ ਕਰਦੇ ਹਨ, ਅਸੀਂ ਨਹੀਂ ਚਾਹੁੰਦੇ ਉਹ ਕਿੱਲਾ ਰਵੇ। ਉਸ ਤੋਂ ਬਾਅਦ ਉਹ ਬਿਲਡਿੰਗ ਦੇ ਵਿੱਚ ਪ੍ਰੋਬਲਮ ਆਵੇ। ਇਹਨਾਂ ਗੱਲਾਂ ਦੀ ਮਾਫੀ ਚਾਹੁੰਦੇ ਆ। ਇਸ ਦੇ ਨਾਲ ਹੀ ਤਕਰੀਬਨ ਕਲੋਜ਼ ਟੂ 1.2 ਮਿਲੀਅਨ ਡਾਲਰ ਸੰਗਤ ਦਾ ਗੁਰੂ ਘਰ ਨੂੰ ਆ ਚੁੱਕਾ। ਲੇਕਿਨ ਫਿਰ ਬੇਨਤੀ, ਅਜੇ 2 ਤੋਂ 3 ਲੱਖ ਡਾਲਰ ਦੀ ਜ਼ਰੂਰਤ ਹੈ ਬਿਲਡਿੰਗ ਦੇ ਕੰਪਲੀਟ ਹੋਣ 'ਚ। ਤੁਸੀਂ ਦੇਖਿਆ ਹੋਣਾ ਰਾਤ ਦੇ ਉੱਪਰ ਡੂਮ ਲੱਗਣੇ ਸ਼ੁਰੂ ਹੋ ਗਏ ਹਨ। ਇਸ ਕਰਕੇ ਕਈ ਪੇਮੈਂਟਾਂ ਉਹ ਦੇਣੀਆਂ ਪੈਣੀਆਂ। ਪਰ ਇੱਕ ਪ੍ਰੋਮਿਸ ਹੈ, ਬਿਲਡਿੰਗ ਬਣ ਜਾਣੀ ਆ, ਬੈਂਕ ਤੋਂ ਕੋਈ ਪੈਨੀ ਨਹੀਂ ਲੈਣੀ। ਲੇਕਿਨ ਤੁਸੀਂ ਐਜ ਏ ਸੰਗਤ ਪਰਿਵਾਰਾਂ ਦੇ ਮੈਂਬਰ ਇਹ ਨਾ ਬਾਅਦ ਕਿਉਂ ਵੀ ਜੇ ਮੈਂ ਵੀ $100 ਦੇਂਦਾ ਤਾਂ ਵਧੀਆ ਸੀ। ਬਿਲਡਿੰਗ ਤੁਹਾਡੀ ਆ, ਗੁਰੂ ਘਰ ਤੁਹਾਡਾ। ਰਹੀ ਗੱਲ ਕਮੇਟੀ ਦੀ, ਕਮੇਟੀਆਂ ਇੱਕ ਹਵਾ ਦੇ ਬੁੱਲੇ ਆ, ਆਈ ਜਾਣੇ ਆ ਜਾਈ ਜਾਣੇ ਆ। ਸੰਗਤ ਗੁਰੂ ਦਾ ਰੂਪ ਆ, ਤੁਸੀਂ ਸੁਪਰੀਮ ਆ, ਤੁਸੀਂ ਕਮੇਟੀ ਆ, ਤੁਹਾਡਾ ਇਹ ਗੁਰੂ ਘਰ ਆ। ਇਹ ਸਾਡੀਆਂ ਬੇਨਤੀਆਂ, ਆਪੋ ਆਪਣਾ ਯੋਗਦਾਨ ਜ਼ਰੂਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੈਕਟਰੀ ਸਾਹਿਬ ਤਲਜਿੰਦਰ ਸਿੰਘ ਜਸਾਂਝ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਘਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸੁਮਨਦੀਪ, ਸੁਦੀਨੀ, ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਗੁਰੂ ਘਰ ਦੇ ਲਈ ਪ੍ਰਿੰਟਰ ਭੇਟ ਕੀਤਾ। ਵਾਹਿਗੁਰੂ ਜੀ ਚਰਨ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਇਸ ਪਰਿਵਾਰ ਦੀ ਸੇਵਾ ਦਾ ਪ੍ਰਮਾਨ ਕਰਨ। ਉਹਨਾਂ ਦਾ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜੁਬਾ ਸਿਟੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਦਾਸ ਬੇਨਤੀ ਕਰਦਾ, ਜੋ ਕੀਰਤਨੀਏ ਆਪ ਸੰਗਤਾਂ ਨੂੰ ਸ਼ਬਦ ਗੁਰਬਾਣੀ ਸਰਵਾਉਣ ਪਹੁੰਚੇ ਨੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰੀ, ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਰੰਗੀਲਾ, ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ, ਆਪ ਸੰਗਤਾਂ ਨੂੰ 8:45 ਤੱਕ ਸ਼ਬਦ ਕੀਰਤਨ ਸਰਵਣ ਕਰਾਉਣਗੇ। ਕੱਲ ਦੇ ਦੀਵਾਨ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾਗਦੀ ਨੂੰ ਸਮਰਪਿਤ 43ਵੇਂ ਮਹਾਨਗਰ ਕੀਰਤਨ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੇ ਲੜੀਆਂ ਦੇ ਪਾਠ ਚੱਲਦੇ ਨੇ। ਕੱਲ ਸ਼ਨੀਚਰਵਾਰ ਤੋਂ 5 ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਜਿਨ੍ਹਾਂ ਦੇ ਕੱਲ ਸੋਮਵਾਰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਵੇਰ ਦੇ ਦੀਵਾਨਾਂ ਦੇ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਸ ਉਪਰੰਤ ਕੱਲ ਸ਼ਾਮ ਨੂੰ ਢਾਡੀ ਦਰਬਾਰ ਗੁਰੂ ਘਰ ਦੇ ਵਿੱਚ ਸਜਾਇਆ ਜਾਵੇਗਾ, ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜਥੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਸੰਪਰਕਾਉਣਗੇ। ਸ਼ਾਮ ਦੇ ਦੀਵਾਨ
4:45 ਦੇ ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸਾਹਿਬ ਦੀ ਬਾਣੀ ਦੇ ਨਾਲ ਆਰੰਭ ਹੋਣਗੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਕੱਲ ਸਮੇਂ ਸਿਰ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਜਥਿਆਂ ਦੇ ਕੋਲੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਕੁਰਬਾਨੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ, ਪਰਤਖ ਗੁਰੂ ਨਿਸਤਾਰੇ, ਪਰਤਖ ਗੁਰੂ ਨਿਸਤਾਰੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੇ। ਮੋਹਿ ਮਾਰਗ ਦਿਖਲਾਵੇ। ਇਸ ਜਨ ਕੇ ਹੋ ਮਲ ਮਲ ਧੋਆ ਪਾਓ, ਇਸ ਜਨ ਕੇ ਹੋ ਮਲ ਮਲ ਧੋਆ ਪਾਓ,
जन के हो मल मल धोआ पाओ, इस जन के हो मल मल धोआ पाओ। कोई आवे संतो हर का जन संतो, मेरा प्रीतम जन संतो मोह मार्ग दिखलावे। मेरा प्रीतम जन संतो मोह मार्ग दिखलावे। जप मन माधो मधुसूदनो, हर श्री रंगो परमेश्वरो। जप मन माधो मधुसूदनो, हर श्री रंगो परमेश्वरो। सत परमेश्वरो प्रभु अंतर्यामी, सत परमेश्वरो प्रभु अंतर्यामी। सब दुखन को हंता, सब सुखन को दाता। हर प्रीतम गुण गाओ, हर प्रीतम गुण गाओ। हर प्रीतम गुण गाओ, हर प्रीतम गुण गाओ। किस जन के हो मल मल धोआ पाओ, किस जन के हो मल मल धोआ पाओ। कोई आवे संतो हर का जन संतो, मेरा प्रीतम जन संतो मोह मार्ग दिखलावे। कोई आवे हर का जन संतो, मेरा प्रीतम जन संतो मोह मार्ग दिखलावे। मोह मार्ग दिखलावे। हर कट 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 बसता, हर जल तल हर बसता। हर कट 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 बसता, हर जल तल हर बसता। हर थान तनंतर बसता, मैं हर देखन को चाह। हर थान तनंतर बसता, मैं हर देखन का चाह। किस जन के हो मल मल धोआ पाओ, किस जन के हो मल मल धोआ पाओ। कोई आवे संतो हर का जन संतो, मेरा प्रीतम जन संतो मोह मार्ग दिखलावे। कोई आवे संतो हर का जन संतो, मेरा प्रीतम जन संतो मोह मार्ग दिखलावे। मोह मार्ग दिखलावे।
ਮਿਲਿਆ। ਮੇਰੇ ਮਨ ਤਨ ਆਨੰਦ ਪਏ, ਮੈਂ ਦੇਖਿਆ ਹਰ ਰਾਓ, ਮੈਂ ਦੇਖਿਆ ਹਰ ਰਾਓ, ਦੇਖਿਆ ਹਰ ਰਾਓ। ਕਿਸ ਜਨ ਕੇ ਹੋ ਮਲ ਮਲ ਧੋਆ ਪਾਓ, ਕਿਸ ਜਨ ਕੇ ਹੋ ਮਲ ਮਲ ਧੋਆ ਪਾਓ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਜਨ ਨਾਨਕ ਕੋ ਕਿਰਪਾ ਪਈ, ਹਰ ਕੀ ਕਿਰਪਾ ਪਈ। ਜਨ ਨਾਨਕ ਕੋ ਕਿਰਪਾ ਪਈ, ਹਰ ਕੀ ਕਿਰਪਾ ਪਈ। ਜਗਦੀਸ਼ੁਰ ਕਿਰਪਾ ਪਈ, ਜਗਦੀਸ਼ੁਰ ਕਿਰਪਾ ਪਈ, ਜਗਦੀਸ਼ੁਰ ਕਿਰਪਾ ਪਈ, ਜਗਦੀਸ਼ੁਰ ਕਿਰਪਾ ਪਈ। ਮੈਂ ਅੰਦਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਉ, ਹਰ ਜਪਿਆ ਹਰ ਨਾਉ, ਹਰ ਜਪਿਆ ਹਰ ਨਾਉ, ਹਰ ਜਪਿਆ ਹਰ ਨਾਉ, ਹਰ ਜਪਿਆ ਹਰ ਨਾਉ। ਤਿਸ ਜਨ ਕੇ ਹੋ ਮਲ ਮਲ ਧੋਆ ਪਾਓ, ਤਿਸ ਜਨ ਕੇ ਹੋ ਮਲ ਮਲ ਧੋਆ ਪਾਓ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਕੋਈ ਆਵੇ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਮੇਰਾ ਪ੍ਰੀਤਮ ਜਨ ਸੰਤੋ, ਹੋਏ ਮਾਰਗ ਦਿਖਲਾਵੇ। ਹੋਏ ਮਾਰਗ ਦਿਖਲਾਵੇ, ਹੋਏ ਮਾਰਗ ਦਿਖਲਾਵੇ। मैं तुझ बिन बेली को नहीं, तू अंत सखाई। मैं तुझ बिन बेली को नहीं, तू अंत सखाई। मैं
तुझ बिन बेली को नहीं, तू अंत सखाई, तू अंत सखाई। औ क्या सलाही किरम जंत वडी तेरी वड्याई, औ क्या सलाही किरम जंत वडी तेरी वड्याई। मैं तुझ बिन बेली को नहीं, तू अंत सखाई। मैं तुझे बिन बेली को नहीं, तू अंत सखाई, तू अंत सखाई, तू अंत सखाई। अगम दयाल अगम है, आप है मिलाई, तू अगम दयाल अगम है, आप है मिलाई। मैं तुझ बिन बेली को नहीं, तू अंत सखाई। मैं तुझ बिन बेली को नहीं, तू अंत सखाई, तू अंत सखाई, तू अंत सखाई। जो तेरी शरणागति तेल है चढ़ाई, जो तेरी शरणागति जो निसा कासा निसा मा पा नी रे गा मा पा नी दा पा दा पा दा मा पा गा मा रे गा सा रे नी सा पा नी गा मा पा नी गा रे सा नी सा गा रे सा नी सा पा मा गा नी सा नी सा नी सा नी सा। जो तेरी शरणागति तेल है चढ़ाई,
सो तेरी शरणागति दिल लै चढ़ाई मैं तुझ बिन बेली को नहीं तू अंत सखाई मैं तुझ बिन बेली को नहीं तू अंत सखाई तू अंत सखाई नानक वे परवाह है तिस दिल ना तमाई बेपरवाह है किस दिल ना तुम्हारी नानक वे परवाह है तिस दिल ना तमाई नानक वे परवाह है तिस दिल ना तमाई मैं तुझ बिन बेली को नहीं तू अंत सखाई मैं तुझ बिन बेली को नहीं तू अंत सखाई तू अंत सखाई तू अंत सखाई हाँ क्या सलाही किरम दंग वडी तेरी वड्याई वडी तेरी वड्याई वडी तेरी वड्याई वड्डी तेरी वड्याई वड्डी तेरी वड्याई वड्याई वडी तेरी वड्याई वडी तेरी वड्याई वड्डी तेरी वड्याई वडी 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 तेरी वड्याई वड्डी तेरी वड्याई वड्डी तेरी वड्याई वडी तेरी वड्याई वडी तेरी वड्याई वड्डी तेरी वड्याई तेरे कवन कवन गुण कह कह गावा तेरे कवन गुण कह कह गावां तू साहिब गुणी निधाना साहिब गुणी निधाना तुमरी महिमा वर्ण न सकूं तुमरी महिमा वर्ण न सकूं उठाकर ऊंच भगवाना
ठाकुर ऊंच भगवाना, तू ठाकुर ऊंच भगवाना। हाँ क्या सलाही किरण जंत, बड़ी तेरी वड्याई। हाँ क्या सलाही किरण जंत, बड़ी तेरी वड्याई। मैं तुझ बेली को नहीं, तू अंत सखाई। मैं तुझ बेली को नहीं, तू अंत सखाई। मैं तुझ बिन बेली को नहीं, तू अंत सखाई। तू अंत सखाई, तू अंत सखाई, तू अंत सखाई, तू अंत सखाई। मैं तुझ बिन बेली को नहीं, तू अंत सखाई। परिपूर्ण परमात्मा प्यारा ते सच्चा सज्जन है। जिथे लेखा मंगिए तिथे खड़े दिसन। ਸਾਹਿਬ ਸੱਚੇ ਪਾਤਸ਼ਾਹ ਜੀ ਨੇ परिपूर्ण परमात्मा ਦੇ ਇਹ ਜੀਵਨ ਜਿਉਂਦਿਆਂ ਅਤੇ ਜੀਵਨ ਤੋਂ ਬਾਅਦ ਦੀ ਜੋ ਉਹਦਾ ਸਾਥ ਹੈ ਉਸ ਦਾ ਜ਼ਿਕਰ ਕਰਦੇ ਹਾਂ ਇਸ ਪਾਵਨ ਸ਼ਬਦ ਅੰਦਰ। ਸਾਨੂੰ ਉਸ ਨਾਲ ਪਿਆਰ ਪਾਉਣ ਦਾ ਵੜ ਦੱਸਿਆ। ਸਾਹਿਬ ਰਹਿਮਤ ਕਰਨ। ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਸਾਹਿਬ, ਜਿਨ੍ਹਾਂ ਤੇ ਸਤਿਗੁਰ ਦੀ ਅਪਾਰ 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 ਬਖਸ਼ਿਸ਼ ਹੈ। ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀਆਂ ਵਿੱਚੋਂ ਇੱਕ ਨੇ। ਉਹਨਾਂ ਦੀ ਰਸਨਾ ਤੋਂ ਆਓ ਪਿਆਰ ਸਹਿਤ ਗੁਰੂ ਕਾ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਸਾਹਿਬ ਜੀ ਸਤਨਾਮ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ਼੍ਰੀ ਵਾਹਿਗੁਰੂ ਸਤਨਾਮ, ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਾਹਿਬ ਜੀਓ ਸਾਹਿਬ ਜੀਓ ਵਡਿਆਈ ਸੱਚੇ ਨਾਮ ਕੀ ਕੋਈ ਰਸਨਾ ਖਾਲੀ ਨਾ ਰਵੇ। ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਉਸਤਤੀ ਕਰਾ ਰਹੇ ਸਨ ਭਾਈ ਸਾਹਿਬ। ਇੱਕ ਵਾਰੀ ਫਿਰ ਉਹਦੀ ਵਡਿਆਈਆਂ ਵਿੱਚ ਜੁੜ ਜਾਈਏ, ਉਹਦੀ ਉਸਤਤੀ ਵਿੱਚ ਜੁੜ ਜਾਈਏ। ਪ੍ਰਭੂ ਦੇ ਨਾਮ ਦੀ ਉਸਤਤ, ਪ੍ਰਭੂ ਦੀ ਬੰਦਗੀ ਦੀ ਉਸਤਤ। ਸਤਿਗੁਰ ਦੇ ਮਿੱਠੇ ਬਚਨ ਹਿਰਦੇ ਵਿੱਚ ਵਸਾਈਏ। ਜਿਤਨੇ ਵੀ ਗੁਰਮੁਖ ਮਾਈ ਭਾਈ ਹਾਜ਼ਰ ਬੈਠੇ ਹੋ, ਭਾਈ ਸਾਰੇ ਹਾਜ਼ਰੀਆਂ ਲਗਵਾਓ ਤਾਂ ਕਿ ਸਤਿਗੁਰ ਦੇ ਦਰ ਸਾਡੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ। ਮੈਂ ਥੋੜੀ ਜਿਹੀ ਬੇਨਤੀ ਕਰਾਂਗਾ, ਸੰਗਤ ਕਾਫੀ ਆ ਰਹੀ ਹੈ ਤੇ ਆਪਾਂ ਅੱਧਾ ਕੁ ਫਿਟ ਥੋੜੇ ਅੱਗੇ ਆ ਜਾਓ, ਬਸ ਅੱਧਾ ਕੁ ਫਿਟ ਕਿਰਪਾ ਕਰੋ, ਥੋੜੇ ਅੱਗੇ ਹੋ ਜਾਓ ਆਪ ਜੀ, ਤਾਂ ਕਿ ਪਿਛਲੀਆਂ ਆਉਣ ਵਾਲੀਆਂ ਸੰਗਤਾਂ ਨੂੰ ਉਹ ਬੈਠਣ ਨੂੰ ਥੋੜਾ ਆਪ ਜੀ ਅੱਗੇ ਆ ਜਾਓ। ਬੇਨਤੀ ਪ੍ਰਵਾਨ ਕਰਨੀ। ਧੰਨਵਾਦ। ਵਡਿਆਈ ਸੱਚੇ ਨਾਮ ਕੀ, ਵਡਿਆਈ ਸੱਚੇ ਨਾਮ ਕੀ, ਵਡਿਆਈ ਸੱਚੇ ਨਾਮ। ਕਰੋ ਕਿਰਪਾ। ਵਡਿਆਈ ਸੱਚੇ ਹਉ ਜੀਵਾ ਸੁਣ ਸੁਣੇ, ਹਉ ਜੀਵਾ ਸੁਣ ਸੁਣੇ, ਹਉ ਜੀਵਾ ਸੁਣ ਸੁਣੇ, ਹਉ ਜੀਵਾ ਸੁਣ ਸੁਣੇ। ਵਡਿਆਈ ਸੱਚੇ ਨਾਮ ਕੀ, ਵਡਿਆਈ ਸੱਚੇ ਨਾਮ ਕੀ, ਸੱਚੇ ਨਾਮ ਕੀ, ਸੱਚੇ ਨਾਮ ਕੀ। ਸਾਰੇ ਇਕਾਗਰਤਾ ਵਿੱਚ ਇੱਕ ਵਾਰੀ ਪੜ੍ਹ ਕੇ ਵੇਖੋ। ਵਡਿਆਈ ਸੱਚੇ, ਵਡਿਆਈ ਸੱਚੇ ਨਾਮ ਕੀ,
ਸੁਣ ਸੁਣੇ ਹਉ ਜੀਵਾ ਸੁਣ ਸੁਣੇ ਹਉ ਜੀਵਾ ਸੁਣ ਸੁਣੇ ਹਉ ਜੀਵਾ ਸੁਣ ਸੁਣੇ ਵਡਿਆਈ ਸੱਚੇ ਵਡਿਆਈ ਸੱਚੇ ਨਾਮ ਸੱਚੇ ਨਾਮ ਸੱਚੇ ਨਾਮ ਕੀ ਪਸੂ ਪਰੇਤ ਅਗਿਆਨ ਪਸੂ ਪਰੇਤ ਅਗਿਆਨ ਉਧਾਰੇ ਇੱਕ ਖਣੇ ਇਹ ਨਾਮ ਦੀ ਏਡੀ ਵਡਿਆਈ ਹੈ ਸਤ ਸੰਗਤ। ਪਸ਼ੂ ਬਿਰਤੀ ਵਾਲੇ ਪਸ਼ੂ ਜਾਨਵਰ ਬਿਰਤੀ ਵਾਲੇ ਗਿਆਨ ਤੋਂ ਹੀਣੇ ਅਗਿਆਨ ਸਤਿਗੁਰੂ ਕਹਿੰਦੇ ਨੇ ਤੇਰੇ ਇੱਕ ਨਾਮ ਦੇ ਨਾਲ ਵੀ ਉਹਨਾਂ ਦਾ ਉਧਾਰ ਹੋ ਗਿਆ। ਬੋਲੋ ਸ੍ਰੀ ਉਹ ਵੀ ਤਰ ਗਏ। ਪਸੂ ਪਰੇ ਅਗਿਆਨ ਪਸੂ ਪਰੇ ਅਗਿਆਨ ਉਧਾਰੇ ਇੱਕ ਖਣੇ ਵਡਿਆਈ ਸੱਚੇ ਨਾਮ ਦੀ ਵਡਿਆਈ ਸੱਚੇ ਨਾਮ ਦੀ ਹਉ ਜੀਵਾ ਸੁਣ ਸੁਣੇ ਮੈਂ ਤੇ ਜਿਉਂਦਾ ਹੀ ਤਾਂ ਅੱਖਾਂ ਜੀਵਾ ਸਾਰੇ ਆਖੋ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਅੱਖਾਂ ਜੀਵਾ ਬਿਸਰੈ ਮਰ ਜਾਓ ਆਖੋ ਜੀ ਆਖਾਂ ਜੀਵਾ ਵਿਸਰੈ ਮਰ ਜਾਓ ਆਖਾਂ ਜੀਵਾ ਬਿਸਰੈ ਮਰ ਜਾਓ ਆਖਾਂ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਆਖਣ ਔਖਾ ਸਾਚੇ ਨਾਮ ਕੀ ਲਗ ਭੂਖ ਸਾਚੇ ਨਾਮ ਸਾਚਾ ਭੂਖ ਉਤ ਭੂਖੈ ਖਾਏ ਚਲਿਏ ਦੁਖ ਉਤ ਭੂਖੈ ਖਾਏ ਚਲਿਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੋ ਕਿਉਂ ਵਿਸਰੈ ਮੇਰੀ ਮਾਏ ਸੋ ਕਿਉਂ ਵਿਸਰੈ ਮੇਰੀ
ओ मेरी माए, ओ मेरी माए, सो क्यों बिसरे मेरी माए, जप लो सो क्यों बिसरे मेरी माए, सो क्यों बिसरे मेरी माए, सच्चा साहिब सचनाए, सच्चा साहिब सचनाए। ਮਾਂ ਨੇ ਪੁੱਛਿਆ ਸੀ, ਪੁੱਤਰ ਜੀ ਭੁੱਖ ਨਹੀਂ ਲੱਗਦੀ? ਪਿਆਸ ਨਹੀਂ ਲੱਗਦੀ? ਇਹ ਮਾਂ ਕੌਣ ਹੈ? ਮਾਂ ਹੈ ਤ੍ਰਿਪਤਾ, ਤੇ ਪੁੱਛ ਰਹੀ ਹੈ ਨਾਨਕ ਜੀ ਨੂੰ, ਪੁੱਤਰ ਜੀ ਨਾ ਤੁਹਾਨੂੰ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ, ਨਾ ਤੁਹਾਨੂੰ ਮੈਂ ਕਦੀ ਸੌਂਦਿਆਂ ਵੇਖਿਆ, ਨੀਂਦ ਵੀ ਨਹੀਂ ਆਉਂਦੀ ਤੁਹਾਨੂੰ। ਅੱਧੀ ਰਾਤ ਦਾ ਵੇਲਾ ਸੀ ਨਾ ਤੇ ਮਾਂ ਨੇ ਜਾ ਬੂਹਾ ਖੜਕਾਇਆ, ਦੀਵਾ ਜਲ ਰਿਹਾ ਸੀ, ਦਰਵਾਜ਼ੇ ਦੀ ਝੀਤਾਂ ਵਿੱਚੋਂ ਉਹਦੀ ਲੋ ਬਾਹਰ ਆ ਰਹੀ ਸੀ, ਪ੍ਰਕਾਸ਼ ਬਾਹਰ ਆ ਰਿਹਾ ਸੀ। ਮਾਂ ਕੋਲੋਂ ਰਿਹਾ ਨਾ ਗਿਆ, ਪੁੱਤਰ ਨੇ ਕੁਝ ਖਾਦਾ ਨਹੀਂ, ਭੁੱਖ ਨਹੀਂ ਲੱਗੀ ਹੋਣੀ ਸੂ, ਪਰ ਦੱਸਦਾ ਨਹੀਂ। ਪਿਆਸ ਵੀ ਲੱਗੀ ਹੋਣੀ ਹੈ, ਜਾ ਕੇ ਮੈਂ ਪੁੱਛ ਲਵਾਂ ਮਾਂ ਨੂੰ ਨੀਂਦਰ ਕਿੱਥੇ ਆਉਂਦੀ ਹੈ। ਪੁੱਤਰ ਭੁੱਖਾ ਹੋਵੇ, ਮਾਂ ਨੂੰ ਕਿੱਥੇ ਚੈਨ ਆਉਂਦਾ ਹੈ। ਮਾਂ ਨੂੰ ਤੇ ਪਤਾ ਹੀ ਨਹੀਂ ਸੀ ਮੇਰਾ ਪੁੱਤਰ ਨਾਨਕ ਹੈ ਕੌਣ। ਸਤ ਸੰਗਤ ਬੋਲੋ ਸਿਰੇ, ਨਹੀਂ ਤੇ ਇਹ ਵਿਚਾਰਧਾਰਾ ਕਦੀ ਅੰਦਰ ਆਉਂਦੀ ਨਾ, ਕਦੀ ਸੋਚਦੀ ਨਾ। ਨਾ ਹੀ ਪਿਤਾ ਨੂੰ ਪਤਾ ਸੀ ਨਾਨਕ ਹੈ ਕੌਣ, ਜੇ ਪਤਾ ਹੁੰਦਾ ਤੇ ਮੂੰਹ ਤੇ ਥੱਪੜ ਕਿਉਂ ਮਾਰਦਾ। ਪਰ ਪਤਾ ਸੀ ਤੇ ਸਿਰਫ ਨਾਨਕੀ ਨੂੰ ਪਤਾ ਸੀ, ਨਾਨਕ ਰੱਬ ਹੈ। ਬੋਲੋ ਸ੍ਰੀ, ਨਾਨਕੀ ਨੂੰ ਪਤਾ ਸੀ। ਯਾ ਰਾਏ ਬੁਲਾਰ ਜਾਣਦਾ ਸੀ ਨਾਨਕ ਕੌਣ ਹੈ। ਬੂਹਾ ਖੜਕਾਇਆ, ਗੁਰੂ ਨਾਨਕ ਨੇ ਬੂਹਾ ਖੋਲਿਆ। ਅੰਮਾ ਜੀ ਇਸ ਵਕਤ ਅੱਧੀ ਰਾਤ ਦਾ ਸਮਾਂ ਹੋ ਗਿਆ। ਅੰਮਾ ਜੀ ਕੀ ਗੱਲ ਹੈ? ਪੁੱਤਰ ਜੀ ਮੈਨੂੰ ਤੇ ਨੀਂਦ ਨਹੀਂ ਆ ਰਹੀ, ਤੁਸਾਂ ਕੁਝ ਖਾਦਾ ਨਹੀਂ ਪੀਤਾ ਨਹੀਂ। ਤੇ ਨੀਂਦ ਤੇ ਤੁਹਾਨੂੰ ਵੀ ਨਹੀਂ ਆ ਰਹੀ। ਪੁੱਤਰ ਜੀ ਤੁਸੀਂ ਸਾਰਾ ਦਿਨ ਕੁਝ ਬੋਲਦੇ ਰਹਿੰਦੇ ਹੋ, ਪਰ ਮੈਨੂੰ ਸਮਝ ਨਹੀਂ ਆਉਂਦੀ ਕੀ ਬੋਲਦੇ ਹੋ। ਬਾਹੋਂ ਫੜ ਕੇ ਮਾਂ ਨੂੰ ਕੋਲ ਬਿਠਾ ਲਿਆ। ਅੰਮਾ ਬਹਿ ਜਾ, ਇਹ ਬਾਤ ਸੁਣ ਕਿਹੜੀ। ਆਖਾਂ ਜੀਵਾਂ ਪੜੋ ਬਿਸਰੇ ਮਰ ਜਾਓ, ਆਖਾਂ ਜੀਵਾਂ ਬਿਸਰੇ ਮਰ ਜਾਓ। ਆਖਣ ਔਖਾ ਸਾਚਾ ਨਾਉ, ਆਖਣ ਔਖਾ
ਸਾਚੇ ਨਾਮ ਕੀ ਹੈ ਭੂਖ। ਵਾਹਿਗੁਰੂ ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲਿਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ। ਸਾਚਾ ਸਾਹਿਬ। ਕਰੋ ਅਰਦਾਸ ਇਦਾਂ ਦੀ ਪਿਆਸ ਤੇ ਭੁੱਖ ਲੱਗ ਜਾਵੇ। ਵਡਿਆਈ ਸੱਚੇ ਨਾਮ ਕੀ। ਵਡਿਆਈ ਸੱਚੇ ਨਾਮ ਕੀ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਵਡਿਆਈ ਸੱਚੇ ਨਾਮ ਕੀ। ਸੱਚੇ ਨਾਮ ਕੀ। ਸੱਚੇ ਨਾਮ ਕੀ। ਤਿੰਨ ਸੁਰੈਣ ਤੇਰਾ ਨਾਮ ਸਦਾ ਸਤ ਜਾਪੀਐ। ਤਿੰਨ ਸੁਰੈਣ ਤੇਰਾ ਨਾਮ ਸਦਾ ਸਤ ਜਾਪੀਐ। ਤ੍ਰਿਸ਼ਨਾ ਭੁੱਖ ਬਿਕਰਾ ਨਾਏ ਤੇਰਾ ਤ੍ਰਾਪੀਐ। ਕ੍ਰਿਸ਼ਨਾ ਭੁੱਖ ਨਾਏ ਤੇਰਾ ਤ੍ਰਾਪੀਐ। ਨਾਏ ਤੇਰਾ ਤ੍ਰਾਪੀਐ। ਨਾਏ ਤੇਰਾ ਤ੍ਰਾਪੀਐ। ਵਡਿਆਈ ਸੱਚੇ ਨਾਮ। ਵਡਿਆਈ ਹਉ ਜੀਵਾ ਸੁਣ ਸੁਣੇ। ਕਰੋ ਕਿਰਪਾ। ਹਉ ਜੀਵਾ ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਵਡਿਆਈ ਸੱਚੇ ਨਾਮ। ਸੱਚੇ ਨਾਮ ਕੀ। ਸੱਚੇ ਨਾਮ। ਸਾਰੇ ਆਖੋ ਸੱਚੇ ਨਾਮ ਕੀ। ਸੱਚੇ ਨਾਮ ਕੀ। ਵਡਿਆਈ ਸੱਚੇ ਨਾਮ ਕੀ। ਸੱਚੇ ਨਾਮ ਕੀ। ਸੱਚੇ ਨਾਮ ਕੀ। ਰੋਗ ਸੋਗ ਦੁੱਖ ਵੰਜੈ ਜਿਸ ਨਾਉ ਮਨ ਵਸੈ। ਰੋਗ ਸੋਗ ਦੁੱਖ ਵੰਜੈ
ਵੰਜੈ। ਇਹ ਭਾਸ਼ਾ ਹੈ ਸਿੰਧੀ, ਸਿੰਧੀ ਭਾਸ਼ਾ ਦਾ ਉਚਾਰਨ। ਵੰਜੈ ਚਲੇ ਗਏ, ਰੋਗ ਸੋਗ ਦੁੱਖ ਵੰਜੈ। ਪਰ ਕਿਵੇਂ ਗਏ? ਅਗਲੇ ਅੱਖਰ ਪੜੋ। ਜਿਸ ਨਾਉ ਮਨ ਵਸੈ। ਆਖੋ ਸ੍ਰੀ ਵਾਹ। ਇਹ ਅਰਦਾਸ ਕਰਕੇ ਜਪ ਦਾਤਾ ਉਹ ਰਹਿਮਤਾਂ ਦੇ ਸਾਈਂ ਕਿਰਪਾ ਕਰ ਸਾਡੇ ਤੇ, ਬਖਸ਼ਿਸ਼ ਕਰ, ਕਿਤੇ ਰਹਿਮਤਾਂ ਦਾ ਮੀਂਹ ਵਰਸਾ ਦੇ, ਆਪਣਾ ਨਾਮ ਇਸ ਹਿਰਦੇ ਵਿੱਚ ਵਸਾ ਦੇ। ਬੋਲੋ ਸ੍ਰੀ ਕਰੋ ਅਰਦਾਸ ਸਾਰੇ। ਰੋਗ ਸੋਗ ਦੁੱਖ ਵੰਜੈ, ਜਿਸ ਨਾਉ ਮਨ ਵਸੈ। ਸਾਰੇ ਬੋਲੋ ਰੋਗ ਸੋਗ ਦੁੱਖ ਵੰਜੈ, ਜਿਸ ਨਾਉ ਮਨ ਵਸੈ। ਤਿਸ ਹੈ ਪਰਾਪਤ ਲਾਲ, ਜੋ ਗੁਰ ਸ਼ਬਦੀ ਰਸੈ। ਇਸੇ ਪਰਾਪਤ ਜੋ ਗੁਰ ਸ਼ਬਦੀ ਰਸੈ। ਜੋ ਗੁਰ ਸ਼ਬਦੀ ਰਸੈ। ਜੋ ਗੁਰ ਸ਼ਬਦੀ ਰਸੈ। ਵਡਿਆਈ ਸੱਚੇ ਨਾਮ ਕੀ, ਵਡਿਆਈ ਵਡਿਆਈ ਸੱਚੇ ਨਾਮ ਕੀ। ਵਡਿਆਈ ਸੱਚੇ ਨਾਮ ਕੀ। ਹਉ ਜੀਵਾ ਸੁਣ ਸੁਣੇ, ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਸਾਰੇ ਕਿਰਪਾ ਕਰੋ। ਵਡਿਆਈ ਸੱਚੇ ਨਾਮ ਕੀ। ਵਡਿਆਈ ਸੱਚੇ ਨਾਮ ਕੀ। ਸੱਚੇ ਨਾਮ ਕੀ। ਸੱਚੇ ਨਾਮ ਕੀ। ਖੰਡ ਬ੍ਰਹਮੰਡ ਬੇਅੰਤ, ਉਦਾਹਰਣ ਹਾਰਿਆ। ਖੰਡ ਬ੍ਰਹਮੰਡ ਬੇਅੰਤ, ਉਦਾਹਰਣ ਹਾਰਿਆ। ਤੇਰੀ ਸੋਭਾ ਸੱਚੇ ਮੇਰੇ ਪਿਆਰਿਆ। ਤੇਰੀ ਸੋਭਾ ਮੇਰੇ ਪਿਆਰਿਆ। ਸੱਚੇ ਮੇਰੇ ਪਿਆਰਿਆ। ਹਾਂ ਸੱਚੇ ਮੇਰੇ ਪਿਆਰਿਆ। ਵਡਿਆਈ ਸੱਚੇ ਨਾਮ ਕੀ। ਵਡਿਆਈ ਸੱਚੇ ਨਾਮ ਕੀ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ ਸੁਣੇ। ਹਉ ਜੀਵਾ ਸੁਣ
ਵਡਿਆਈ ਸੱਚੇ ਵਡਿਆਈ ਸੱਚੇ ਨਾਮ ਸੱਚੇ ਨਾਮ ਸੱਚੇ ਨਾਮ ਕੀ। ਸਤਿ ਸ੍ਰੀ ਅਕਾਲ। ਬਹੁਤ ਦਿਨਾਂ ਤੋਂ ਹੁਕਮਨਾਮੇ ਆ ਰਹੇ ਸਨ ਸੰਗਤਾਂ ਦੇ ਕਿ ਇਹ ਵਾਲਾ ਸ਼ਬਦ ਆਪ ਜੀ ਸਰਵਣ ਕਰਾਓ। ਉਹ ਸ਼ਬਦ ਹੈ ਨਮਸਕਾਰ ਤਾਂ ਕੋ ਲੱਖ ਵਾਰ, ਇਹ ਮਨ ਦੀਜੈ ਤਾਂ ਕੋ ਵਾਰ। ਆਓ ਸਾਰੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋਏ ਸਾਰੇ ਹਾਜ਼ਰੀਆਂ ਲਵਾਓ, ਕੋਈ ਰਸਨਾ ਖਾਲੀ ਨਾ ਰਹੇ। नमस्कार ताको लख बार। नमस्कार ताको लख बार। सारे जपो जी। नमस्कार ताको लख बार। नमस्कार ताको लख बार। एह मन दीजै, एह मन दीजै ताको बार। नमस्कार ताको लख बार, ताको लख बार। सिमरन ताकै मिटे संताप, होए आनंद ना व्यापता। ऐसो हीरा निर्मल नाम, ऐसो ही निर्मल नाम। जास जपत पूरन सब काम। नमस्कार ताको लख बार। जपो सारे।
ਨਮਸਕਾਰ ਤਾਕੋ ਲਖ ਬਾਰ। ਜਾਂ ਕੀ ਤ੍ਰਿਸ਼ਟ ਦੁਖ ਡੇਰਾ ਟਹੈ, ਅੰਮ੍ਰਿਤ ਨਾਮ ਸੀਤਲ ਮਨ ਗਹੈ। ਅਨਕ ਭਗਤ ਜਾ ਕੇ ਚਰਨ ਪੁਜਾਰੀ, ਅਨਕ ਭਗਤ ਜਾ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ। ਨਮਸਕਾਰ ਤਾਕੋ ਲਖ ਬਾਰ। ਨਮਸਕਾਰ ਤਾਕੋ ਲਖ ਬਾਰ। ਇਹ ਮਨ ਦੀਜੈ, ਇਹ ਮਨ ਦੀਜੈ ਤਾਕੋ ਵਾਰ। ਨਮਸਕਾਰ ਤਾਕੋ ਲਖ ਬਾਰ। ਖਿਨ ਮੈਂ ਊਣੇ ਸੋ ਪਰ ਪਰਿਆ, ਖਿਨ ਮੈਂ ਸੂਕੇ ਕੀਨੇ ਹਰਿਆ, ਖਿਨ ਮੈਂ ਨਿਥਾਵੇਂ ਕੋ ਤੀਨੋ ਥਾਨ, ਖਿਨ ਮੈਂ ਨਿਬਾਣੇ ਕੋ ਤੀਨੋ ਮਾਨ, ਖਿਨ ਮੈਂ ਨਿਬਾਣੇ ਕੋ ਤੀਨੋ ਮਾਨ। ਨਮਸਕਾਰ ਤਾਕੋ ਲਖ ਬਾਰ। ਨਮਸਕਾਰ ਤਾਕੋ ਲਖ ਬਾਰ। ਇਹ ਮਨ ਦੀਜੈ, ਇਹ ਮਨ ਦੀ ਤਾਕੋ ਵਾਰ। ਨਮਸਕਾਰ ਤਾਕੋ ਲਖ ਬਾਰ। ਸਭ ਮੈਂ ਏਕ ਰਿਹਾ ਭਰਪੂਰਾ, ਜਪੋ ਸਭ ਮੈਂ ਏਕ ਰਿਹਾ ਭਰਪੂਰਾ। ਤੂੰ ਸਭਨੀ ਥਾਂ ਜਿੱਥੇ ਹੋ ਜਾਈ, ਤੂੰ ਸਭਨੀ ਥਾਂ ਜਿੱਥੇ ਹੋ ਜਾਈ। ਸਾਚਾ ਸਿਰਜਨਹਾਰ ਜਿਉ, ਸਾਚਾ ਸਿਰਜਨਹਾਰ ਜਿਉ। ਸਭਨਾ ਕਾ ਦਾਤਾ ਕਰਮ
ਵਿਸਾਰਨ ਹਾਰ ਜਿਓ ਸਭ ਮੈਂ ਏਕ ਰਿਹਾ ਭਰਪੂਰਾ ਸਭ ਮੈਂ ਏਕ सब गोविंद है 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 गोविंद बिन नहीं कोई सब में एक रेहा भरपूरा सब में एक रेहा भरपूरा सो जापै जिस सतगुर सब में रेहा भरपूरा दिल अगर दाना बवत भाई साहब भाई नंदलाल जी आप लिखते ने तू किथे नहीं है तू ते हर पासे है दिल अगर दाना बवद अंदर किनार सियार हस दिल अगर दाना बवद अंदर किनार सियार हस चश्मगर दीना बवत हर तरफ दीदार यस ਇਹਦੀ ट्रांसलेशन भी सुन लेनी ये फारसी का शेर है भाई साहब भाई नंद लाल जी का दिल अगर दाना बवत आप लिखते ने जे साडा हिरदा निर्मल है साफ है दिल अगर दाना बवद भाव के दिल विच इत्थे कोई मैल नहीं बिल्कुल साफ है अंदर किनार सियार हस भाई साहब कहंदे ने प्रीतम तेरी बुकल विच है बोलो सिरे दूर नहीं चश्मगर अखां होणियां चाहिदियां ने वेखण वालियां जिन्हां अखां दा जिक्र मैं हुणे कीता है ना भावें मां ही सी पर ਉਹਦੇ ਕੋਲ ਅੱਖਾਂ ਨਹੀਂ ਸਨ ਮੇਰਾ ਪੁੱਤਰ ਨਾਨਕ ਹੈ ਕੌਣ ਨਾ ਹੀ ਪਿਤਾ ਕਾਲੂ ਕੋਲ ਅੱਖਾਂ ਸਨ ਕਿ ਮੇਰਾ ਪੁੱਤਰ ਨਾਨਕ ਹੈ ਕੌਣ ਜੇ ਉਹਨੂੰ ਅੱਖਾਂ ਮਿਲੀਆਂ ਹੁੰਦੀਆਂ ਤੇ ਚਪੇੜ ਹੀ ਕਿਉਂ ਮਾਰਦਾ ਭਾਈ ਸਾਹਿਬ ਕਹਿੰਦੇ ਨੇ ਅੱਖਾਂ ਹੋਣੀਆਂ ਚਾਹੀਦੀਆਂ ਨੇ ਰੱਬ ਨੂੰ ਪਛਾਣਨ ਵਾਲੀਆਂ ਚਸ਼ਮਗਰ दीना बवद जे अखा मिल गईयां हर तरफ दीदार अस सब में एक रेहा भरपूरा सो जापै जिस सतगुर पूरा हर कीर्तन ताको आधार हर कीर्तन ताको आधार कौ नानक जिस आप दया करो नमस्कार
ਨਮਸਕਾਰ ਤਾਕੋ ਲਖਵਾਰ ਨਮਸਕਾਰ ਤਾਕੋ ਲਖਵਾਰ ਇਹ ਮਨ ਕੀ ਜੈ ਇਹ ਮਨ ਕੀ ਜੈ ਤਾਕੋ ਵਾਰ ਨਮਸਕਾਰ ਨਮਸਕਾਰ ਤਾਕੋ ਲਖਵਾਰ ਤਾਕੋ ਲਖਵਾਰ ਨਮਸਕਾਰ ਤਾਕੋ ਲਖਵਾਰ ਨਮਸਕਾਰ ਤਾਕੋ ਲਖਵਾਰ 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 ਤਾਕੋ ਆਓ ਹੁਣ ਬੜੇ ਪਿਆਰ ਸਹਿਤ ਆਓ ਬੜੇ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ ਉਹਨਾਂ ਕੋਲੋਂ ਗੁਰੂ ਸ਼ਬਦ ਕੀਰਤਨ ਰਹਿੰਦੇ ਸਮੇਂ 'ਚ ਆਪ ਜੀ ਸਰਵਨ ਕਰੋ। ਸਰਬੱਤ ਦਾ ਧੰਨਵਾਦ, ਭੁੱਲ ਚੁੱਕ ਦੀ क्षमा, ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 मैं बिन गुर देखे नींद न आवे, मैं बिन गुर देखे नींद न आवे। मैं बिन गुर देखे नींद न आवे,
ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੇ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਹਰ ਹਰ ਦਇਆ ਕਰੋ ਗੁਰ ਮੇਲਾ ਹਰ ਹਰ ਦਇਆ ਕਰੋ ਗੁਰ ਮੇਲਾ ਜਨ ਨਾਨਕ ਗੁਰ ਮਿਲ ਰਹਿ ਜੀਓ ਜਨ ਨਾਨਕ ਗੁਰ ਮਿਲ ਰਹਿ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰਾ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮਧੂਸੂਦਨ ਮੇਰੇ ਮਨ ਤਨ ਪ੍ਰਾਨਾ ਓ ਹਰ ਬਿਨ ਦੂਜਾ ਅਵਰ ਜਾਨਾ ਮਧੂਸੂਦਨ ਮੇਰੇ ਮਨ ਤਨ ਪ੍ਰਾਨਾ ਓ ਹਰ ਬਿਨ ਦੂਜਾ ਅਵਰ ਨ ਜਾਨਾ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੇਰੇ ਮਨ ਤਨ ਵੇਦ ਗੁਰ ਬਿਰਹੁ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ
ਹੋ ਮਨ ਤਨ ਖੋਜੀ ਭਾਰ ਭਲਾਈ ਜੋ ਨਾਰਾ ਆਲ ਭਲਾਈ ਹੋ ਮਨ ਤਨ ਖੋਜੀ ਭਾਰ ਭਲਾਈ ਜੋ ਨਾਰਾ ਪ੍ਰੀਤਮ ਮਿਲੈ ਮਿਲ ਭਾਈ ਮਿਲੈ ਮੇਰੀ ਭਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਓ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰਾ ਮਨ ਤਨ ਵੇਦਾ ਗੁਰ ਵੀਰ ਹੁਣ ਗਾਵੇ ਮੇਰਾ ਮਨ ਤਨ ਵੇਦਾ ਗੁਰ ਵੀਰ ਹੁਣ ਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤ ਸਤਿਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਮੇਰਾ ਮਾਤ ਪਿਤਾ ਸਤਿਗੁਰ ਪੂਰਾ ਗੁਰ ਜਨ ਮਿਲ ਕਮਨ ਵਿਗਸੈ ਜੀਓ ਗੁਰ ਜਨ ਮਿਲ ਕਮਨ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰਾ ਮਨ ਤਨ ਵੇਦਾ ਗੁਰ ਵੀਰ ਹੋ ਗਾਵੇ ਮੇਰਾ ਮਨ ਤਨ ਵੇਦਾ ਗੁਰ ਵੀਰ ਹੋ ਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਹਰ ਹਰ ਦੇਆ ਤਾਰਾ ਗੁਰ ਮੇਲਾ ਹਰ ਹਰ ਦਇਆ ਕਰੋ ਗੁਰ ਮੇਲਾ ਹਰ ਹਰ ਦੇਆ ਤਾਰਾ ਗੁਰ ਮੇਲਾ ਜਨ ਨਾਨਕ ਗੁਰ ਮਿਲ ਰਸੈ ਜੀਓ ਜਨ ਨਾਨਕ ਗੁਰ ਮਿਲ ਰਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ
ਬਿਨ ਗੁਰ ਦੇਖੇ ਨੀਂਦ ਨਾ ਆਵੇ। हो रहे ना सका बिन देखे प्रीतमा, हो रहे ना सका बिन देखे प्रीतमा। मैं नीर बहे वह, मैं नीर बहे वह चल जियो रह ना सका बिन देखे प्रीतमा, हो रह ना सका बिन देखे प्रीतमा। मैं नीर बहे वह, मैं नीर बहे वह चल जियो रह ना सका बिन देखे प्रीतमा, हो रह ना सका बिन देखे प्रीतमा। हर हर नाम में हर मान भाया, हर हर नाम में हर मान भाया। बड़ भागी हर नाम ध्याया, बड़ भागी हर नाम ध्याया। गुरपुरे हर नाम सिद्ध पाई, गुरपुरे हर नाम सिद्ध पाई। कबीर लादूर मत चल जियो रह ना सका बिन देखे प्रीतमा, हो रह ना सका बिन देखे प्रीतमा। मैं नीर बहे वह, मैं नीर बहे वह चल जियो रह ना सका बिन देखे प्रीतमा, हो रह ना सका बिन देखे प्रीतमा। मैं हर हर खर्च लिया बान पल्ला, मैं हर हर खर्च लिया बान पल्ला। मेरा प्राण सुखाई सदा नाल चल
ਸਮਝਣਾ ਹਰ ਨੇ ਜਲ ਹਾਰ ਤਨ ਪੱਲੇ ਜਿਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਆਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਮੈਂ ਨੀਰ ਬਹਿ ਕੱਲਾ ਜਿਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਆਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਹਰ ਹਰ ਸਜਣ ਮੇਰਾ ਪ੍ਰੀਤਾ ਮਰਾਇਆ ਹਰ ਹਰ ਸੱਜਣ ਮੇਰਾ ਪ੍ਰੀਤਮ ਮੇਰਾ ਸਜਣ ਹਰ ਹਰ ਸਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਚੱਲਾ ਜਿਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਮੈਂ ਨੀਰ ਬਹਿ ਚੱਲਾ ਜਿਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਆਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋਰੇ ਨਾ ਸਕਾ ਬਿਨ ਦੇਖਿਆ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮੇਲਾ ਹਰ ਜੀਓ ਕਿਰਪਾ ਕਰੋ ਗੁਰ ਮੇਲਾ ਤਨ ਨਾਨਕ ਹਰ ਤਨ ਪੱਲੇ ਜਿਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਰਹਿ ਨਾ ਸਕਾ
ਹਉ ਵਾਰੀ ਬੰਜਾ ਕੋਲੀ ਬੰਜਾ ਹਉ ਵਾਰੀ ਬੰਜਾ ਕੋਲੀ ਬੰਜਾ ਤੂੰ ਪਰਬਤ ਮੇਰਾ ਓਲਾ ਰਾਮ ਤੂੰ ਪਰਬਤ ਮੇਰਾ ਓਲਾ ਰਾਮ ਹਉ ਵਾਰੀ ਬੰਜਾ ਕੋਲੀ ਬੰਜਾ ਹਉ ਵਾਰੀ ਬੰਜਾ ਕੋਲੀ ਬੰਜਾ ਹਉ ਵਾਰੀ ਬੰਜਾ ਜਪੋ ਕੋਲੀ ਬੰਜਾ ਤੂੰ ਪਰਬਤ ਮੇਰਾ ਓਲਾ ਰਾਮ ਤੂੰ ਪਰਬਤ ਮੇਰਾ ਓਲਾ ਰਾਮ ਹਉ ਵਾਰੀ ਬੰਜਾ ਹਉ ਵਾਰੀ ਬੰਜਾ ਹੋ ਬਲ ਜਾਈ ਲੱਖ 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 ਕਰਿਆ ਹੋ ਬਲ ਜਾਈ ਲੱਖ 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 ਬਰਿਆ ਜਿਨ ਪਰਮ ਪਰਦਾ ਖੋਲਾ ਰਾਮ ਪਰਮ ਪਰਦਾ ਖੋਲਾ ਰਾਮ ਪਰਮ ਪਰਦਾ ਖੋਲਾ ਰਾਮ ਜਿਨ ਪਰਮ ਪਰਦਾ ਖੋਲਾ ਰਾਮ ਹੋ ਵਾਰੀ ਬੰਜਾ ਕੋਲੀ ਬੰਜਾ ਤੂੰ ਪਰਬਤ ਮੇਰਾ ਓਲਾ ਰਾਮ ਤੂੰ ਪਰਬਤ ਮੇਰਾ ਓਲਾ ਰਾਮ ਹੋ ਵਾਰੀ ਬੰਜਾ ਕੋਲੀ ਬੰਜਾ ਮਿਟੇ ਅੰਧਾਰੇ ਤਜੇ ਵਿਕਾਰੇ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨ ਮਾਨਾ ਠਾਕੁਰ ਸਿਉ ਮਨ ਮਾਨਾ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਭਾਣੀ ਭਈ ਨਿਕਾਣੀ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਸਫਲ ਜਨਮ ਪਰਵਾਨਾ ਹੋ ਵਾਰੀ ਬੰਜਾ ਕੋਲੀ ਬੰਜਾ ਪਰਬਤ ਮੇਰਾ ਓਲਾ ਰਾਮ ਤੂੰ ਪਰਬਤ ਮੇਰਾ ਓਲਾ ਰਾਮ ਹੋ ਵਾਰੀ ਬੰਜਾ ਕੋਲੀ ਬੰਜਾ ਹੋ ਵਾਰੀ ਬੰਜਾ ਕੋਲੀ ਬੰਜਾ ਭਾਈ ਅਮੋਲੀ ਭਾਰਾ ਤੋਲੀ ਭਾਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਭਉ ਹੋਈ ਕਹੋ
ਬੱਚਾ ਕੋਟੀ ਬੱਚਾ ਤੂੰ ਪਰ ਬਸ ਮੇਰਾ ਉਤਾਰਾ ਤੂੰ ਪਰ ਬਸ ਮੇਰਾ ਉਤਾਰਾ ਮੋਰਾਰੀ ਬੱਚਾ ਕੋਟੀ ਬੱਚਾ ਓ ਵਾਰੀ ਬੱਚਾ ਕੋਟੀ ਬੱਚਾ ਓ ਵਾਰੀ ਬੱਚਾ ਕੋਟੀ ਬੱਚਾ ਐਸ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਸਤਿਗੁਰੂ ਜੀ ਦੀ ਪਾਰ ਕਿਰਪਾ ਦੇ ਨਾਲ ਸਮੂਹ ਨੇ ਸਤਸੰਗ ਦੀਆਂ ਕੜੀਆਂ ਦੇ ਵਿੱਚ ਹਾਜ਼ਰੀ ਲਵਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸਰਬ ਸਾਧ ਸੰਗਤ ਨੂੰ ਸਭ ਗੁਰੂ ਕੇ ਸੇਵਾਦਾਰਾਂ ਨੂੰ ਕੀਰਤਨੀਆਂ ਨੂੰ ਉਦਮ ਪ੍ਰੇਰਨਾ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੇ ਨਾਲ ਚਰਨਾਂ ਦੇ ਨਾਲ ਜੋੜੀ ਰੱਖਣ ਜੀ। ਸੋ ਆਓ ਅਗਲਾ ਪ੍ਰੋਗਰਾਮ ਆਪ ਜੀ ਪਿਆਰ ਸਹਿਤ ਸਰਵਣ ਕਰੋ, ਰਲ ਮਿਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ, ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਜੰਗੀਲਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰੀ, ਸਾਰਿਆਂ ਜਥਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਵਾਹਿਗੁਰੂ ਦੇ ਚਰਨ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਸਦਾ ਇਹਨਾਂ ਜਥਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ। ਕੱਲ ਦੇ ਪ੍ਰੋਗਰਾਮ ਕੱਲ ਸਵੇਰੇ ਜੋ 5 ਅਖੰਡ ਪਾਠ ਸਾਹਿਬ ਸ੍ਰੀਚਰਵਾਰ ਸਵੇਰੇ ਆਰੰਭ ਹੋਏ ਸਨ, ਕੱਲ ਸਵੇਰੇ 9 ਵਜੇ 5 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਦੇ ਸਵੇਰ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਸ ਉਪਰੰਤ ਕੱਲ ਸ਼ਾਮ ਨੂੰ ਢਾਡੀ ਦਰਬਾਰ ਹੈ ਜੀ, ਸ਼ਾਮ 4:45 ਤੇ ਰਹਿਰਾ ਸਾਹਿਬ ਦੀ ਬਾਣੀ ਦੇ ਨਾਲ ਕੱਲ ਸ਼ਾਮ ਦੇ ਦੀਵਾਨ ਆਰੰਭ ਹੋਣਗੇ। ਉਸ ਉਪਰੰਤ ਕੌਮ ਦੇ ਮਹਾਨ ਢਾਡੀ ਜਥੇ ਆਪ ਸੰਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਾਉਣਗੇ। ਆਪ ਸਾਰੀਆਂ ਸੰਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਦੇ ਦੀਵਾਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਲੈ ਕੇ ਜ਼ਰੂਰ ਪਹੁੰਚੋ ਤਾਂ ਜੋ ਆਪਣੇ ਬੱਚਿਆਂ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਸਾਂਝ ਪਾਈ ਜਾ ਸਕੇ। ਅੱਜ ਦੇ ਦੀਵਾਨ ਦੀ ਸਮਾਪਤੀ ਹੈ ਜੀ। ਆਓ ਅਰਦਾਸ ਦੇ ਵਿੱਚ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਜੀ ਨੇ ਤਾਪ ਨਿਵਾਰਨ ਧਾਰਾ ਦੁਖੰਤਾ ਸੁਖ ਰਾਸ ਤਾਕੋ ਬਿਗਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ। ਅਰਦਾਸ ਕਿਉਂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ। ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਨੋ ਨਿਦ ਆਵੇ ਧਾਏ ਸਭ ਥਾਏ ਹੋਈ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਜਗਦੀ ਜੋਤ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਲੱਠਿਆਂ ਜੱਪਿਆਂ ਤੱਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਗੜ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮੇਸੇ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਕਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਨਾਮ ਨਿਭਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ।
ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਗੇ ਗੁਰੂ ਵਾਗੇ ਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੱਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਉਟੀਆਂ ਦਿਓ ਦੇ ਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਰਤਾ ਗੱਦੀ ਪ੍ਰਭੂ ਨੂੰ ਸਮਰਪਿਤ ਅਤੇ 43ਵੇਂ ਮਹਾਨ ਨਗਰ ਕੀਰਤਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਹਨ ਜੀ। ਸਜੇ ਹੋਏ ਦੀਵਾਨਾਂ ਵਿੱਚ ਰਾਹੀ ਬਾਣੀ ਦੇ ਸ਼ਬਦ ਕੀਰਤਨ ਆਰਤੀ ਸ਼ਬਦ ਚੌਕੀ ਸਤਿਗੁਰੂ ਜੀਓ ਗੁਰਮਤਿ ਵਿਚਾਰਾਂ ਹੋਈਆਂ ਹਨ ਜੀ। ਕੀਰਤਨ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਅਗੋਂ ਲਈ ਸੁਮਤ ਬਖਸ਼ਿਸ਼ ਕਰਨੀ ਆਈ ਸਾਧ ਸੰਗਤ ਦੀ ਹਾਜ਼ਰੀ ਲੇਖੇ ਲਾਉਣੀ। ਦਿਲ ਫੁੱਲ ਭੇਟਾਵਾਂ ਦਰ ਪ੍ਰਮਾਨ ਕਰਨੀਆਂ। ਦਰੋਂ ਘਰੋਂ ਨਾਮਦਾਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ। ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਵਣੀ। ਕਾਰੋਬਾਰਾਂ ਵਿੱਚ ਤਰੱਕੀ ਬਖਸ਼ਿਸ਼ ਕਰਨੀਆਂ। ਦੇਹ ਰੁਕਾਵਾਂ ਮਨੋ ਕਾਮਨਾਵਾਂ ਪੂਰਨ ਕਰਨੀਆਂ ਜੀ। ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਰਵਾਹ ਚੱਲ ਰਹੇ ਨੇ ਜੀ। ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਹੋ ਰਹੀ ਹੈ। ਕਿਰਪਾ ਕਰਨੀ ਸਭਨਾ ਪਰਿਵਾਰਾਂ ਦੇ ਮਨੋਰਥ ਪੂਰਨ ਕਰਨੇ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਰੋ ਕਿਰਪਾ। ਐਸ ਵੇਲੇ ਆਪ ਜੀ ਆਪਣਾ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਜੀ। ਉਪਰੰਤ ਆਪ ਜੀ ਦੇ ਸੁਖਾਸਨ ਸਾਹਿਬ ਕਰਨ ਦੀ ਆਗਿਆ ਬਖਸ਼ੋ ਜੀ। ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਵੀਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ। ਸਭ ਸੇ ਕਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਚ ਹੈ ਰਾਜ करेगा खालसा। वार में सब मिलेंगे वाहिगुरु नाम जहाज है। जो शरदा कर सिंह दे पंडा जाके हाथ में सो हमारी रखिया करे। सो हमारी रखिया करे। बोले सोनेगा वाहिगुरु जी का खालसा वाहिगुरु जी की फतेह। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
रैन गवाई सुई कै दिवस गवाया खाए हीरे जैसा जन्म है कौडी बदले जाए मेहरबान मेहरबान साहिब मेरा मेहरबान तू काहे डोले प्राणिया तुद राखेगा सिरजनहार जिन पैदाइश तू किया सोई दे आधार सुकहो टल गुर से भी है अहनिस सहज गुरु कह जन्म मरण दुख जाए दर्शन परसे गुरु कह जन्म मरण दुख जाए सतनाम श्री वाहे गुरु साहिब जियो सलोक महला तीजा ए मन हर जीत्याए तू एक मन एक चित पाए हर किया सदा सदा वड्याइयां देह न पछोताए ए मन हर जीत्याए तू एक मन एक चित पाए हर किया सदा सदा वड्याइयां देह न पछोताए हो हर कै सद बलिहारने जित सेवे सुख पाए नानक गुरमुख मिल रहा हम मैं शब्द जलाए महला तीजा आपे सेवा लायन आपे बख्श करे सबना का माँ प्यो आप है
आपे सार करे नानक नाम ते आयन तिन निज घर वास है जुग जुग सोबा होए पौड़ी तू करण कारण समरथ है करते मैं तुझ बिन अवर न कोई तुद आपे शिष्ट सिरजिया आपे फुन गोही सब इको शब्द वरतदा जो करे सो होई वडियाई गुरमुख दे प्रभ हर पावे सोई गुरमुख नानक आराध्या सब आखो तन 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 गुर सोही वडियाई गुरमुख दे प्रभ हर पावे सोई गुरमुख नानक आराध्या सब आखो तन 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 गुर सोही सुध वाहिगुरु जी का खालसा वाहिगुरु जी की फतेह। ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। जय कर कीर्ति आखिए करते का होए विचारो तित कर गावो सोहिला सिवरो सिरजनहारो। तुम गावो मेरे निरभाव का सोहिला हूँ वारी जित सोहिले सदा सुख होए रहा। नेत नेत जियड़े समालियन देखेगा देवनहार। तेरे दाने कीमत ना पवे तिह दाते कवन सुमार। संबत साहा लिखिया मिलकर पावो तेल। दियो सज्जन सीसड़ियां जो होवे सहब स्यो मेल। घर कारे हो पहुंचा सदड़े नित पवन। सदन हारा सिमरिए नानक से दयावन। राग आसा महला पहला। छे घर छे गुर छे उपदेश। गुर गुर एको वेस अनेक। बाबा जयकर करते कीर्त होए सो घर राख। वडाई तोहे रहाओ। विसवे जसिया घड़ियां पैरां थिती वारी मां हुआ। सूरज एको रुत अनेक। नानक करते के केते वेस। राग धनासरी महला पहला। गगन में थाल राव चंद दीपक बने। तारका मंडल जनक मोती। धूप न्यालो पवन चवरो करे। सगल बनराए फुलंत ज्योति। कैसी आरती होए पवखंडना तेरी आरती। अनाहता शब्द वजंत भेरी रहाओ। सहस तव नैन नाना नैन है तोहे को। सहस मूरत नाना एक तोही।
ਸਹਿਸ ਪਦ ਬਿਮਲ ਨਾਨਾ ਇੱਕ ਪਦ ਗੰਧ ਬਿਨ ਸਹਿਸ ਤਵ ਗਾਂਧੀ ਵਿਚਲ ਤਮੋਹੀ ਸਾਮੇ ਜੋਤ ਜੋਤ ਹੈ ਸੋਏ ਤਿੰਦੇ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਂਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਡੰਡਾਓ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੇ ਦੁਖ ਪਾਵੇਂ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਾ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸੁ ਸੁਹੇਲਾ ਔਦ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਆਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਧਾਰਾ ਸੰਤਾ ਸੁਖ ਰਾਸ ਤਾਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਕਿਉ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਦੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨ ਵਿਦ ਆਵੇ ਧਾਏ ਸਭ ਥਾਏ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਜਾਗਦੀ ਜੋਤ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਇਹ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸਰਬ ਸੰਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਹਨ ਜੀ। ਸੰਧਿਆ ਵੇਲੇ ਦੇ ਦੀਵਾਨ ਸਜੇ ਸਨ ਸਜੇ ਹੋਏ ਦੀਵਾਨਾਂ ਦੀ ਸਮਾਪਤੀ ਹੋਈ ਹੈ ਜੀ। ਆਪ ਜੀ ਦੇ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਦੇ ਸਰੂਪ ਸਾਹਿਬ ਜੀ ਦੀ ਸੇਵਾ ਢੋਲਾ ਸਾਹਿਬ ਬਾਣੀ ਜੀ ਦੇ ਪਾਠ ਕਰਦਿਆਂ ਹੋਇਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ ਅਗੋਲੇ ਸਮਝ ਬਖਸ਼ਿਸ਼ ਕਰਨੀ। ਆਈ ਸਾਧ ਸੰਗਤ ਦੀ ਹਾਜ਼ਰੀ ਦੇਖੇ ਨਾਮੇ ਤਿਲ ਫੁੱਲ ਭੇਟਾਵਾਂ ਦਰਪਮਾਨ ਕਰਨੀਆਂ ਦਰੋਂ
ਘਰੋਂ ਨਾਮਦਾਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਜੀ। 4 ਪਹਿਰ ਦਿਨ ਦੇ ਆਪ ਜੀ ਦੇ ਪਾਣੀ ਵਿੱਚ ਬਤੀਤ ਹੋਇਆ ਹੈ। 4 ਪਹਿਰ ਰਹਿਣ ਆਈ ਆਪ ਜੀ ਦੇ ਪਾਣੀ ਵਿੱਚ ਬਤੀਤ ਕਰਾਣਾ ਜੀ। ਕਰੋ ਕਿਰਪਾ ਇਸ ਵੇਲੇ ਆਪ ਜੀ ਆਪਣੇ ਨਿਜੀ ਸਥਾਨ ਤੇ ਵਿਰਾਜਮਾਨ ਹੋ ਸਰਬ ਸੰਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ। ਫਿਰ ਅੰਮ੍ਰਿਤ ਵੇਲੇ ਸੇ ਤਰ੍ਹਾਂ ਸਰਬ ਸੰਤਾਂ ਨੂੰ ਦਰਸ਼ਨ ਦੇ ਕੇ ਨਿਆਲ ਕਰਨਾ ਜੀ। ਅੱਖਰ ਵਾਦਾ ਘਾਟਾ ਕੋਈ ਚੁੱਪ ਮਾਫ ਕਰਨੀ। ਸਰਬਤ ਦੇ ਕਾਰਜ ਨਾਸ ਕਰਨੇ। ਸਹੀ ਪਿਆਰੇ ਵੇਦ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਜਿੱਥੈ ਜਾਏ ਬਹੈ ਮੇਰਾ ਸਤਿਗੁਰੂ ਸੋ ਥਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ। ਲੈ ਧੁਰਮੁਖ ਲਾਵਾਂ ਧੁਰਮੁਖ ਲਾਵਾਂ ਗੁਰ ਸਿੱਖਾਂ ਕੀ ਕਾਲ ਤਾਏ ਪਈ। ਜਿਨ ਹਰ ਨਾਮ ਤੇ ਆਵਾਂ ਨਾਮ ਤੇ ਆਵਾਂ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਪੂਜ ਕਰਾਵਾਂ। ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋ ਨਾਨਕ। ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰ ਸੁਖ ਪਾਈਐ ਰਾਮਾ ਰੰਗ ਰਵਹੁ ਆਤਮੈ ਰਾਮ ਰਹਾਉ। ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ। ਮਨ ਜੀਤੇ ਜਗ ਜੀਤਿਆ ਜਾਂਤੇ ਵਿਖਿਆ ਤੇ ਹੋਏ ਉਦਾਸ। ਅੰਜਨ ਦੇ ਸਬੈ ਕੋਈ ਟੁਕ ਚਾਹਨ ਮਹਿ ਬਿਡਾਨ। ਗਿਆਨ ਅੰਜਨ ਜਿਹ ਪਾਇਆ ਤੇ ਲੋਇਣ ਪ੍ਰਵਾਨ। ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਈ। ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੁ ਨ ਜਾਈ। ਰਿੱਧ ਸਿੱਧ ਜਾ ਕਉ ਫਰੀ ਤਬ ਕਾਹੂ ਸੋ ਕਿਆ ਕਾਜ। ਤੇਰੇ ਕਹਿਣੇ ਕੀ ਗਤ ਕਿਆ ਕਹਉ ਮੈਂ ਬੋਲਤ ਹੀ ਬੜ ਲਾਜ। ਰਾਮ ਜੇ ਪਾਇਆ ਰਾਮ ਤੇ ਭਵਹਿ ਨ ਬਾਰੈ ਬਾਰ ਰਹਾਉ। ਝੂਠਾ ਜਗ ਡਹਿਕੈ ਕਨਾ ਦਿਨ ਦੋਇ ਬਰਤਨ ਕੀ ਆਸ। ਰਾਮ ਉਦਕ ਜਿਹ ਜਨ ਪੀਆ ਤਿਹ ਬਹੁਰ ਨ ਭਈ ਪਿਆਸ। ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ। ਸਭ ਸਚ ਨਦਰੀ ਆਇਆ ਜੋ ਆਤਮ ਭਇਆ ਉਦਾਸ। ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ। ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ। ਸੁਨਹਿ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਿਗੇ। ਬਹੁਰ ਹਮ ਕਾਹੇ ਆਵਹਿਗੇ ਆਵਨ ਜਾਨਾ ਹੁਕਮ ਤਸੈ ਕਾ। ਹੁਕਮੈ ਬੁਝ ਸਮਾਵਹਿਗੇ ਰਹਾਉ। ਜਬ ਚੂਕੈ ਪੰਜ ਧਾਤ ਕੀ ਰਚਨਾ ਐਸੇ ਭਰਮ ਚੁਕਾਵਹਿਗੇ। ਦਰਸ਼ਨ ਛੋੜ ਭੈ ਸਮਦਰਸੀ ਏਕੋ ਨਾਮ ਤੇ ਆਵਹਿਗੇ। ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ। ਹਰ ਜੀ ਕਿਰਪਾ ਕਰੇ ਜੋ ਆਪਣੀ
ਤਉ ਗੁਰ ਕੇ ਸ਼ਬਦ ਸਮਾਵਹਿਗੇ। ਜੀਵਤ ਮਰਹੁ ਮਰਹੁ ਫੁਨ ਜੀਵਹੁ, ਪੁਨਰਪ ਜਨਮ ਨਾ ਹੋਈ। ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਿਆ ਲਿਵ ਸੋਈ। ਜੋ ਤੁਮ ਮੋਹ ਕੋ ਦੂਰ ਕਰਤ ਹੋ, ਤੋ ਤੁਮ ਮੁਕਤ ਬਤਾਵਹੁ। ਏਕ ਅਨੇਕ ਹੋਏ ਰਹਿਓ ਸਗਲ ਮਹਿ, ਅਬ ਕੈਸੇ ਪਰਮਾਵਹੁ। ਰਾਮ ਮੋਹ ਕੋ ਤਾਰ ਕਹਾਂ ਲੈ ਜਈ ਹੈ, ਸੋਧੋ ਮੁਕਤ ਕਹਾਂ ਦਿਓ ਕੈਸੀ। ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨ ਜਾਣਿਆ। ਅਬ ਤੋ ਬਿਮਲ ਭਏ ਕਟਹੀ ਮਹਿ, ਕਹਿ ਕਬੀਰ ਮਨ ਮਾਨਿਆ। ਜਿਨ ਗੜ ਕੂਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਨ। ਕਾਹੇ ਕੀਜਤ ਹੈ ਮਨ ਭਾਵਨ। ਜਬ ਜਮ ਆਏ ਕੇਸ ਤੇ ਪਕਰਾਏ, ਤਹ ਹਰ ਕੋ ਨਾਮ ਛਡਾਵਨ ਰਹਾਉ। ਕਾਲ ਅਕਾਲ ਖਸਮ ਕਾ ਕੀਨਾ, ਇਹੋ ਪ੍ਰਪੰਚ ਵਧਾਵਨ। ਕਹਿ ਕਬੀਰ ਤੇ ਅੰਤੇ ਮੁਕਤੇ, ਜਿਨ ਹਿਰਦੈ ਰਾਮ ਰਸਾਇਨ। ਦੇਹੀ ਗਾਵਾ ਜਿਉ ਧਰ ਮਹਿਤਾ, ਬਸਹਿ ਪੰਚ ਕਿਰਸਾਨਾ। ਨੈਨੂ ਨਕਟੂ ਸ਼ਰਵਨੂ ਰਸ ਪਾਤਾ, ਇੰਦਰੀ ਕਹਿਆ ਨ ਮਾਨਾ। ਬਾਬਾ ਅਬ ਨਾ ਬਸੋ ਇਹੋ ਗਾਉ, ਘਰੀ ਘਰੀ ਕਾ ਲੇਖਾ ਮੰਗੈ। ਕਾਇਥ ਚੇਤੂ ਨਾਉ ਰਹਾਉ, ਧਰਮ ਰਹੇ ਜਬ ਲੇਖਾ ਮੰਗੈ। ਬਾਕੀ ਨਿਕਸੀ ਭਾਰੀ, ਪੰਚ ਕਰਸਾਨਵਾ ਭਾਗ ਗਏ ਲੈ। ਬਾਂਧਿਓ ਜਿਉ ਦਰਬਾਰੀ, ਕਹਿ ਕਬੀਰਾ ਸੁਨਹੁ ਰੇ ਸੰਤੋ। ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ। ਬਹੁਰ ਨਾ ਭਉ ਜਲ ਫੇਰਾ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨਭਉ ਕਿਨੇ ਨਾ ਦੇਖਿਆ ਬੈਰਾਗੀ ਅੜੀ, ਬਿਨ ਭੈ ਅਨਭਉ ਹੇਵਣਾ ਹੰਬੈ। ਸਹ ਹਦੂਰ ਦੇਖੇ ਤਾਂ ਭਉ ਪਵੈ ਬੈਰਾਗੀ ਅੜੀ, ਹੁਕਮੈ ਬੂਝੈ ਤਾਂ ਨਿਰਭਉ ਹੇਵਣਾ ਹੰਬੈ। ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ, ਪਾਖੰਡ ਰਤਾ ਸਭ ਲੋਕ ਵਣਾ ਹੰਬੈ। ਤ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀ ਅੜੇ, ਮਮਤਾ ਜਾਲਿਆ ਪਿੰਡ ਵਣਾ ਹੰਬੈ। ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ, ਜੇ ਮਨ ਮਿਰਤਕ ਹੋਏ ਵਣਾ ਹੰਬੈ। ਸਤਿਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ, ਜੇ ਲੋਚੈ ਸਭ ਕੋਏ ਵਣਾ ਹੰਬੈ। ਕਰਮ ਹੋਵੈ ਸਤਿਗੁਰ ਮਿਲੈ ਬੈਰਾਗੀ ਅੜੇ, ਸਹਜੇ ਪਾਵੈ ਸੋਏ ਵਣਾ ਹੰਬੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ, ਮੋਹ ਕਾ ਭਉ ਜਲ ਪਾਰ ਉਤਾਰ ਵਣਾ ਹੰਬੈ। ਰਾਜਨ ਕੌਣ ਤੁਮਾਰੈ ਆਵੈ, ਐਸੋ ਭਉ ਬਿਦਰ ਕੋ ਦੇਖਿਓ। ਓਹ ਗਰੀਬ ਮੋਹਿ ਭਾਵੈ ਰਹਾਉ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰਮੈ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕੁਰ ਅਨੰਦ ਬਨੋਤੀ, ਜਾਤ ਨਾ ਕਾਹੂ ਕੀ ਮਾਨੀ। ਸ਼ਲੋਕ ਕਬੀਰ। ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੇ ਕਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤਾ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ।
ਕਬੀਰ ਕਾ ਸ਼ਬਦ ਰਾਗ ਮਾਰੀ, ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ। ਸਤਿਗੁਰ ਪ੍ਰਸਾਦ। ਚਾਰ ਮੁਕਤ ਚਾਰੈ ਸਿਧ ਮਿਲ ਕੈ, ਦੂਲਹਿ ਪ੍ਰਭ ਕੀ ਸਰਨ ਪਰਿਓ। ਮੁਕਤ ਭਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਥੈ ਛਤਰ ਧਰਿਓ। ਰਾਜਾ ਰਾਮ ਜਪਤ ਕੂ ਨਾ ਤਰਿਓ, ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੂ ਨਾਮ ਪਰਿਓ ਰਹਾਉ। ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਓ। ਅੰਬਰੀਕ ਕੋ ਦਿਓ ਅਪੈ ਪਦ, ਰਾਜ ਭੀਖਨ ਅਦਿਕ ਕਰਿਓ। ਨੌ ਨਿਧ ਠਾਕੁਰ ਦਈ ਸੁਦਾਮੈ, ਧਰੂ ਅਟਲ ਅਜਹੂ ਨਾ ਟਰਿਓ। ਭਗਤ ਹੀਤ ਮਾਰਿਓ ਹਰਨਾਖਸ, ਨਰ ਸਿੰਘ ਰੂਪ ਹੋਏ ਦੇਹ ਧਰਿਓ। ਨਾਮਾ ਕਹੇ ਭਗਤ ਬਸ ਕੇਸਵਾ, ਅਜਹੂ ਬਲ ਕੇ ਦਵਾਰ ਖਰੋ। ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ, ਦੀਵਾਨੇ ਦੀਨ ਬਸਾਰਿਓ ਰੇ। ਪੇਟ ਭਰਿਓ ਪਸ਼ੂਆਂ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ ਰਹਾਉ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦਾ ਝੂਠਾ। ਸਵਾਨ ਸੂਕਰ ਬਾਇਸ ਜਵੈ, ਭਟਕਤ ਚਾਲਿਓ ਊਠਾ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਮਨਸਾ ਬਾਚਾ ਕਰਮਨਾ, ਮੈਂ ਦੇਖੇ ਦੋਜਕ ਜਾਤ। ਕਾਮੀ ਕ੍ਰੋਧੀ ਚਾਤੁਰੀ, ਬਾਜੀ ਕਰ ਬੇਕਾਮ। ਨਿੰਦਾ ਕਰਤੇ ਜਨਮ ਸਰਾਨੋ, ਕਬਹੂ ਨਾ ਸਿਮਰਿਓ ਰਾਮ। ਕਹੈ ਕਬੀਰਾ ਚੇਤੈ ਨਹੀਂ, ਮੂਰਖ ਮੁਗਧ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਰਾਖੋ ਕਿਰਪਾਲ ਰਹਾਉ, ਮਨ ਕਾ ਯਤਨ ਗਵਨ ਕਰੋ। ਘਟ ਕਰਮ ਜੁਗਤ ਧਿਆਨ ਧਰੋ, ਪਾਪ ਸਗਲ ਕਰ ਹਾਰਿਓ। ਨਹਿ ਹੁਟੇਮ ਕਰਾਓ, ਸਰਨ ਬੰਧਨ ਕਰਨਾ ਪਤੇ। ਪਾਪ ਹਰਣ ਹਰ 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 ਹਰੀ, ਇਕ ਤੂੰ ਹੀ ਦੀਨ ਦਿਆਲਾ। ਨਵ ਚਰਨ ਨਾਨਕ ਆਸਰੋ, ਉਦਰਾ ਪਰਮ ਮੋਹ ਸਾਗਰਾ। ਲਗ ਸੰਤਨਾ ਭਗਪਾਲ, ਇਹ ਦਾਰਾ ਮਹਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਰਨੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੇ ਮਨ ਭੀਤਰਾ। ਮੰਗਨ ਕਾ ਵਰਦਾਨ ਰਾਉ, ਸੁਖਦਾਈ ਪੂਰਨ ਪਰਮੇਸ਼ਰਾ। ਕਰ ਕਿਰਪਾ ਰਾਖੋ ਮਾਰੋ, ਦਿਓ ਪ੍ਰੀਤ ਸਾਧੂ ਸੰਗ ਸੁਆਮੀ। ਹਰ ਗੁਣ ਰਸਨ ਬਗਾਨਾ, ਗੋਪਾਲ ਦਿਆਲ ਗੋਵਿੰਦ ਬੋਧਰਾਉ। ਨਿਰਮਲ ਕਥਾ ਗਿਆਨੋ, ਨਾਨਕ ਕੌਰ ਕੇ ਰੰਗ ਰਾਗੋ। ਕਰਨ ਕਮਲ ਸੰਗ ਧਿਆਨ, ਇਹ ਦਾਰਾ ਮਹਲਾ ਪੰਜਵਾ। ਹਰ ਕੇ ਦਰਸ਼ਨ ਕੋ ਮਨ ਚਾਓ, ਹਰ ਕਿਰਪਾ ਸਤਿ ਸੰਗ ਮਲਾਓ।
ਦੇਵੋ ਆਪਣੋ ਨਾਉ ਕਰੋ ਸੇਵਾ ਸਤਿਪੁਰਖ ਪਿਆਰੇ ਜਤ ਸੁਨੀਐ ਤਤ ਮਨ ਰਹਿ ਸਾਉ ਮਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਤਾਉ ਸਰਬ ਪ੍ਰਤਪਾਲੈ ਸਗਲ ਸੰਭਾਲੈ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਕਾਟ ਕਾਟ ਤੁਝੈ ਦੇਗਾਉ ਇਹ ਦਾਰਾ ਮਹਲਾ ਪੰਜਵਾਉ ਰਹਿ ਕੀ ਪ੍ਰੀਤ ਪਿਆਰੀ ਮਗਨ ਮਨ ਮੈਂ ਚਿਤਵੋ ਆਸਾ ਨੈਨੋ ਤਾਰ ਤੁਆਰੀ ਰਾਉ ਹੋਏ ਦਿਨ ਪੈਰਤ ਹੋਏ ਦਿਨ ਪੈਰ ਮੂਰਤ ਪਲ ਕੈਸੇ ਹੋਏ ਪਲ ਕਰੀ ਕਿਆਰੀ ਖੁਲੇ ਕਪਟ ਤਪਟ ਬੁਝ ਤ੍ਰਿਸ਼ਨਾਉ ਹਿਮੋ ਪੇ ਗਦਰ ਸਾਰੀ ਕੌਣ ਸੋਚਤ ਨੇ ਪਾਉ ਕਨਿਹਾ ਸੇਵਾ ਕੌਣ ਵਿਚਾਰੀ ਮਾਨ ਅਵਮਾਨ ਮੋਹ ਤਾਜ ਨਾਨਕ ਅੰਤ ਸੰਗ ਉਦਾਰੀ ਕੇਦਾਰਾ ਮਹੱਲਾ ਪੰਜਵਾਂ ਹਰ 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 ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵੋ ਰਾਉ ਕਾਢ ਲਿਏ ਪ੍ਰਵਿਆਨ ਵਿਗਤੇ ਸਾਧ ਸੰਗ ਮਨ ਲਾਵੋ ਧਰਮ ਪੋ ਮੋਹ ਕਟਿਓ ਗੁਰਬਚਨੀ ਆਪਣਾ ਦਰਸ਼ ਦਿਖਾਵੋ ਸਭ ਕੀ ਰਹਿਨ ਹੋਏ ਮਨ ਮੇਰਾ ਅੰਗ ਬੁੱਧ ਤਿਆਵੋ ਆਪਣੇ ਭਗਤ ਦੇ ਦਿਆਲਾ ਅਡ ਭਾਗੀ ਨਾਨਕ ਅਰਬਾਵੋ ਕੇਦਾਰਾ ਮਹੱਲਾ ਪੰਜਵਾਂ ਹਰ ਬਨ ਜਨਮੇ ਕਾਰਥ ਜਾਤ ਤਾਜ ਗੋਪਾਲ ਆਨ ਰੰਗ ਰਾਜਤ ਵਿਦਿਆ ਪੈਰਤ ਖਾਤਾ ਰਹਾਉ ਧਨ ਜੋਬਨ ਸੰਪੈ ਸੁਖ ਭੋਗਵੈ ਸੰਗ ਨਨਵਤ ਮਾਤਾ ਨਿਰਗਤ ਤ੍ਰਿਸ਼ਨਾ ਦੇਖ ਰਚਿਓ ਮਾਮਰਤਨਮ ਛਾਇਆ ਨੰਗ ਰਾਤ ਮਾਨ ਮੋਹ ਮਹਮਦ ਮੋਹਤ ਕਾਮ ਕ੍ਰੋਧ ਕੇ ਗਾਤਾ ਕਰ ਗਲਿਓ ਦਾਸ ਨਾਨਕ ਕੋ ਰਾਮ ਜੀ ਹੋਏ ਸਹਾਤਾ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਇ ਨ ਚਾਲਸ ਸਾਥ ਦੀਨਾਨਾਥ ਕਰਨਾ ਪਤ ਸੁਆਮੀ ਅਨਾਥਾ ਕੇ ਨਾਥ ਰਹਾਉ ਸੁਤ ਸੰਪਤ ਵਿਖਿਆ ਰਸ ਭੋਵਤ ਨੈ ਨਿਵਤ ਜਮ ਕੈ ਪਾਤ ਨਾਮ ਨਦਾਨ ਗਾਓ ਗੁਣ ਗੋਬਿੰਦ ਦਰ ਸਾਗਰ ਕੇ ਗਾਤਾ ਸਰਨ ਸਮਰਥ ਅਗਤ ਗੋਚਰਾ ਹਰ ਸਿਮਰਤਾ ਦੁਖ ਲਾਤਾ ਨਾਨਕ ਦੀਨ ਤੂਰ ਜਨ ਬਾਸ਼ਤ ਨ ਲਿਖਤਾ ਤੁਰ ਮਾਤਾ
केदारा महला पंजवा कार पंजवा एक ओंकार सतगुर प्रसाद विसरत नाहे मन ते हरि हमारे प्रीतमा परबल पी आन बिगाए जरी राव मूद कांत आय चात्रिक मीन रत्ना करी गुण गोपाल उचार रसना देवे परी महानाद करांक मोहियो वेदती करा सरी राव चरण कमल लसान नानका घाट बाद धरी केदारा महला पंजवा प्रीतम बादरद में खोरा परम पीतन बारटा करा गलो अपने ओरा राव अधिक गर्द संसार सागर हर दया करो थोरा अंत कांग यार चरण मोहित उदर तेरा मोरा गर्भ कुंठ में जने तारियो नहीं बिगड़ मन में उरा हर सागता शरण समरथ नान मन नाही न्योरा केदारा महला पंजवा रसना राम राम बखाना गुरु गोपाल उचार दिन रहना है पल मराना राव त्याग चलना संग सगल संपता काल सिर पर जाना तन मोदरंत आसा छूट सर पर माना सतपुरख काल मूर्त हृदय तारो ध्याना नाम निधान नाम नानक हस्तये परवाना केदारा महला पंजवा हर के नाम को आधारा कल कलेस ना कश व्याप संत सांगा विवार राव हर अनुग्रह आप राख्यो न उपज तो बेगारा इस परापत होए सिमरा इस दहतना संसारा सुख मंगल आनंदारा राम शरण अमृत सारा नानक दास शरणागति तेरे संतरा की इशारा केदारा महला पंजवा हर के नाम बिना त्रिस्रोता जीवन रूप बसार जीव एकत जीवन ताराओ खाद पीत अनेक व्यंजन जैसे पार बाहक खोता हट कर मात्र पाया जैसे मेघ जंती जोता
राज गोपाल जे आन लागे ऊपर कारी रोता हर जोर नानक दान मंग हर रखो कंठ बरोदा दारा महला पंजवा अंत तूर ले मुकमली नाय शोत सदा पूरना न दोग व्याप कलीराव गुर बचन कार्य सर्व पूरना उतराली प्रवेक अनक सर्वत पूर्ण जय गणांजलि जय पुजाली नो दास अपनो तीजो तरली नव शरण शरण नाथ आयो हर संग चली दारा महला पंजवा हर के नाम की मन रुचय ओट शांत आनंद पूर्ण जंत शांति गुजराव संत मार्ग चलत परानी तद उधर मुचाय जन की लगी मस्तका हर का तीर्थ सुचाय चरण कमल त्यान पीतरा काट काट